गुरु रूप प्यारी साध संगत जीओ, सज जाओ प्रेम नाल गुरु साहिब जी दी लड़ीवार कथा श्रवण करो जी। सतनाम श्री वाहिगुरु साहिब जी। एक ओंकार सतनाम करता पुरख निरभओ निर्वैर अकाल मूरत अजूनी सैभं गुर आद सच जुगाद सच है भी सच नानक होसी भी सच। चक्र चिहन अर बरन जात अर पात नहन जिह रूप रंग अर रेख पेख को कह न सकत किह। अचल मूरत अनभव प्रकाश अमितो ज कह कोट इंद्र इंद्राण साहि सहाण गणज त्रिभुवन महीप सुर नर असुर नेत नेत बन तृण कहत सर्व नाम कथ कवन कर्म नाम बरनत सुमत। निर्जुर निरूप हो के सुंदर स्वरूप हो के पूपन के पूप हो के दाता महादान हो। प्राण के बचैया दूध पूत के देवैया रोग सोग के मिटैया के दौ मानी महामान हो। विद्या के विचार हो के अद्वैत अवतार हो के सिद्धता की सूरत हो के शुद्धता की शान हो। जोबन के जाल हो के काल हूँ के काल हो के सत्रन के सूल हो के मित्रन के प्राण हो। सिमराओ सिमरे सिमरे सुख पावाओ काल कलेस तन माहि मिटावाओ। सिमराओ जास विषम पर एक नाम जपत अगनत अनेक। वेद पुराण सिमरत सुधाखर कीने राम नाम एक आखर।
किनका एक जिस जीय बसावै ताकि महिमा गनी न आवै कांखी एक दर्श तुहारो नानक उन संग मोह उदारो बंदना हर बंदना गुण गावहु गोपाल राय रहाओ वड्डा भाग पेटा गुरदेवा कोट अपराध मिटे हर सेवा चरण कमल जाका मन रापै सोग अगन तिस जन न व्यापै सागर तरिया साधु संगे निरभौ नाम जपहु हर रंगे पर धन दुख किश पाप न फीड़े जम जंदार न आवै नेड़े तृष्णा अगन प्रभ आप बुझाई नानक उदरे प्रभ सरणाई बेसुमार अथाह अगनत अतुला ज्यो बुलावहो त्यो नानक दास बोला ज्यो बुलावहो त्यो नानक दास बोला ਸਾਹਿਬ ਜੀ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿਖ ਉਧਰੈ ਨਾਨਕ ਹਰ ਗੁਣ ਗਾਓ सतपुरख जिन जानिया सतगुर तिस का नाउ तिस कै संग सिख उधरै नानक हर गुण गाओ अष्टपदी सतगुर सिख की करै प्रतिपाल सेवक को गुर सदा दयाल सिख की गुर दुर्मत मल हिरै गुर बचनी हर नाम उच्चरै सतगुर सिख के बंधन काटै गुर का सिख बेकार ते हाटै सतगुर सिख का नाम धन दे गुर का सिख वड भागी है सतगुर सिख का हालत पालत सवारै नानक सतगुर सिख का जिय नाल समारै सतगुर सिख का हालत पालत सवारै नानक सतगुर सिख का जिय नाल समारै।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਜ ਜੁਗੋ ਜੁਗ ਅਟਲ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸਰਬੰਸ ਦਾਨੀ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਚੋਜੀ ਪ੍ਰੀਤਮ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੀਆਂ ਸੰਗਤਾਂ ਦੇ ਉੱਪਰ ਨਜ਼ਰੇ ਅਨਾਇਤ ਕਰਦਿਆਂ ਹੋਇਆਂ ਆਪਣੇ ਪਾਵਨ ਸਤਜੁਗੀ ਤਪ ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਪਾਵਨ ਸੁਖ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰ ਰਹੇ ਨੇ। ਸਤਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਵੱਡਿਆਂ ਭਾਗਾਂ ਵਾਲਿਆਂ ਨੇ ਦੂਰੋਂ ਨੇੜਿਓਂ ਚੱਲ ਕੇ ਆ ਕਰਕੇ ਗੁਰ ਚਰਨਾਂ ਵਿਖੇ ਨਤਮਸਤਕ ਹੋ ਕਰਕੇ ਦਸਾਂ ਪਾਤਸ਼ਾਹੀਆਂ ਜੀ ਦੀ ਪਾਵਨ ਆਤਮਿਕ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਪਾਕ ਮੁਕੱਦਸ ਹਜ਼ੂਰੀ ਦੇ ਅੰਦਰ ਹਾਜ਼ਰੀ ਭਰਦਿਆਂ ਹੋਇਆਂ ਪਾਵਨ ਅੰਮ੍ਰਿਤਮਈ ਗੁਰਬਾਣੀ ਦੇ ਰਸ ਭਿੰਨੇ ਮਨੋਹਰ ਸ਼ਬਦਾਂ ਦੇ ਕੀਰਤਨ ਅਤੇ ਸ੍ਰੀ ਮੁਖਵਾਕ ਨੂੰ ਸਰਵਣ ਕਰਕੇ ਆਤਮਿਕ ਆਨੰਦ ਨੂੰ ਮਾਨਣਾ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸੱਚਖੰਡ ਦਰਬਾਰ ਦੀ ਰੋਜ਼ਾਨਾ ਦੀ ਮਰਿਆਦਾ ਦੇ ਅਨੁਸਾਰ ਵਕਤ ਹੈ ਗਰੀਬ ਨਿਵਾਜ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਨੂੰ ਸਰਵਣ ਕਰਨੇ ਦਾ। ਗਰੀਬ ਨਿਵਾਜ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਸੁਖਾਂ ਦੀ ਮਨੀ ਪਾਵਨ ਸ੍ਰੀ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਦੁਆਰਾ ਜਿਵੇਂ ਪਾਵਨ ਅੰਮ੍ਰਿਤ ਉਪਦੇਸ਼ ਦੀ ਵਰਖਾ ਕਰ ਰਹੇ ਨੇ ਮਨ ਚੇਤ ਬਿਰਤੀਆਂ ਇਕਾਗਰ ਕਰਕੇ ਗੁਰ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਸਰਵਣ ਕਰਕੇ ਲਾਹਾ ਪ੍ਰਾਪਤ ਕਰਨੇ ਦਾ ਯਤਨ ਕਰੀਏ। ਸਤਿਗੁਰੂ ਜੀ ਦਾ ਬਖਸ਼ਿਸ਼ ਕੀਤਾ ਹੋਇਆ ਪਾਵਨ ਨਾਮ ਸਹਿਤ ਪਿਆਰ ਦੇ ਮੁਖ ਦੇ ਵਿੱਚ ਉਚਾਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ। ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨਾਮ ਦੀ ਮਹਿਮਾ ਵਖਿਆਨ ਕਰ ਰਹੇ ਨੇ ਤੇ ਗੁਰਸਿੱਖਾਂ ਨੇ ਬੇਨਤੀ ਕਰਨਾ ਕੀਤੀ ਹੈ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜੋ ਐਸੇ ਸੱਚ ਸਰੂਪ ਪਰਮਾਤਮਾ ਜੀ ਦੇ ਨਾਲ ਮਿਲਾ ਕਰਕੇ ਸੱਚ ਸਰੂਪ ਬਣਾ ਦੇਣ ਵਾਲਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੈ ਤਿਸ ਦੇ ਦਾਤੇ ਕੈਸੇ ਨੇ। ਨਾਮ ਦੇ ਦਾਤਾ ਨੇ ਸਤਿਗੁਰੂ ਜੀ ਤੇ ਬੇਨਤੀ ਕਰਕੇ ਪੁੱਛਿਆ ਗਰੀਬ ਨਿਵਾਜ ਸਤਿਗੁਰੂ ਜੀ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਸਰੂਪ ਕੈਸਾ ਹੈ। ਜਿਵੇਂ ਸਿੱਧਾ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪ੍ਰਥਾਏ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਬੇਨਤੀ ਕਰਕੇ ਪੁੱਛਿਆ ਸੀ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪਾਵਨ ਸਰੂਪ ਆਪ ਜੀ ਨੇ ਕੈਸਾ ਜਾਣਿਆ ਹੈ। ਤੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸ਼ਲੋਕ ਨੂੰ ਉਚਾਰਨਾ ਕੀਤਾ ਸੀ ਤੇ ਕੁਝ ਕੁ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਭੇਦ ਰੱਖੇ ਸਨ। ਸ਼ਲੋਕ ਉਚਾਰਨਾ ਕੀਤਾ ਸੀ ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਨਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ। ਇਸ ਪ੍ਰਕਾਰ ਪਾਵਨ ਦੀ ਜਗ੍ਹਾ ਤੇ ਪਾਉਣ ਦਿਵਸ ਦੀ ਜਗ੍ਹਾ ਤੇ ਦਿਨਸ ਇਸ ਪ੍ਰਕਾਰ ਹੋਰ ਵੀ ਭੇਦ ਨੇ ਪਰ ਇਵੇਂ ਸ਼ਲੋਕ ਉਚਾਰਨ ਕਰਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪਾਵਨ ਸਰੂਪ ਗੁਰਬਾਣੀ ਦੁਆਰਾ ਦਰਸਾਵਣਾ ਕੀਤਾ ਸੀ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਐਸੇ ਨੇ। ਇਵੇਂ ਹੀ ਜਦੋਂ ਸਿੱਖਾਂ ਨੇ ਬੇਨਤੀ ਕੀਤੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪਾਵਨ ਸਰੂਪ ਕੈਸਾ ਹੈ ਤੇ ਗਰੀਬ ਨਿਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਲੋਕ ਦੇ ਰਾਹੀਂ ਪ੍ਰਵਚਨ ਫਰਮਾਵਣਾ ਕਰਦੇ ਹਨ ਜੀ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ। ਜਿਸ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਾਣ ਲਿਆ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਸਤਿਪੁਰਖ ਨੇ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਾਣਿਆ ਹੈ ਤੇ ਰਾਮਦਾਸ ਸਾਹਿਬ ਜੀ ਸਾਡੇ ਪਿਤਾ ਨੂੰ ਗੁਰਤਾ ਗੱਦੀ ਦੇ ਮਾਲਕ ਬਣਾ ਕਰਕੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ
ਤਿਨਾਂ ਦਾ ਨਾਮ ਰੱਖ ਦਿੱਤਾ, ਸਤਿਗੁਰ ਤਿਸ ਕਾ ਨਾਉ। ਪਹਿਲਾਂ ਤੇ ਸੇਵਾਦਾਰ ਦੇ ਰੂਪ ਵਿੱਚ ਸਨ ਨਾ, ਸਤਿਗੁਰੂ ਨਾਮ ਦੇ ਨਾਲ ਨਹੀਂ ਸੀ ਲੱਗਿਆ, ਪਰ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਨਾਮ ਦੇ ਨਾਲ ਸਤਿਗੁਰ ਲਗਾ ਦਿੱਤਾ, ਤਾਂ ਤਿਨਾਂ ਦਾ ਨਾਮ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਹੋ ਗਿਆ। ਇਸੇ ਪ੍ਰਕਾਰ ਸਤਿਗੁਰ ਤਿਸ ਕਾ ਨਾਉ, ਤਿਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਨਾਮ ਸਤਿਗੁਰ ਹੈ, ਜਿਨ੍ਹਾਂ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸੇਵਾ ਕਰਕੇ ਤੇ ਤਿਨਾਂ ਦੀ ਕਿਰਪਾਲਤਾ ਦੇ ਨਾਲ ਸਤਿਪੁਰਖ ਜਨ ਜਾਣਿਆ, ਜਿਨ੍ਹਾਂ ਨੇ ਸਤਿਪੁਰਖ ਅਕਾਲ ਪੁਰਖ ਨੂੰ ਜਾਣ ਲਿਆ ਹੈ। ਜਿਹੜਾ ਅਕਾਲ ਪੁਰਖ ਤ੍ਰੇਈ ਕਾਲ ਆਬਾਦ ਹੈ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ। ਐਸੇ ਸਤ ਸਰੂਪ ਪਰਮਾਤਮਾ ਜੀ ਨੂੰ ਜਾਣਿਆ। ਐਸੇ ਨੇ ਸਾਡੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ। ਸਾਧ ਸੰਗਤ ਜੀ, ਆਦਿ ਸਮੇਂ ਤੋਂ ਲੈ ਕਰਕੇ ਬੇਅੰਤ ਰਿਖੀ ਮੁਨੀ ਅਵਤਾਰ ਪੈਗੰਬਰ ਰਹਿਬਰ ਇਤਿਆਦਿਕ ਹੋਏ ਨੇ। 33 ਕਰੋੜ ਅਜਾਨ ਸੰਗਿਆ ਦੀ ਦੇਵਤੇ ਬ੍ਰਹਮਾ ਦੇ ਸੰਕਲਪ ਦੇ ਨਾਲ ਪੈਦਾ ਹੋਏ, ਪਰ ਕਿਸੇ ਦੇ ਵੀ ਨਾਮ ਦੇ ਨਾਲ ਗੁਰੂ ਅਥਵਾ ਸਤਿਗੁਰੂ ਨਹੀਂ ਲੱਗਦਾ। ਕਦੇ ਕਿਸੇ ਨੇ ਆਖਿਆ ਗੁਰੂ ਮਹਾਦੇਵ, ਕਦੇ ਕਿਸੇ ਨੇ ਆਖਿਆ ਗੁਰੂ ਵਿਸ਼ਨੂੰ ਜੀ। ਉਹਨਾਂ ਨੂੰ ਭਗਵਾਨ ਵਿਸ਼ਨੂੰ ਜੀ, ਮਹਾਦੇਵ ਜੀ, ਬ੍ਰਹਮਾ ਜੀ ਕਿਹਾ ਜਾਵੇਗਾ, ਪਰ ਕਿਸੇ ਦੇ ਨਾਮ ਦੇ ਨਾਲ ਗੁਰੂ ਅਥਵਾ ਸਤਿਗੁਰੂ ਨਹੀਂ ਚ ਲੱਗਦਾ। ਇਸੇ ਪ੍ਰਕਾਰ ਜਿੰਨੇ ਰਿਸ਼ੀ ਹੋਏ ਨੇ, ਮੁਨੀ ਹੋਏ ਨੇ, ਪੈਗੰਬਰ ਹੋਏ ਨੇ, ਵਲੀ ਹੋਏ ਨੇ, ਨਬੀ ਹੋਏ ਨੇ, ਨਾਮ ਦੇ ਨਾਲ ਵਲੀ ਲੱਗਦਾ ਹੈ, ਨਬੀ ਲੱਗਦਾ, ਪੈਗੰਬਰ ਲੱਗਦਾ ਹੈ, ਸਿੱਧ ਲੱਗਦਾ ਹੈ, ਜੋਗੀ ਲੱਗਦਾ ਹੈ, ਪਰ ਗੁਰੂ ਅਥਵਾ ਸਤਿਗੁਰੂ ਕਿਸੇ ਦੇ ਨਾਮ ਦੇ ਨਾਲ ਨਹੀਂ ਜੀ ਲੱਗਦਾ। ਇਹ 10 ਗੁਰੂ ਸਾਹਿਬਾਨ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰਗੁਣ ਸਰੂਪ ਹੋਏ ਨੇ, ਤੇ ਤਿਨਾਂ ਦੇ ਨਾਮ ਦੇ ਨਾਲ ਇਹ ਪਦ ਲੱਗਾ ਗੁਰੂ ਅਥਵਾ ਸਤਿਗੁਰੂ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਉਚਾਰਨਾ ਕਰਦੇ ਨੇ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ, ਜਗ ਚਾਨਣ ਹੋਆ, ਜਿਉ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਵਾ। ਇਵੇਂ ਸਤਿਗੁਰੂ ਜੀ ਦੇ ਪਰਥਾਏ ਪੜ੍ਹਦੇ ਆ, ਧੰਨ ਧੰਨ ਰਾਮਦਾਸ ਗੁਰ। ਇੱਥੇ ਸਤਿਗੁਰੂ ਜੀ ਦੇ ਨਾਮ ਦੇ ਨਾਲ ਗੁਰ ਲੱਗਿਆ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਹਨ, ਧੰਨ ਹਨ, ਜਿਨ ਸਿਰਿਆ ਤਿਨੈ ਸਵਾਰਿਆ। ਜਿਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਸਿਰਜਿਆ ਹੈ, ਉਹਨਾਂ ਨੇ ਹੀ ਗੁਰਤਾ ਗੱਦੀ ਦੀ ਵਡਿਆਈ ਦੇ ਕਰਕੇ, ਸ਼ੁਭ ਗੁਣਾਂ ਨੂੰ ਦੇ ਕਰਕੇ ਸਵਾਰਨਾ ਕੀਤਾ, ਸ਼ਿੰਗਾਰਨਾ ਕੀਤਾ ਹੈ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਇਹ ਪੂਰੀ ਕਰਾਮਾਤ ਜ਼ਾਹਰ ਪ੍ਰਗਟ ਹੋਈ ਹੈ, ਜੋ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣਾ ਸਰੂਪ ਧਾਰਨ ਕਰਨਾ ਕੀਤਾ ਹੈ। ਭਾਵ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਪਰਮਾਤਮਾ ਪਰਮੇਸ਼ਰ ਜੀ ਨਿਰੰਕਾਰ ਜੀ ਆਪ ਹੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਰੂਪ ਹੋ ਕਰਕੇ ਆਏ ਨੇ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਸਿੱਖਾਂ ਨੇ ਤੇ ਸੰਗਤਾਂ ਨੇ ਪਾਰ ਬ੍ਰਹਮ ਪਰਮੇਸ਼ਰ ਜਾਣ ਕਰਕੇ ਆਪ ਜੀ ਨੂੰ ਨਮਸਕਾਰਾਂ ਕੀਤੀਆਂ ਨੇ। ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨ ਪਾਰਾ ਵਾਰਿਆ, ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ। ਆਪ ਜੀ ਅਟਲ ਹੋ, ਅਥਾਹ ਹੋ, ਅਗਮ ਹੋ, ਅਗੋਚਰ ਹੋ, ਬੇਅੰਤ ਹੋ। ਆਪ ਜੀ ਦੇ ਉਰਵਾਰ ਪਾਰ ਦਾ ਕੋਈ ਅੰਤ ਨਹੀਂ ਆਉਂਦਾ। ਗਰੀਬ ਨਿਵਾਜ ਸਾਹਿਬ ਜੀ, ਜਿਸ ਨੇ ਵੀ ਪ੍ਰੇਮਾ ਭਗਤੀ ਦੇ ਨਾਲ ਆਪ ਜੀ ਨੂੰ ਯਾਦ ਕਰਨਾ ਕੀਤਾ, ਸਿਮਰਨਾ ਕੀਤਾ, ਆਪ ਜੀ ਦੁਆਰਾ ਨਾਮ ਨੂੰ ਜਪ ਲੈਣਾ ਕੀਤਾ ਹੈ, ਆਪ ਜੀ ਨੇ ਤਿੰਨਾਂ ਦਾ ਪਾਰ ਉਤਾਰਾ ਕਰ ਦਿੱਤਾ ਹੈ। ਐਸੇ ਨੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ। ਜਿਸ ਕਿਸੇ ਨੇ ਵੀ ਸਿਮਰਿਆ, ਜਿਸ ਕਿਸੇ ਨੇ ਵੀ ਯਾਦ ਕੀਤਾ, ਤਿਸ ਦਾ ਹੀ ਸਤਿਗੁਰੂ ਜੀ ਨੇ ਪਾਰ ਉਤਾਰਾ ਕਰ ਦਿੱਤਾ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੇਅੰਤ ਵਡਿਆਈਆਂ ਦੇ ਮਾਲਕ ਨੇ, ਜਿਨ੍ਹਾਂ ਨੇ ਸਤਿਪੁਰਖ ਪਰਮੇਸ਼ਰ ਨੂੰ ਹੀ ਜਾਣਿਆ ਹੈ। ਸਤਿਪੁਰਖ ਜਿਨ ਜਾਣਿਆ, ਐਸੇ ਨੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਨੂੰ ਸੰਗਤਾਂ ਨੇ ਸਤਿਪੁਰਖ ਪਰਮਾਤਮਾ ਨਿਰੰਕਾਰ ਵਾਹਿਗੁਰੂ ਜੀ ਦਾ ਸਰਗੁਰ ਸਰੂਪ ਕਰਕੇ ਜਾਣਿਆ ਹੈ। ਤੇ ਜਿਨ੍ਹਾਂ ਨੂੰ ਜਾਣਿਆ ਹੈ ਸਤਿਗੁਰ ਤਿਸ ਕਾ ਨਾਉ, ਤਿਨਾਂ ਦਾ ਨਾਮ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਹੈ। ਇਸੇ ਪ੍ਰਕਾਰ ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਸਾਧ ਸੰਗਤ ਜੀ ਅਨਵੈ ਕਰਕੇ ਅਰਥ ਲੱਗੇਗਾ। ਸੋ ਜਿਨ ਦੀ ਜਗ੍ਹਾ ਤੇ ਤਿਸ, ਤੇ ਤਿਸ ਦੀ ਜਗ੍ਹਾ ਤੇ ਜਿਨ। ਸਤਿਗੁਰ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਿਨ੍ਹਾਂ ਨੇ ਜਪਿਆ, ਤਿਨਾਂ ਨੇ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲੈਣਾ ਕੀਤਾ। ਐਸੇ ਨੇ ਸਤਿਪੁਰਖ ਨੂੰ ਜਣਾਉਣ ਵਾਲੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ। ਜਿਸ ਕਿਸੇ ਨੇ ਵੀ ਤਿਨਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਜੀ ਦੇ ਨਾਮ ਨੂੰ ਜਪਿਆ ਹੈ, ਆਰਾਧਿਆ ਹੈ, ਧਿਆਇਆ ਹੈ, ਸਿਮਰਿਆ ਹੈ, ਸਤਿਪੁਰਖ ਨੂੰ ਹੀ ਪ੍ਰਾਪਤ ਕਰ ਲਿਆ। ਭਾਈ ਐਸੇ ਸਮਰੱਥਾਵਾਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਹਨ।
ਤਿਸ ਕੈ ਸੰਗ ਸਿਖ ਉਧਰੈ ਨਾਨਕ ਹਰ ਗੁਣ ਗਾਓ। ਤਿਸ ਕੈ ਸੰਗ ਗੱਗੇ ਨੂੰ ਸਿਹਾਰੀ ਹੈ, ਤਿੰਨਾਂ ਦੀ ਸੰਗਤ ਦੇ ਵਿੱਚ ਮਿਲ ਕਰਕੇ ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਵਨਾ ਕੀਤਾ ਨਾ, ਉਹ ਸਿੱਖ ਉਧਰੈ, ਉਹ ਸਿੱਖ ਸੰਸਾਰ ਸਾਗਰ ਤੋਂ ਤਰ ਗਏ ਨੇ। ਜਿਨ੍ਹਾਂ ਨੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਪਾਵਨ ਸਤ ਸੰਗਤ ਦੇ ਆਤਮਿਕ ਸੁਖ ਨੂੰ ਮਾਣਿਆ ਹੈ, ਆਤਮਿਕ ਆਨੰਦ ਨੂੰ ਮਾਣਿਆ ਹੈ, ਤਿਨਾਂ ਦੇ ਚਰਨਾਂ ਦੀ ਸ਼ਰਨ ਵਿਖੇ ਆ ਕਰਕੇ ਸਤ ਸੰਗਤ ਦੇ ਨਾਲ ਮਿਲ ਕਰਕੇ ਸਹਿਤ ਪਿਆਰ ਦੇ ਜਪਿਆ ਹੈ ਸਤਨਾਮ ਸ੍ਰੀ ਵਾਹਿਗੁਰੂ। ਨਾਨਕ ਹਰ ਗੁਣ ਗਾਓ। ਜਿਸ ਨੇ ਵੀ ਸਤਿਗੁਰੂ ਜੀ ਦੀ ਸੰਗਤ ਦੇ ਨਾਲ ਮਿਲ ਕਰਕੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਰਮਾਤਮਾ ਨੂੰ ਗਾਵਿਆ ਹੈ, ਤਿਸ ਦੇ ਗੁਣਾਂ ਨੂੰ ਗਾਵਿਆ ਹੈ, ਤਿਸ ਦੀਆਂ ਵਡਿਆਈਆਂ ਨੂੰ ਗਾਵਿਆ ਹੈ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਸੰਗਤ ਵਿੱਚ ਮਿਲ ਕਰਕੇ ਸਿੱਖ ਉਧਰ ਹੈ। ਉਹ ਸਾਰੇ ਸਿੱਖ ਉਧਰ ਗਏ ਨੇ। ਸਿੱਖ ਉਧਰ ਹੈ, ਉਹਨਾਂ ਸਿੱਖਾਂ ਦਾ ਹੁਣ ਵੀ ਉਧਾਰ ਹੋ ਰਿਹਾ ਹੈ। ਸਿੱਖ ਉਧਰ ਹੈ, ਉਹ ਸਿੱਖ ਆਉਂਦੇ ਸਮੇਂ ਦੇ ਅੰਦਰ ਵੀ ਸਦਾ ਉਧਰ ਦੇ ਹੀ ਰਹਿਣਗੇ, ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੰਗਤ ਦੇ ਨਾਲ ਮਿਲ ਕਰਕੇ ਵਾਹਿਗੁਰੂ ਜੀ ਦੇ ਨਾਮ ਦੇ ਗੁਣਾਂ ਨੂੰ ਗਾਇਨ ਕਰਨਗੇ। ਅਸ਼ਟਪਦੀ 8 ਪੌੜੀਆਂ ਵਾਲੇ ਸ਼ਬਦ ਦੇ ਰਾਹੀਂ ਸਤਿਗੁਰੂ ਜੀ ਦੀ ਵਡਿਆਈ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਹਨ ਜੀ। ਸਤਿਗੁਰ ਸਿੱਖ ਕੀ ਕਰੈ ਪ੍ਰਤਿਪਾਲ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਐਸੇ ਨੇ ਜੋ ਆਪਣੇ ਸਿੱਖਾਂ ਦੇ ਪ੍ਰਤ ਤਾਈਂ ਪਾਲਾ ਪ੍ਰਤ ਪਾਲਣਾ ਕਰਨ ਵਾਲੇ ਨੇ। ਪਾਲ ਵਿਸ਼ੇਸ਼ ਕਰਕੇ ਪਾਲਦੇ ਨੇ, ਪ੍ਰਤਪਾਲ ਵਿਸ਼ੇਸ਼ ਕਰਕੇ। ਗਰੀਬ ਨਿਵਾਜ ਸਾਹਿਬ ਜੀ ਆਪਣੇ ਸਿੱਖਾਂ ਨੂੰ ਪਾਲਣੇ ਵਾਲੇ ਨੇ। ਜਿਸ ਪ੍ਰਕਾਰ ਕੂੰਜ ਹੁੰਦੀ ਹੈ, ਉੱਡ ਕਰਕੇ ਸੈਂਕੜੇ ਕੋ ਦੂਰ ਆ ਜਾਂਦੀ ਏ, ਪਰ ਆਪਣੇ ਬੱਚਿਆਂ ਨੂੰ ਸਦਾ ਮਨ ਦੇ ਵਿੱਚ ਯਾਦ ਰੱਖਦੀ ਏ, ਉਸ ਯਾਦ ਦੇ ਸਹਾਰੇ ਤਿਸ ਦੇ ਬੱਚੇ ਪਲਦੇ ਨੇ। ਜਿਸ ਪ੍ਰਕਾਰ ਇੱਕ ਮਾਤਾ ਆਪਣੇ ਘਰ ਦੇ ਸਾਰੇ ਕੰਮਾਂ ਕਾਜਾਂ ਨੂੰ ਕਰਦੀ ਏ, ਪਰ ਚਿੱਤ ਆਪਣਾ ਆਪਣੇ ਬੱਚੇ ਦੇ ਵਿੱਚ ਰੱਖਦੀ ਏ। ਬੱਚਾ ਉੱਠ ਤੇ ਨਹੀਂ ਗਿਆ, ਉਸ ਦੇ ਰੋਣ ਦੀ ਆਵਾਜ਼ ਤੇ ਨਹੀਂ ਆਉਂਦੀ, ਜਾਗਦਾ ਜਾਂ ਸੁੱਤਾ ਹੈ। ਇਸ ਪ੍ਰਕਾਰ ਸੁੱਤੇ ਦੇ ਵਿੱਚ ਵੀ ਜਾਗਦੇ ਦੇ ਵਿੱਚ ਵੀ ਆਪਣਾ ਚਿੱਤ ਰੱਖਦੀ ਏ। ਅੰਦਰ ਬਾਹਰ ਫਿਰਦਿਆਂ ਸਾਰੇ ਕੰਮ ਕਰਦੀ ਏ। ਲੋੜ ਪੈਣ ਤੇ ਤਿਸ ਨੂੰ ਦੁੱਧ ਚੰਗਾਉਂਦੀ ਅਥਵਾ ਮੁਖ ਦੇ ਵਿੱਚ ਗਰਾਸ ਦਿੰਦੀ ਏ। ਕੰਮ ਤੇ ਸਾਰੇ ਕਰਦੀ ਏ, ਪਰ ਜਿਹੜਾ ਤਿਸ ਦਾ ਧਿਆਨ ਆਪਣੇ ਬੱਚੇ ਦੇ ਵਿੱਚ ਹੁੰਦਾ ਹੈ। ਇਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰੇ ਜਗਤ ਦੀ ਪ੍ਰਤਪਾਲਣਾ ਕਰਨ ਰੂਪੀ ਕਾਰਜ ਨੂੰ ਕਰਦਿਆਂ ਹੋਇਆਂ ਆਪਣਾ ਜੋ ਧਿਆਨ ਹੈ ਨਾ, ਉਹ ਆਪਣੇ ਬੱਚੇ ਦੇ ਵਿੱਚ ਰੱਖਣਾ ਕਰਦੇ ਨੇ, ਆਪਣੇ ਗੁਰਸਿੱਖ ਦੇ ਵਿੱਚ ਰੱਖਣਾ ਕਰਦੇ ਨੇ। ਉਪਦੇਸ਼ ਰੂਪੀ ਦੁੱਧ ਪਿਲਾ ਕਰਕੇ, ਨਾਮ ਰੂਪੀ ਭੋਜਨ ਦੇ ਕਰਕੇ ਸਤਿਗੁਰੂ ਜੀ ਆਪਣੇ ਸਿੱਖ ਦੀ ਵਿਸ਼ੇਸ਼ ਕਰਕੇ ਪ੍ਰਤਪਾਲਣਾ ਕਰਦੇ ਹਨ ਜੀ। ਸੇਵਕ ਕੋ ਗੁਰ ਸਦਾ ਦਇਆਲ। ਆਪਣੇ ਸੇਵਕ ਦੇ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਦਾ ਹੀ ਦਇਆਲਤਾ ਧਾਰਨ ਕਰਦੇ ਨੇ, ਸਦਾ ਦਇਆ ਕਰਦੇ ਨੇ। ਸੋ ਇਸ ਪ੍ਰਕਾਰ ਦਇਆਲ, ਦਇਆ ਦਾ ਘਰ ਹੀ ਐਸਾ ਸਰੂਪ ਹੈ ਸਤਿਗੁਰੂ ਜੀ ਦਾ, ਜੋ ਸਿੱਖ ਦੇ ਵਾਸਤੇ ਦਇਆ ਦਾ ਘਰ ਹੀ ਬਣੇ ਰਹਿੰਦੇ ਨੇ। ਜਿਵੇਂ ਘਰ ਦੇ ਵਿੱਚੋਂ ਸਾਰੇ ਪਦਾਰਥ ਪ੍ਰਾਪਤ ਹੁੰਦੇ ਨੇ, ਇਵੇਂ ਸਤਿਗੁਰੂ ਜੀ ਦੇ ਪਾਸੋਂ ਸਤ, ਸੰਤੋਖ, ਦਇਆ, ਕਿਰਪਾ, ਕਿਰਪਾਲਤਾ, ਧੀਰਜ, ਖਿਮਾ, ਨਾਮ ਇਤਿਆਦਿਕ ਸਾਰੇ ਸ਼ੁਭ ਗੁਣ ਮਿਲਦੇ ਨੇ। ਇਸੇ ਪ੍ਰਕਾਰ ਸ਼ਰਵਣ, ਮੰਨਣ, ਨਿਧਿਆਸਨ, ਕਰੁਣਾ, ਮੈਤਰੀ, ਮੁਦਤਾ, ਉਪੇਖਿਆ ਸਾਰੇ ਹੀ ਗੁਣ ਦਇਆ ਦੇ ਘਰ ਸਤਿਗੁਰੂ ਜੀ ਦੇ ਵਿੱਚੋਂ ਗੁਰਸਿੱਖ ਨੂੰ ਮਿਲਦੇ ਨੇ। ਇਵੇਂ ਸਤਿਗੁਰੂ ਜੀ ਸ਼ੁਭ ਗੁਣਾਂ ਦੀ ਖੁਰਾਕ ਦੇ ਕਰਕੇ, ਭੋਜਨ ਦੇ ਕਰਕੇ, ਨਾਮ ਰੂਪੀ ਖੁਰਾਕ ਤੇ ਭੋਜਨ ਦੇ ਕਰਕੇ ਆਪਣੇ ਸਿੱਖਾਂ ਦੀ ਵਿਸ਼ੇਸ਼ ਕਰਕੇ ਪ੍ਰਤਪਾਲਣਾ ਕਰਦੇ ਹਨ ਜੀ। ਸਿੱਖ ਕੀ ਗੁਰ ਦੁਰਮਤ ਮਲਹਿਰੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਗੁਰਸਿੱਖਾਂ ਦੇ ਉੱਪਰ ਕਿਰਪਾਲਤਾ ਕਰਕੇ ਤਿੰਨਾਂ ਦੀ ਜਿਹੜੀ ਆਪਣੇ ਬਚਨਾਂ ਦੇ ਨਾਲ, ਗੁਰ ਬਚਨੀ, ਆਪਣੇ ਬਚਨਾਂ ਦੇ ਨਾਲ ਤਿੰਨਾਂ ਦੀ ਜਿਹੜੀ ਖੋਟੀ ਮਤ ਹੈ ਤਿਸ ਨੂੰ ਨਾਸ਼ ਕਰ ਦਿੰਦੇ ਨੇ, ਹਿਰ ਲੈਂਦੇ ਨੇ, ਖਤਮ ਕਰ ਦਿੰਦੇ ਨੇ। ਭਾਈ ਜੋਗਾ ਸਿੰਘ ਜੀ ਜਿਸ ਵੇਲੇ ਹੰਕਾਰ ਆ ਗਿਆ, ਮੇਰੇ ਵਰਗਾ ਸਿੱਖ ਹੀ ਕੋਈ ਨਹੀਂ ਹੋਣਾ, ਸਤਿਗੁਰੂ ਜੀ ਦੇ ਇੱਕ ਹੁਕਮ ਦੇ ਨਾਲ 4 ਲਾਵਾਂ ਛੱਡ ਕੇ ਆ ਗਿਆ, ਮੇਰੇ ਵਰਗਾ ਸਤਿਗੁਰੂ ਜੀ ਦਾ ਪੱਕਾ ਸਿੱਖ ਕੌਣ ਹੋਵੇਗਾ। ਤੇ ਤਿਸ ਵੇਲੇ ਸਾਧ ਸੰਗਤ ਜੀ ਹੰਕਾਰ ਦੇ ਨਾਲ ਕੁਝ ਸਮੇਂ ਵਾਸਤੇ ਮਤ ਦਾ ਭਾਵ ਹੋ ਗਿਆ। ਵੇਸਵਾ ਦੇ ਦਰਵਾਜ਼ੇ ਤੇ ਜਾ ਖਲੋਤੇ ਸਨ ਨਾ, ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕੀਤੀ ਏ। ਸੋ ਸ੍ਰੀ ਅਨੰਦਪੁਰ ਸਾਹਿਬ ਤੋਂ ਘੋੜੇ ਤੇ ਸਵਾਰ ਹੋ ਕਰਕੇ ਪਲਾਂ ਦੇ ਵਿੱਚ ਹੁਸ਼ਿਆਰਪੁਰ ਜਾ ਪੁੱਜੇ ਨੇ। ਜਾ ਕਰਕੇ ਪਹਿਰੇਦਾਰ ਦਾ ਲਿਬਾਸ ਬਣਾਵਣਾ ਕੀਤਾ ਹੈ, ਭਾਵ ਆਪਣੇ ਪੁਸ਼ਾਕੇ ਦੇ ਉੱਪਰ ਦੀ ਚਾਦਰੇ ਦੀ ਬੁੱਕਲ ਮਾਰ ਲੈਣਾ ਕੀਤੀ ਏ। ਤੇ ਜਾ ਕਰਕੇ ਜੋਗਾ ਸਿੰਘ ਨੂੰ ਪਾਪ ਕਰਮ ਕਰਨ ਤੋਂ ਡੱਕ ਲਿਆ, ਨਹੀਂ ਤਾਂ ਜੀਵਨ ਗਲ ਜਾਣਾ ਸੀ। ਇਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਦਇਆ ਦਾ ਘਰ ਨੇ, ਆਪਣੇ ਸਿੱਖਾਂ ਦੇ ਉੱਪਰ ਸਦਾ ਦਇਆਲਤਾ ਕਰਦੇ ਨੇ ਤੇ ਸਦਾ ਸਦ ਬੁੱਧੀ, ਆਤਮ ਵਿਸ਼ੈਣੀ ਮਤ ਨੂੰ ਬਖਸ਼ਿਸ਼ ਕਰਨਾ ਕਰਦੇ ਨੇ।
ਜੇ ਕਿਧਰੇ ਦੁਨੀਆ ਦੇ ਵਿੱਚ ਰਹਿੰਦਿਆਂ ਕੋ ਸੰਗਤ ਅਥਵਾ ਬੁਰੇ ਆਦਮੀ ਦੇ ਪ੍ਰਭਾਵ ਕਰਕੇ ਕਿਧਰੇ ਖੋਟੀ ਮੱਤ ਦਾ ਪ੍ਰਵੇਸ਼ ਵੀ ਹੋ ਜਾਵੇ ਬੁੱਧੀ ਦੇ ਵਿੱਚ, ਸ਼ੁਭ ਬਚਨਾਂ ਦੇ ਨਾਲ ਸਤਿਗੁਰੂ ਜੀ ਖੋਟੀ ਮੱਤ ਨੂੰ ਹਿਰੇ ਨਾਸ ਕਰ ਦਿੰਦੇ ਨੇ। ਜਿਵੇਂ ਭਾਈ ਜੋਗਾ ਸਿੰਘ ਜੀ ਦੇ ਤਾਈ ਸਤਿਗੁਰੂ ਜੀ ਨੇ ਬਚਨ ਫਰਮਾਇਆ, ਕਹਿਣ ਲੱਗੇ, ਉਹ ਸਿੱਖਾ ਤੇਰੇ ਸਿਰ ਤੇ ਸਾਨੂੰ ਦਸਤਾਰਾ ਸੋਭ ਰਿਹਾ ਨਜ਼ਰ ਆਉਂਦਾ ਹੈ, ਤੇਰੇ ਗਲ ਸਾਨੂੰ ਚੋਲਾ ਨਜ਼ਰ ਆਉਂਦਾ ਹੈ, ਸਿੱਧਾ ਦਾੜਾ ਤੂੰ ਆਪਣਾ ਬੁੱਕਲ ਮਾਰ ਕੇ ਕੱਪੜੇ ਦੇ ਨਾਲ ਢੱਕਿਆ ਲੱਗਦਾ ਹੈ, ਤੇ ਏਡੇ ਵੱਡੇ ਗੁਰੂ ਦਾ ਸਿੱਖ ਹੋ ਕਰਕੇ ਕਿਹੜੇ ਮਾੜੇ ਕੰਮ ਕਰਦਾ ਫਿਰਦਾ ਹੈ, ਤੈਨੂੰ ਫੜ ਕਰਕੇ ਤੇਰੇ ਗੁਰੂ ਦੇ ਪੇਸ਼ ਕਰਾਂ। ਬਸ ਇਤਨੇ ਬਚਨ ਕੀਤੇ। ਭਾਈ ਜੋਗਾ ਸਿੰਘ ਜੀ ਦਾ ਮਨ ਨੂੰ ਐਸਾ ਸਰੀਰ ਜਿਵੇਂ ਸਿਰ ਦੇ ਉੱਪਰ 100 ਘੜਾ ਪਾਣੀ ਦਾ ਪੈ ਗਿਆ ਹੋਵੇ, ਮਨ ਨੂੰ ਠੇਸ ਵੱਜੀਏ। ਇੱਕ ਪਹਿਰੇਦਾਰ ਤੈਨੂੰ ਜਾਣਦਾ ਗੁਰੂ ਕਾ ਸੇਖਾ ਤੇ ਤੇਰਾ ਆਦਰ ਰੱਖਦਾ ਹੈ, ਇੱਕ ਪਹਿਰੇਦਾਰ ਨੂੰ ਕਲਗੀਆਂ ਵਾਲੇ ਦੇ ਉੱਪਰ ਇੰਨਾ ਮਾਣ ਕਿ ਜੇ ਸਿੱਖ ਪੁੱਠੇ ਰਾਹ ਪੈ ਜਾਵੇ ਤੇ ਪਕੜ ਕਰਕੇ ਕਲਗੀਆਂ ਵਾਲੇ ਦੇ ਪੇਸ਼ ਕਰ ਦੇਣਾ ਚਾਹੀਦਾ ਹੈ। ਤੇ ਜੋਗਾ ਸਿੰਘਾ ਤੂੰ ਤੇ ਗੁਰੂ ਦਾ ਸਿੱਖ ਕਿੱਥੇ ਭਟਕਦਾ ਫਿਰਦਾ ਹੈ? ਐਸਾ ਮਾਣ ਤੇਰੇ ਮਨ ਦੇ ਵਿੱਚੋਂ ਗੁਰੂ ਦੇ ਪਰਥਾਏ ਕਿਵੇਂ ਭੁੱਲ ਗਿਆ? ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਪਰ ਨਿਸ਼ਚਾ ਆਇਆ, ਨੈਣਾ ਦੇ ਵਿੱਚੋਂ ਨੀਰ ਵਹਾਉਂਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਪੁੱਜੈ ਤੇ ਸਤਿਗੁਰੂ ਜੀ ਦੇ ਚਰਨੀ ਲੱਗ ਕਰਕੇ ਭੁੱਲ ਬਖਸ਼ਾਈਏ। ਇਵੇਂ ਸਤਿਗੁਰੂ ਜੀ ਆਪਣੇ ਬਚਨਾਂ ਦੇ ਨਾਲ ਗੁਰਸਿੱਖ ਦੇ ਹਿਰਦੇ ਦੇ ਵਿੱਚੋਂ ਖੋਟੀ ਮੱਤ ਨੂੰ ਅਭਾਵ ਕਰ ਦਿੰਦੇ ਹਨ। ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਬਚਨਾਂ ਦੇ ਨਾਲ ਸਤਿਗੁਰੂ ਜੀ ਦਾ ਜੋ ਪਿਆਰਾ ਸਿੱਖ ਹੈ, ਮੁਖ ਦੇ ਵਿੱਚੋਂ ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਉਚਾਰਦਾ ਹੈ। ਸਤਿਗੁਰੂ ਜੀ ਦੇ ਬਚਨ ਨੇ ਜੋ ਗੁਰਸਿੱਖਾਂ ਦੇ ਹਿਰਦੇ ਦੇ ਅੰਦਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਣੇ ਦਾ ਪਿਆਰ ਪੈਦਾ ਕਰਦੇ ਨੇ। ਜਿਸ ਵੇਲੇ ਸਤ ਸੰਗਤ ਵਿੱਚ ਆ ਕਰਕੇ ਸਤਿਗੁਰੂ ਜੀ ਦੇ ਬਚਨ ਸੁਣੇ ਜਾਣ, ਚਾਹੇ ਉਹ ਕੀਰਤਨ ਰੂਪ ਦੇ ਵਿੱਚ ਸੁਣੇ ਜਾਣ, ਕਥਾ ਰੂਪ ਦੇ ਵਿੱਚ ਸੁਣੇ ਜਾਣ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਖੰਡ ਬਾਣੀ ਦੇ ਪਾਠ ਦੇ ਰੂਪ ਵਿੱਚ ਸੁਣੇ ਜਾਣ ਜਾਂ ਪੜ੍ਹੇ ਜਾਣ, ਜਿਸ ਵੇਲੇ ਜਿਵੇਂ ਜਿਵੇਂ ਸਤਿਗੁਰੂ ਜੀ ਦੇ ਬਚਨ ਸਰਵਣ ਕਰੀਏ ਨਾ, ਹਿਰਦੇ ਦੇ ਅੰਦਰ ਪਿਆਰ ਵੱਧਦਾ ਹੈ, ਨਾਮ ਨੂੰ ਜਪਣੇ ਦਾ ਉਮਾਹ ਆਉਂਦਾ ਹੈ, ਉਤਸ਼ਾਹ ਆਉਂਦਾ ਹੈ। ਗਰੀਬ ਨਿਵਾਜ ਸਾਹਿਬ ਜੀ ਫਰਮਾਉਂਦੇ ਨੇ, ਐਸੇ ਨੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ। ਸੋ ਸਤਿਗੁਰ ਦੇਵ ਪ੍ਰਤੱਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੈ, ਆਪਣੇ ਅੰਮ੍ਰਿਤ ਬਚਨ ਸੁਣਾ ਕਰਕੇ ਸਿੱਖਾਂ ਨੂੰ, ਸੰਗਤਾਂ ਨੂੰ ਨਿਹਾਲ ਕਰਦੇ ਨੇ, ਕਿਰਤਾਰਥ ਕਰਦੇ ਨੇ। ਤੇ ਜਿਹੜਾ ਸਤਿਗੁਰੂ ਜੀ ਦੇ ਬਚਨਾਂ ਨੂੰ ਸੁਣ ਲੈਂਦਾ ਨਾ, ਸਤਿਗੁਰੂ ਜੀ ਦੇ ਬਚਨਾਂ ਦੁਆਰਾ ਨਾਮ ਦੀ ਵਡਿਆਈ ਨੂੰ ਸੁਣ ਲੈਂਦਾ ਨਾ, ਉਹ ਹਿਰਦੇ ਦੇ ਅੰਦਰ ਪਿਆਰ ਨੂੰ, ਸ਼ਰਧਾ ਨੂੰ ਧਾਰਨ ਕਰਕੇ ਵਾਹਿਗੁਰੂ ਜੀ ਦੇ ਨਾਮ ਰੂਪੀ ਗੁਣਾਂ ਨੂੰ ਉਚਾਰਨਾ ਕਰਦਾ ਹੈ। ਗੁਰ ਬਚਨੀ ਹਰ, ਸਤਿਗੁਰੂ ਜੀ ਦੇ ਜਿਹੜੇ ਬਚਨ ਨੇ ਗੁਰਸਿੱਖ ਦੇ ਹਿਰਦੇ ਦੇ ਵਿੱਚੋਂ ਦੁਰਮਤ ਨੂੰ ਹਰ ਨਾਸ਼ ਕਰ ਦਿੰਦੇ ਨੇ, ਵਿਕਾਰਾਂ ਨੂੰ ਹਰ ਲੈਂਦੇ ਨੇ, ਨਾਸ਼ ਕਰ ਲੈਂਦੇ ਨੇ। ਤੇ ਜਿਸ ਵੇਲੇ ਮਨ ਦੇ ਵਿੱਚੋਂ ਵਿਕਾਰ ਇਤਾਦਿਕ ਨਾਸ਼ ਹੋ ਗਏ, ਫਿਰ ਨਾਮ ਉਚਰੈ। ਫਿਰ ਜਿਹੜਾ ਸਿੱਖ ਹੈ, ਜਗਿਆਸੂ ਹੈ, ਸਤਿਗੁਰੂ ਜੀ ਦੀ ਸਿੱਖਿਆ ਦੇ ਦੁਆਰਾ, ਸਤਿਗੁਰੂ ਜੀ ਦੇ ਬਚਨਾਂ ਦੁਆਰਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਉਚਾਰਦਾ ਹੈ। ਇਵੇਂ ਹੀ ਸਤਿਗੁਰੂ ਜੀ ਦੇ ਬਚਨ ਪਾਵਨ ਗੁਰ ਇਤਿਹਾਸ ਦੇ ਵਿੱਚੋਂ ਸਰਵਣ ਕਰ ਲਈਏ ਨਾਮ ਦੀ ਮਹਿਮਾ ਦੇ, ਕਿ ਸਤਿਗੁਰੂ ਜੀ ਨੇ ਕਿਤਨੀ ਵਡਿਆਈ ਤੇ ਉਪਮਾ ਨਾਮ ਦੀ ਕਹੀ ਹੈ। ਤੇ ਸੁਭਾਵਕ ਹੀ ਜੀਵ ਦੇ ਮੁਖ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਦਾ ਜਿਹੜਾ ਜਾਪ ਹੈ ਪ੍ਰਾਰੰਭ ਹੋ ਜਾਂਦਾ ਹੈ। ਫਿਰ ਮਨ ਇਵੇਂ ਕਰਦਾ, ਇਸ ਨਾਮ ਨੂੰ ਕਦੇ ਛੱਡੀਏ ਨਾ, ਸਦਾ ਜਪਦੇ ਹੀ ਰਹੀਏ। ਪਾਤਸ਼ਾਹ ਜੀ ਫਰਮਾਉਂਦੇ, ਐਸੇ ਸਤਿਗੁਰੂ ਜੀ ਦੇ ਬਚਨਾਂ ਦੇ ਅੰਦਰ ਤਾਕਤ ਹੈ, ਐਸਾ ਬਲ, ਐਸਾ ਤਾਣ ਹੈ, ਜਿਹੜਾ ਸਰਵਣ ਕਰ ਲੈਂਦਾ ਹੈ, ਹਿਰਦੇ ਦੇ ਵਿੱਚੋਂ ਵਿਕਾਰ ਮਿਟ ਜਾਂਦੇ ਨੇ ਤੇ ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਉਹ ਗੁਰਸਿੱਖ ਪਿਆਰਾ ਫਿਰ ਸੁਭਾਵਕ ਹੀ ਸਹਿਜੇ ਹੀ ਉਚਾਰਦਾ ਹੈ। ਸਤਿਗੁਰ ਸਿੱਖ ਕੇ ਬੰਧਨ ਕਾਟੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਸਿੱਖਾਂ ਦੇ ਵਿਕਾਰਾਂ ਰੂਪੀ ਬੰਧਨ ਕੱਟ ਦਿੰਦੇ ਨੇ। ਸਤਿਗੁਰੂ ਜੀ ਮਹਾਰਾਜ ਆਪਣੇ ਸਿੱਖਾਂ ਦੇ ਦੁੱਖਾਂ ਰੂਪੀ ਬੰਧਨ ਕੱਟ ਦਿੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾਲਤਾ ਕਰਕੇ ਆਪਣੇ ਸਿੱਖਾਂ ਦੇ ਜੰਮਣ ਅਤੇ ਮਰਨ ਦੇ ਬੰਧਨ ਕੱਟ ਦਿੰਦੇ ਨੇ, ਜਿਸ ਨੂੰ ਹੋਰ ਕੋਈ ਕੱਟ ਹੀ ਨਹੀਂ ਸਕਦਾ। ਬਿਨਾਂ ਸਤਿਗੁਰੂ ਜੀ ਤੋਂ ਕੋਈ ਵੀ ਜੰਮਣ ਮਰਨ ਦੇ ਬੰਧਨਾਂ ਨੂੰ ਨਹੀਂ ਕੱਟ ਸਕਦਾ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਐਸੀ ਪਾਵਨ ਗੁਰਬਾਣੀ ਹੈ, ਕਿਨਕਾ ਏਕ ਜਿਸ ਜੀ ਬਸਾਵੈ ਤਾਕੀ ਮਹਿਮਾ ਗਨੀ ਨਾ ਆਵੈ। ਜਿਹੜਾ ਕਿਨਕਾ ਮਾਤਰ ਇੱਕ ਅੱਖਰ ਵੀ ਹਿਰਦੇ ਦੇ ਵਿੱਚ ਵਸਾ ਲਵੇ ਨਾ, ਤੇ ਇਸ ਦੀ ਜਿਹੜੀ ਮਹਿਮਾ ਅਗਾਧ ਬੋਧ ਹੋ ਜਾਂਦੀ ਹੈ, ਗਨੀ ਨਾ ਆਵੈ, ਗਿਣਤੀ ਮਿਣਤੀ ਵਿੱਚ ਨਹੀਂ ਆਉਂਦੀ। ਤੇ ਇਸ ਦੀ ਸੋਭਾ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦਾ ਇੱਕ ਇੱਕ ਬੋਲ, ਇੱਕ ਇੱਕ ਅੱਖਰ ਜਿਹੜਾ ਇਹ ਜੰਮਣ ਮਰਨ ਦੇ ਦੁੱਖਾਂ ਨੂੰ ਕੱਟਣ ਵਾਲਾ ਹੈ। ਤੇ ਸਾਧ ਸੰਗਤ ਜੀ, ਇਸੇ ਪ੍ਰਕਾਰ ਰਾਜਾ ਜੋ ਕਿ ਬਾਲਾ ਰਾਓ ਤੇ ਰੁਸਤਮ ਰਾਓ ਜਨਵਾੜੇ ਦੇ ਰਹਿਣ ਵਾਲੇ ਸਨ ਨਾ, ਇੱਥੇ ਰਾਜ ਭਾਗ ਸੀ ਤਿੰਨਾਂ ਦਾ। ਪੂਨੇ ਸਤਾਰੇ ਦੀ ਜੇਲ੍ਹ ਦੇ ਵਿੱਚ ਬੰਦ ਨੇ, ਤੇ ਉਸ ਜੇਲ੍ਹ ਦਾ ਅਧਿਕਾਰੀ ਇੱਕ ਗੁਰਸਿੱਖ ਹੈ।
ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਇਸ ਪਾਵਨ ਗੁਰਬਾਣੀ ਸੁਖਮਨੀ ਸਾਹਿਬ ਜੀ ਦਾ ਰੋਜ਼ਾਨਾ ਪਾਠ ਕਰਦਾ ਰਿਹਾ ਕਰਦਾ ਸੀ। ਸੁਖਮਨੀ ਸਾਹਿਬ ਤੇ ਇਸ ਨੂੰ ਜ਼ੁਬਾਨੀ ਕੰਠ ਹੈ ਤੇ ਹਰ ਵੇਲੇ ਸੁਖਮਨੀ ਸਾਹਿਬ ਦਾ ਪਾਠ ਕਰਦਾ ਰਹਿੰਦਾ। ਇਹ ਪਿਆਰਿਆਂ ਦੀਆਂ ਰੀਤੀਆਂ ਹੁੰਦੀਆਂ ਨੇ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਖੁਸ਼ਕ ਗਿਆਨ, ਪ੍ਰੇਮ ਵਿਹੂਣਾ ਗਿਆਨ, ਚੁੰਚ ਗਿਆਨੀ, ਨਾਮ ਦੀ ਜਿਨ੍ਹਾਂ ਨੂੰ ਕਦਰ ਨਹੀਂ, ਆਪਣਾ ਜੀਵਨ ਆਚਰਣ ਜਿਨ੍ਹਾਂ ਦਾ ਸੁੱਚਾ ਨਹੀਂ, ਸ਼ਰਧਾ ਤੋਂ ਹੀਣੇ ਤੇ ਸਖਣੇ ਕੇਵਲ ਤਾਂ ਕੇਵਲ ਚੁੰਚ ਗਿਆਨੀ ਨੇ, ਉਹ ਤੇ ਭਾਵੇਂ ਨਾਮ ਦਾ ਖੰਡਨ ਕਰਦੇ ਨੇ ਜੀ, ਤੋਤਾ ਰਟਨ ਹੈ। ਪਰ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਪਿਆਰੇ ਨੇ, ਜਿਹੜੇ ਨਾਮ ਦੇ ਪਿਆਰੇ ਨੇ, ਉਹਨਾਂ ਨੂੰ ਕਦੇ ਨਾਮ ਵਿਸਰਦਾ ਨਹੀਂ। ਉਹਨਾਂ ਦਾ ਤਾਂ ਉਠਤ ਬੈਠਤ ਸੋਵਤ ਨਾਮ, ਹਰ ਵੇਲੇ ਨਾਮ ਜਪਦੇ ਨੇ। ਸਤਾਰੇ ਦੇ ਜੇਲ੍ਹ ਦੇ ਵਿੱਚ ਹੀ ਗੁਰਸਿੱਖ ਅਧਿਕਾਰੀ ਹੈ, ਜਿਹੜਾ ਹਰ ਵੇਲੇ ਗੁਰਬਾਣੀ ਦਾ ਪਾਠ, ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਆਪਣੀ ਰਸਨਾ ਤੋਂ ਪੜ੍ਹਦਾ ਰਹਿੰਦਾ ਹੈ, ਕੰਠੋ ਉਚਾਰਨ ਕਰਕੇ ਇਸ ਬਾਣੀ ਨੂੰ ਪੜ੍ਹਦਾ ਰਹਿੰਦਾ ਹੈ। ਤੇ ਜੇਲ੍ਹ ਦੇ ਵਿੱਚ ਬਾਲਾ ਰਾਓ ਤੇ ਰੁਸਤਮ ਰਾਓ ਜਿਹੜੇ ਦੋਵੇਂ ਰਾਜੇ ਨੇ, ਕੈਦ ਨੇ, ਪੈਰਾਂ ਦੇ ਵਿੱਚ ਬੇੜੀਆਂ ਨੇ, ਹੱਥਾਂ ਦੇ ਵਿੱਚ ਹੱਥਕੜੀਆਂ ਨੇ। ਇਸ ਪ੍ਰਕਾਰ ਜਿੱਥੇ ਕਦੇ ਰਾਜੇ ਹੋਇਆ ਕਰਦੇ ਸਨ, ਹੁਣ ਜੇਲ੍ਹ ਦੇ ਅੰਦਰ, ਬੰਦੀਖਾਨੇ ਦੇ ਅੰਦਰ ਪਾਏ ਹੋਏ ਦੁੱਖ ਭੋਗਦੇ ਨੇ। ਤੇ ਜਿਸ ਵੇਲੇ ਗੁਰਸਿੱਖ ਦੀ ਰਸਨਾ ਤੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸਰਵਣ ਕਰਦੇ ਨੇ ਨਾ, ਇਤਨਾ ਮਨ ਸ਼ਾਂਤ ਹੁੰਦਾ ਹੈ, ਮਨ ਨੂੰ ਠੰਡ ਪੈਂਦੀ ਹੈ, ਹਿਰਦਾ ਸੀਤਲ ਹੋ ਜਾਂਦਾ ਹੈ, ਚੇਤਾ ਹੀ ਭੁੱਲਾ ਰਹਿੰਦਾ ਕਿ ਅਸੀਂ ਜੇਲ੍ਹ ਦੇ ਵਿੱਚ ਹੈ। ਇੰਨਾ ਸੁੱਖ ਮਿਲਦਾ ਸਤਿਗੁਰੂ ਜੀ ਦੀ ਗੁਰਬਾਣੀ ਨੂੰ ਸਰਵਣ ਕਰਕੇ। ਤੇ ਸਾਧ ਸੰਗਤ ਜੀ, ਜਿਤਨੀ ਦੇਰ ਤੱਕ ਮਨੁੱਖ ਬਾਹਰੀ ਆਸਰੇ ਹਿਰਦੇ ਦੇ ਅੰਦਰ ਧਾਰਨ ਕਰਕੇ ਰੱਖਦਾ, ਮੈਨੂੰ ਮੇਰੀ ਮਾਂ ਬਚਾਊਗੀ, ਪਿਓ ਬਚਾਊਗਾ, ਭਰਾ ਬਚਾਉਣਗੇ, ਸੈਨਾ ਬਚਾਊਗੀ, ਵਜ਼ੀਰ ਬਚਾਉਣਗੇ, ਉਤਨੀ ਦੇਰ ਤੱਕ ਪਰਮਾਤਮਾ ਜੀ ਤੇ ਨਿਸ਼ਚਾ ਨਹੀਂ ਆਉਂਦਾ। ਤੇ ਜਦੋਂ ਬਾਕੀ ਦੇ ਸਾਰਿਆਂ ਨੂੰ ਭੁਲਾ ਕਰਕੇ ਇੱਕ ਤੇ ਟੇਕ ਰੱਖ ਲਈਏ ਨਾ, ਫਿਰ ਸਤਿਗੁਰੂ ਜੀ ਦੇ ਬਚਨਾਂ ਵਿੱਚ, ਬਾਣੀ ਦੇ ਅੰਦਰ ਮਨ ਵੀ ਟਿਕਦਾ ਹੈ ਤੇ ਸ਼ਰਧਾ ਵੀ ਆਉਂਦੀ ਹੈ। ਹੁਣ ਸਾਰੇ ਆਸਰੇ ਟੁੱਟ ਚੁੱਕੇ ਨੇ, ਪਤਾ ਕੋਈ ਆ ਕਰਕੇ ਜੇਲ੍ਹ ਦੇ ਵਿੱਚੋਂ ਬਚਾ ਨਹੀਂ ਸਕਦਾ। ਪਰ ਜਦੋਂ ਗੁਰਬਾਣੀ ਸਰਵਣ ਕਰਦੇ ਨੇ, ਪ੍ਰਮਾਤਮਾ ਜੀ ਦੇ ਨਾਮ ਦਾ ਜਸ ਉਚਾਰਨ ਵਾਲੀ ਗੁਰਬਾਣੀ ਦੇ ਪ੍ਰਥਾਏ ਹਿਰਦੇ ਦੇ ਵਿੱਚ ਸ਼ਰਧਾ ਆਉਂਦੀ ਏ। ਜਿਤਨਾ ਸਮਾਂ ਸਰਵਣ ਕਰਦੇ ਰਹਿੰਦੇ, ਚੇਤਾ ਹੀ ਭੁੱਲ ਜਾਂਦਾ ਕਿ ਜੇਲ੍ਹ ਦੇ ਅੰਦਰ ਬੰਦ ਹੈ। ਚੇਤਾ ਹੀ ਭੁੱਲ ਜਾਂਦਾ ਕਿ ਹੱਥਾਂ ਦੇ ਵਿੱਚ ਹੱਥ ਕੜੀਆਂ ਤੇ ਪੈਰਾਂ ਵਿੱਚ ਬੇੜੀਆਂ ਵੀ ਪਈਆਂ ਹੋਈਆਂ ਨੇ। ਤੇ ਇਸ ਪ੍ਰਕਾਰ ਰੋਜ਼ ਸੁਖਮਨੀ ਸਾਹਿਬ ਜੀ ਦਾ ਪਾਠ ਸੁਣਦੇ ਨੇ। ਦੋਵਾਂ ਹੀ ਰਾਜਿਆਂ ਨੇ, ਬਾਲਾ ਰਾਓ ਤੇ ਰੁਸਤਮ ਰਾਓ ਨੇ, ਆਪਸ ਦੇ ਵਿੱਚ ਵਿਚਾਰ ਕੀਤੀ। ਤੇ ਫਿਰ ਇੱਕ ਦਿਨ ਆਵਾਜ਼ ਮਾਰ ਕਰਕੇ ਪੁੱਛਣਾ ਕੀਤਾ, ਭਾਈ ਤੂੰ ਕੌਣ ਹੈ? ਤੇ ਗੁਰਸਿੱਖ ਨੇ ਕਹਿਣਾ ਕੀਤਾ, ਮੈਂ ਸਤਿਗੁਰੂ ਜੀ ਦਾ ਸਿੱਖ ਹਾਂ। ਇਹ ਸਿੱਖ ਦੀ ਪਛਾਣ ਹੋਇਆ ਕਰਦੀ ਏ। ਉਸ ਨੇ ਆਪਣਾ ਨਾਮ ਲੈ ਕੇ ਨਹੀਂ ਆਖਿਆ ਮੈਂ ਫਲਾਨਾ ਬੰਦਾ ਹਾਂ, ਆਪਣਾ ਅਹੁਦਾ ਨਹੀਂ ਦੱਸਿਆ ਕਿ ਜੇਲ੍ਹ ਦਾ ਫਲਾਨਾ ਅਧਿਕਾਰੀ ਹੈ। ਉਸ ਨੇ ਆਪਣੀ ਪਛਾਣ ਦੱਸੀ, ਮੈਂ ਗੁਰੂ ਦਾ ਸਿੱਖ ਹਾਂ। ਤੇ ਪੁੱਛਣਾ ਕੀਤਾ, ਤੂੰ ਕਿਸ ਗੁਰੂ ਦਾ ਸਿੱਖ ਹਾਂ? ਕਹਿਣਾ ਕੀਤਾ, ਮੈਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਬਾਜਾ ਵਾਲੇ ਦਾ ਸਿੱਖ ਹਾਂ। ਤੇ ਕਹਿਣਾ ਕੀਤਾ, ਸਿੱਖਾ ਇਹ ਜਿਹੜੀ ਤੂੰ ਕਲਾਮ ਪੜ੍ਹਦਾ ਹੈ, ਬਾਣੀ ਪੜ੍ਹਦਾ, ਕਿਸ ਦੀ ਉਚਾਰਨ ਕੀਤੀ ਏ? ਸਿੱਖ ਨੇ ਦੱਸਣਾ ਕੀਤਾ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ 5ਵੇਂ ਸਰਗੁਣ ਸਰੂਪ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਗੁਰਬਾਣੀ ਇਹ ਸੁਖਮਨੀ ਸਾਹਿਬ ਹੈ। ਦੋਵਾਂ ਰਾਜਿਆਂ ਨੇ ਬੇਨਤੀ ਕੀਤੀ, ਸਿੱਖਾ ਜਦੋਂ ਤੂੰ ਬਾਣੀ ਪੜ੍ਹਦਾ ਨਾ, ਸਾਨੂੰ ਇਸ ਦੇ ਅਰਥਾਂ ਦੀ ਪੂਰੀ ਸਮਝ ਤੇ ਨਹੀਂ ਲੱਗਦੀ ਕਿ ਇਸ ਦਾ ਮਾਇਨਾ ਕੀ ਬਣਦਾ, ਅਰਥ ਕੀ ਬਣਦੇ ਨੇ। ਪਰ ਜਦੋਂ ਤੱਕ ਗੁਰਬਾਣੀ ਤੇਰੀ ਸੁਣਦੀ ਰਹਿੰਦੀ ਏ, ਸਾਨੂੰ ਚੇਤਾ ਹੀ ਭੁੱਲ ਜਾਂਦਾ ਕਿ ਸਾਨੂੰ ਕੋਈ ਦੁੱਖ ਵੀ ਹੈ, ਅਸੀਂ ਕੈਦ ਹਾਂ, ਪਿੰਜਰੇ ਦੇ ਵਿੱਚ ਆ, ਚੇਤਾ ਹੀ ਭੁੱਲ ਜਾਂਦਾ ਹੈ। ਸਾਨੂੰ ਸਾਰੀ ਗੁਰਬਾਣੀ ਦੀ ਸਮਝ ਤੇ ਨਹੀਂ ਲੱਗਦੀ। ਪਰ ਜਦੋਂ ਤੂੰ ਇਹ ਪੰਕਤੀ ਪੜ੍ਹਦਾ ਹੈ, ਸਤਿਗੁਰ ਸਿੱਖ ਕੇ ਬੰਧਨ ਘਟ ਹੈ, ਤੇ ਇਸ ਦੀ ਸਾਨੂੰ ਸਮਝ ਲੱਗ ਜਾਂਦੀ ਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਸਿੱਖਾਂ ਦੇ ਬੰਧਨ ਕੱਟ ਦਿੰਦੇ ਨੇ। ਕੀ ਸੱਚਮੁੱਚ ਹੀ ਸਤਿਗੁਰੂ ਜੀ ਬੰਧਨ ਕੱਟ ਦਿੰਦੇ ਨੇ? ਤੇ ਸਿੱਖ ਨੇ ਕਹਿਣਾ ਕੀਤਾ, ਹਾਂ ਭਾਈ, ਮੇਰੇ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸੇ ਸਰਬ ਕਲਾ ਸਮਰੱਥ ਨੇ, ਆਪਣੇ ਸਿੱਖਾਂ ਦੇ ਸਾਰੇ ਬੰਧਨ ਕੱਟ ਦਿੰਦੇ ਨੇ। ਦੋਵਾਂ ਰਾਜਿਆਂ ਦੇ ਮਨ ਦੇ ਵਿੱਚ ਉਤਸ਼ਾਹ ਆਇਆ ਹੈ, ਆਸ ਜਾਗੀ ਏ, ਅੱਖਾਂ ਦੇ ਅੰਦਰ ਚਮਕ ਆਈ ਏ, ਬੋਲ ਉਤਸ਼ਾਹ ਪੂਰਵਕ ਹੋ ਗਏ ਨੇ। ਕਹਿਣ ਲੱਗੇ, ਸਿੱਖਾ ਅਸੀਂ ਇਹਨਾਂ ਬੰਧਨਾਂ ਦੀ ਕੱਢ ਕਰਦੇ ਹਾਂ ਜਿਹੜੇ ਬੰਧਨ ਸਾਨੂੰ ਮੌਜੂਦਾ ਸਮੇਂ 'ਚ ਪਏ ਹੋਏ ਨੇ। ਆਹ ਹੱਥਾਂ ਦੀਆਂ ਹੱਥ ਕੜੀਆਂ, ਪੈਰਾਂ ਦੀਆਂ ਬੇੜੀਆਂ, ਇਹ ਜੇਲ੍ਹ ਦੀ ਸਜ਼ਾ, ਇਹ ਬੰਧਨ ਹੈ ਨਾ ਸਾਨੂੰ। ਅਸੀਂ ਇਹਨਾਂ ਬੰਧਨਾਂ ਦੀ ਗੱਲ ਕਰਦੇ ਹਾਂ। ਕੀ ਤੇਰੇ ਸਤਿਗੁਰੂ ਜੀ ਸਾਡੇ ਇਹਨਾਂ ਪ੍ਰਤੱਖ ਬੰਧਨਾਂ ਨੂੰ ਵੀ ਕੱਟ ਸਕਦੇ ਨੇ? ਤੇ ਸਿੱਖ ਨੇ ਬੜੇ ਭਰੋਸੇ ਦੇ ਨਾਲ, ਨਿਸ਼ਚੇ ਵਾਲਾ, ਕਮਾਈ ਵਾਲਾ, ਬਾਣੀ ਵਾਲਾ ਸੀ ਨਾ। ਜੇ ਕੇਵਲ ਤਾਂ ਕੇਵਲ ਵਿਖਾਵੇ ਵਾਲਾ ਹੁੰਦਾ ਤੇ ਸ਼ਾਇਦ ਕੁਝ ਹੋਰ ਬੋਲਦਾ, ਪਰ ਪਿਆਰ ਵਾਲਾ ਸੀ। ਕਹਿਣ ਲੱਗਾ, ਰਾਜਿਓ ਇਹ ਛੋਟੇ ਜਿਹੇ ਬੰਧਨਾਂ ਦੀ ਕਿਹੜੀ ਗੱਲ ਕਰਦੇ ਹੋ? ਮੇਰਾ ਗੁਰੂ ਤੇ ਐਸਾ ਸਮਰੱਥਾਵਾਨ ਹੈ, ਉਹ ਜੰਮਣ ਮਰਨ ਦੇ ਬੰਧਨਾਂ ਨੂੰ, ਵਿਕਾਰਾਂ ਦੇ ਬੰਧਨਾਂ ਨੂੰ,
ਜੰਮਣ ਮਰਨ ਦੇ ਵਿੱਚ ਜਿਤਨੇ ਪਾਉਣ ਵਾਲੇ ਕਰਮ ਨੇ, ਉਹਨਾਂ ਮਾੜੇ ਕਰਮਾਂ ਦੇ ਬੰਧਨਾਂ ਨੂੰ ਤੇ ਜੰਮਾਂ ਦੀਆਂ ਫਾਹੀਆਂ ਨੂੰ ਕੱਟ ਦੇਣ ਵਾਲਾ ਛੋਟਾ ਜਿਹਾ ਬੰਧਨ ਕੀ ਮਾਇਨੇ ਰੱਖਦਾ ਮੇਰੇ ਗੁਰੂ ਦੇ ਸਾਹਮਣੇ। ਕਹਿਣ ਲੱਗੇ ਸਿੱਖਾ ਫਿਰ ਕੀ ਤੇਰੇ ਸਤਿਗੁਰੂ ਜੀ ਸਾਡੇ ਇਹਨਾਂ ਬੰਧਨਾਂ ਨੂੰ ਕੱਟ ਦੇਣਗੇ? ਸਿੱਖ ਨੇ ਕਿਹਾ ਜ਼ਰੂਰ ਕੱਟ ਦੇਣਗੇ। ਕਹਿਣ ਲੱਗੇ ਫਿਰ ਤੇਰੇ ਗੁਰੂ ਨੂੰ ਯਾਦ ਕਿਵੇਂ ਕਰੀਏ, ਸਾਨੂੰ ਤੇ ਗੁਰੂ ਮਨਾਉਣਾ ਨਹੀਂ ਆਉਂਦਾ। ਤੇ ਕਹਿਣਾ ਕੀਤਾ ਜਿਤਨੀ ਬਾਣੀ ਦੀ ਸਮਝ ਲੱਗਦੀ ਏ, ਜਿੱਥੇ ਵੀ ਸਤਿਗੁਰੂ ਜੀ ਨੂੰ ਯਾਦ ਕਰੀਏ ਸਤਿਗੁਰੂ ਜੀ ਆਣ ਪੁੱਜਦੇ ਨੇ। ਜਿੱਥੇ ਵੀ ਸਤਿਗੁਰੂ ਜੀ ਨੂੰ ਪ੍ਰੇਮ ਦੇ ਨਾਲ ਆਰਾਧੀਏ ਸਤਿਗੁਰੂ ਜੀ ਆਣ ਪੁੱਜਦੇ ਨੇ। ਤੁਸੀਂ ਇੱਥੇ ਜੇਲ੍ਹ ਦੇ ਵਿੱਚ ਹੀ ਗੁਰੂ ਦੇ ਨਾਮ ਨੂੰ ਆਰਾਧਨਾ ਕਰੋ, ਧਿਆਉਣਾ ਕਰੋ, ਸਤਿਗੁਰੂ ਜੀ ਦਾ ਮਨ ਮੰਨ ਗਿਆ ਤੇ ਤੁਹਾਡੇ ਆਣ ਬੰਧਨ ਕੱਟਣਗੇ। ਸਤਿਗੁਰੂ ਜੀ ਦੇ ਭਾਵਨਾ ਬਣ ਆਈਏ, ਸਤਿਗੁਰੂ ਜੀ ਦੀ ਗੁਰਬਾਣੀ ਤੇ ਭਾਵਨਾ ਬਣ ਆਈਏ। ਹੋਰ ਤੇ ਕੋਈ ਬਾਣੀ ਪੜ੍ਹਨੀ ਨਹੀਂ ਜਾਣਦੇ, ਪਰ ਸਾਧ ਸੰਗਤ ਜੀ ਦੋਵੇਂ ਰਾਜੇ ਇਸੇ ਹੀ ਪੰਕਤੀ ਨੂੰ ਪੜ੍ਹੀ ਜਾਂਦੇ ਨੇ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਸਤਿਗੁਰ ਸਿੱਖ ਕੇ ਬੰਧਨ ਕਾਟੈ। ਇੱਕੇ ਹੀ ਪੰਕਤੀ ਨੂੰ ਮਨ ਦੇ ਵਿੱਚ ਵਿਸ਼ਵਾਸ ਰੱਖ ਕੇ, ਦ੍ਰਿੜ ਨਿਸ਼ਚਾ ਰੱਖ ਕੇ ਪੜ੍ਹੀ ਜਾਂਦੇ ਨੇ ਕਿ ਸਤਿਗੁਰੂ ਜੀ ਸਾਡੇ ਬੰਧਨ ਕੱਟ ਦੇਣਗੇ। ਇਤਿਹਾਸ ਵਿੱਚ ਬਚਨ ਆਉਂਦਾ 40 ਦਿਨ ਇਹਨਾਂ ਨੂੰ ਬਤੀਤ ਹੋ ਗਏ, ਨੇਤਰ ਬੰਦ ਕਰ ਲੈਂਦੇ ਨੇ, ਚੌਂਕੜੇ ਮਾਰ ਲੈਂਦੇ ਨੇ। ਸਤਿਗੁਰੂ ਜੀ ਦਾ ਧਿਆਨ, ਸਤਿਗੁਰੂ ਜੀ ਦੇ ਪਿਆਰ ਦੇ ਨਾਲ ਹਿਰਦੇ ਵਿੱਚ ਧਾਰਨ ਕਰਕੇ ਪੰਕਤੀ ਪੜ੍ਹੀ ਜਾਂਦੇ ਨੇ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਸਤਿਗੁਰ ਸਿੱਖ ਕੇ ਬੰਧਨ ਕਾਟੈ। ਤੇ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਤਿੰਨਾਂ ਦੇ ਹਿਰਦੇ ਦਾ ਪਿਆਰ ਤੇ ਭਾਵਨਾ ਦੇਖ ਕਰਕੇ ਪੂਨੇ ਸਤਾਰੇ ਦੇ ਕਿਲੇ ਦੇ ਵਿੱਚ ਘੋੜੇ ਤੇ ਚੜੇ ਚੜਾਏ ਪ੍ਰਗਟ ਹੋਏ ਨੇ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ 30 ਸਾਲ ਹੋ ਗਏ ਸਨ ਸੱਚਖੰਡ ਪਿਆਨਾ ਕੀਤਿਆਂ ਨੂੰ। 1708 ਈਸਵੀ ਦੇ ਵਿੱਚ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸੱਚਖੰਡ ਗਮਨ ਕਰ ਗਏ ਤੇ ਸਾਧ ਸੰਗਤ ਜੀ 1738 ਈਸਵੀ ਦੀ ਇਹ ਵਾਰਤਾ ਹੈ ਸਾਰੀ ਸਾਖੀ ਵਾਲੀ। 30 ਸਾਲ ਹੋ ਗਏ ਸੱਚਖੰਡ ਸਤਿਗੁਰੂ ਜੀ ਨੂੰ ਬਿਰਾਜਿਆਂ, ਪਰ ਤਿੰਨਾਂ ਦੀ ਭਾਵਨਾ ਦੇਖ ਕਰਕੇ ਘੋੜੇ ਤੇ ਚੜੇ ਚੜਾਏ ਪੂਨੇ ਸਤਾਰੇ ਦੀ ਜੇਲ੍ਹ ਦੇ ਅੰਦਰ ਪ੍ਰਗਟ ਹੋਏ ਨੇ। ਘੋੜੇ ਦੇ ਟਾਪਾਂ ਦੀ ਪੌੜਾਂ ਦੀ ਆਵਾਜ਼ ਆਈ ਏ। ਰਾਜਿਆਂ ਨੇ ਦੇਖਣਾ ਕੀਤਾ ਹੈ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਬਚਨ ਆਉਂਦਾ ਹੈ ਤੇ ਇਸ ਵੇਲੇ ਇੱਕ ਰਾਜਾ ਲੰਮਾ ਪਿਆ ਸੀ ਤੇ ਇੱਕ ਬੈਠਾ ਹੋਇਆ ਸਿਮਰਨ ਕਰ ਰਿਹਾ ਸੀ। ਜਿਸ ਵੇਲੇ ਘੋੜੇ ਦੀਆਂ ਟਾਪਾਂ ਦੀ ਆਵਾਜ਼ ਆਈ ਏ, ਸਾਹਮਣੇ ਸਤਿਗੁਰੂ ਜੀ ਦੇ ਦੀਦਾਰ ਹੋਏ ਨੇ। ਹਿਲਾ ਕਰਕੇ ਤਿਸ ਨੂੰ ਉਠਾਇਆ ਹੈ, ਦੇਖੋ ਬਾਹਰ ਕੋਈ ਆਇਆ ਹੈ। ਉੱਠ ਕਰਕੇ ਸਨਮਾਨ ਦੇ ਨਾਲ ਦੋਵੇਂ ਖੜੇ ਹੋ ਗਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਦਮਕਦਾ ਨੂਰਾਨੀ ਮੁਖ ਦੇਖ ਕਰਕੇ ਅਨੁਮਾਨ ਲਗਾਉਂਦੇ ਨੇ ਐਸਾ ਪ੍ਰਤਾਪ ਵਾਲਾ ਕੌਣ ਹੋ ਸਕਦਾ ਹੈ। ਐਵੇਂ ਘੋੜੇ ਦੇ ਉੱਪਰ ਚੜਿਆ ਚੜਾਇਆ ਜੇਲ੍ਹ ਦੇ ਅੰਦਰ ਕੌਣ ਆ ਸਕਦਾ ਹੈ। ਅਨੁਮਾਨ ਲਗਾਵਣਾ ਕਰਦੇ ਨੇ। ਆਪਣੇ ਆਪ ਸ਼ਰਧਾ ਦੇ ਨਾਲ ਹੱਥ ਜੁੜ ਗਏ, ਨੇਤਰ ਨੀਵੇਂ ਹੋ ਗਏ, ਸਤਿਕਾਰ ਦੇ ਨਾਲ ਸੀਸ ਝੁਕ ਗਏ ਤੇ ਫਿਰ ਬੇਨਤੀ ਕਰਕੇ ਪੁੱਛਦੇ ਨੇ ਆਪ ਜੀ ਕੌਣ ਹੋ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬਚਨ ਕਰਨਾ ਕੀਤਾ, ਰਾਜਿਓ ਅਸੀਂ ਉਹੀ ਆ ਜਿਨ੍ਹਾਂ ਨੂੰ ਤੁਸੀਂ ਰਾਤ ਦਿਨ ਯਾਦ ਕਰਦੇ ਹੋ। ਹਿਰਦੇ ਉਤਸ਼ਾਹ ਦੇ ਨਾਲ ਭਰ ਗਏ। ਹਿਰਦੇ ਦਾ ਪਿਆਰ, ਪਿਆਰ ਦੇ ਹੰਝੂ ਬਣ ਕਰਕੇ ਨੇਤਰਾਂ ਦੇ ਵਿੱਚ ਉਛਲ ਪਿਆ। ਸੁੱਚੇ ਮੋਤੀਆਂ ਵਰਗੇ ਪਿਆਰ ਦੇ ਹੰਝੂ ਨੇਤਰਾਂ ਚੋਂ ਡਿੱਗਦੇ ਨੇ। ਫਿਰ ਪੁੱਛਦੇ ਨੇ ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹੋ? ਗਰੀਬ ਨਿਵਾਜ ਸਾਡੇ ਬੰਧਨਾਂ ਨੂੰ ਕੱਟਣ ਵਾਸਤੇ ਆਏ ਹੋ? ਗਰੀਬ ਨਿਵਾਜ ਸਤਿਗੁਰੂ ਜੀ ਨੂੰ ਬੇਨਤੀ ਕਰਦੇ ਨੇ ਤੇ ਨਾਲ ਕਹਿਣਾ ਕਰਦੇ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸਾਡੇ ਜੋ ਇਹ ਬੰਧਨ ਪਏ ਨੇ ਇਹ ਕਿਵੇਂ ਟੁੱਟ ਜਾਣ, ਕਿਰਪਾਲਤਾ ਕਰਕੇ ਬੰਧਨ ਕੱਟੋ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ, ਆਪਣੇ ਬੰਧਨਾਂ ਵੱਲ ਨਿਗਾਹ ਮਾਰੋ, ਟੁੱਟ ਜਾਣਗੇ। ਤੇ ਸਾਧ ਸੰਗਤ ਜੀ ਬਾਲਾ ਰਾਓ ਤੇ ਰੁਸਤਮ ਰਾਓ ਦੋਵਾਂ ਰਾਜਿਆਂ ਨੇ ਆਪਣੇ ਬੰਧਨਾਂ ਵੱਲ, ਬੇੜੀਆਂ ਵੱਲ ਵੇਖਿਆ ਤੇ ਬੇੜੀਆਂ ਆਪਣੇ ਆਪ ਟੁੱਟ ਗਈਆਂ। ਹੱਥ ਕੜੀਆਂ ਵੱਲ ਦੇਖਿਆ ਤੇ ਹੱਥ ਕੜੀਆਂ ਟੁੱਟ ਗਈਆਂ। ਜੇਲ੍ਹ ਦੇ ਤਾਲੇ ਵੱਲ ਵੇਖਿਆ, ਤਾਲਾ ਟੁੱਟ ਗਿਆ। ਸਤਿਗੁਰੂ ਜੀ ਦੇ ਆਉਣ ਦੇ ਨਾਲ ਹੀ ਪਹਿਰੇਦਾਰ ਸਾਰੇ ਬੇਹੋਸ਼ ਹੋ ਗਏ। ਹੁਣ ਜਿਸ ਵੇਲੇ ਬੰਧਨ ਟੁੱਟ ਗਏ ਤੇ ਦੋਵੇਂ ਰਾਜੇ ਦੌੜ ਕਰਕੇ ਸਤਿਗੁਰੂ ਜੀ ਵੱਲ ਨੂੰ ਵਧੇ ਨੇ। ਇੱਕ ਰਾਜੇ ਨੇ ਸਤਿਗੁਰੂ ਜੀ ਦਾ ਸੱਜਾ ਚਰਨ ਪਕੜ ਲਿਆ, ਦੂਸਰੇ ਨੇ ਖੱਬਾ ਪਕੜ ਲਿਆ। ਘੋੜੇ ਤੇ ਚੜੇ ਨੇ ਸਤਿਗੁਰੂ ਜੀ, ਰਕਾਬਾਂ ਦੇ ਸਮੇਤ ਚਰਨ ਪਕੜ ਕਰਕੇ ਆਪਣਾ ਮਸਤਕ ਉੱਤੇ ਰੱਖ ਦਿੱਤਾ ਹੈ। ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ ਹੈ। ਹਿਰਦੇ ਪਿਆਰ ਦੇ ਨਾਲ ਭਰੇ ਨੇ। ਸਤਿਗੁਰੂ ਜੀ ਦੇ ਚਰਨਾਂ ਦੀ ਚਰਨ ਛੋਹ ਹੀ ਪ੍ਰਾਪਤ ਹੋਈ। ਮਾਨੋ ਇਹਨਾਂ ਦੀ ਦੁਨੀਆ ਬਦਲ ਗਈ, ਬੱਜਰ ਕਪਾਟ ਖੁੱਲ ਗਏ। ਗਰੀਬ ਨਿਵਾਜ ਸਾਹਿਬ ਜੀ ਨੂੰ ਬਾਰ-ਬਾਰ ਬੇਨਤੀਆਂ ਕਰਦੇ, ਸਤਿਗੁਰੂ ਜੀ ਸਰਬ ਕਲਾ ਸਮਰੱਥ ਹੋ, ਸਤਿਗੁਰੂ ਜੀ ਪਰਮ ਪੁਰਖ ਪਰਮਾਤਮਾ ਹੋ, ਆਪ ਜੀ ਵਰਗਾ ਕੋਈ ਹੋਰ ਨਹੀਂ ਹੋ ਸਕਦਾ ਜਿਨ੍ਹਾਂ ਨੇ ਆ ਕਰਕੇ ਜੇਲ੍ਹ ਦੇ ਅੰਦਰ ਸਾਡੇ ਬੰਧਨ ਕੱਟੇ ਨੇ। ਸਤਿਗੁਰੂ ਜੀ ਨੇ ਬਚਨ ਕਰਨਾ ਕੀਤਾ, ਰਾਜਿਓ ਚਲੋ ਫਿਰ ਤੁਹਾਨੂੰ ਕੈਦ ਦੇ ਵਿੱਚੋਂ ਲੈ ਚੱਲੀਏ, ਘੋੜੇ ਦੀਆਂ ਰਕਾਬਾਂ ਪਕੜ ਲਵੋ। ਇੱਕ ਰਾਜੇ ਨੇ ਘੋੜੇ ਦੀ ਖੱਬੀ ਰਕਾਬ, ਦੂਸਰੇ ਨੇ ਸੱਜੀ ਪਕੜੀਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਿੰਨਾਂ ਨੂੰ ਜੇਲ੍ਹ ਦੇ ਵਿੱਚੋਂ ਲੈ ਜਾਣ ਲੱਗੇ ਨੇ। ਤੇ ਫਿਰ ਸਤਿਗੁਰੂ ਜੀ ਨੇ ਸ਼ੇਰ ਵਾਂਗੂ ਦਹਾੜ ਕੇ
ਬੱਦਲ ਵਰਗੀ ਗਰਜਵੀਂ ਆਵਾਜ਼ ਦੇ ਵਿੱਚ ਕਹਿਣਾ ਕੀਤਾ ਪਹਿਰੇਦਾਰਾਂ ਨੂੰ ਲਲਕਾਰ ਕਰਕੇ, ਮਤਾ ਕਿਤੇ ਆਖਿਓ ਕਲਗੀਧਰ ਜੀ ਇਹਨਾਂ ਨੂੰ ਚੋਰਾਂ ਵਾਂਗੂ ਚੋਰੀ ਲੈ ਗਏ, ਲਲਕਾਰ ਕਰਕੇ ਲੈ ਚੱਲੇ ਆ, ਜੇ ਤੁਹਾਡੇ ਵਿੱਚੋਂ ਕੋਈ ਇਹਨਾਂ ਨੂੰ ਫੜਦੇ ਸਮਰੱਥ ਹੈ ਤੇ ਫੜ ਲਵੋ। ਪਹਿਰੇਦਾਰ ਜਾਗੇ ਨੇ, ਆਪਣੇ ਸ਼ਸਤਰ ਸੰਭਾਲੇ ਨੇ, ਦੌੜੇ ਨੇ ਰਾਜਿਆਂ ਨੂੰ ਪਕੜਨ ਵਾਸਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਕਾਸ਼ ਮਾਰਗ ਰਾਹੀਂ ਘੋੜੇ ਨੂੰ ਉਡਾਇਆ ਹੈ ਤੇ ਸਾਧ ਸੰਗਤ ਜੀ ਮਨਮਾੜ ਸਾਹਿਬ ਵਾਲੇ ਅਸਥਾਨ ਤੇ ਆਣ ਉਤਰੇ ਨੇ। ਪਹਿਰੇਦਾਰ ਤੱਕਦੇ ਹੀ ਰਹਿ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਣ ਉਤਾਰਿਆ, ਰਾਜਿਓ ਜਾਓ ਆਪਣੇ ਆਪਣੇ ਰਾਜ ਦੇ ਵਿੱਚ ਜਾ ਕਰਕੇ ਆਪਣਾ ਰਾਜ ਸੰਭਾਲੋ। ਤੇ ਇਸ ਵੇਲੇ ਰਾਜੇ ਬੜੇ ਡਰੇ ਨੇ, ਬੜੇ ਖੌਫਜ਼ਦਾ ਨੇ। ਮਹਾਰਾਜ ਤੁਸਾਂ ਸਾਨੂੰ ਕੈਦ ਦੇ ਵਿੱਚੋਂ, ਜੇਲ੍ਹ ਦੇ ਵਿੱਚੋਂ ਕੱਢ ਦੇ ਲਿਆ, ਪਰ ਇਹ ਹਾਕਮ ਬੜਾ ਜਰਵਾਣਾ, ਇਸਨੇ ਸਾਨੂੰ ਛੱਡਣਾ ਨਹੀਂ, ਇਸਨੇ ਸਾਨੂੰ ਫਿਰ ਫੜ ਲੈਣਾ, ਫਿਰ ਕਿਤੇ ਪਕੜ ਕਰਕੇ ਮਤਾ ਕੈਦ ਵਿੱਚ ਹੀ ਨਾ ਪਾ ਲਵੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਬਚਨ ਕੀਤਾ, ਸਾਡੇ ਅਸਥਾਨ ਅਬਚਲ ਨਗਰ ਸਾਹਿਬ ਚਲੇ ਜਾਓ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਸਾਧ ਸੰਗਤ ਜੀ ਜਿੱਥੇ ਦੀਆਂ ਆਪ ਜੀਆਂ ਹਾਜ਼ਰੀਆਂ ਭਰ ਰਹੇ ਹੋ। ਬਚਨ ਕਰਨਾ ਕੀਤਾ, ਉੱਥੇ ਜਾ ਕਰਕੇ ਮਾਈ ਭਾਗੋ ਨੂੰ ਸਾਡਾ ਸੰਦੇਸ਼ਾ ਦੇਣਾ, ਤੁਹਾਡੇ ਨਾਲ ਚਲੀ ਜਾਵੇਗੀ, ਤੁਹਾਡੀ ਰਖਵਾਲੀ ਕਰੇਗੀ, ਕੋਈ ਰਾਜਾ ਤੁਹਾਡੇ ਉੱਪਰ ਹਮਲਾ ਕਰਕੇ ਨਹੀਂ ਆਵੇਗਾ, ਜੇਕਰ ਆਇਆ ਤੇ ਫਿਰ ਮਾਈ ਭਾਗੋ ਆਪੇ ਹੀ ਦੇਖ ਲਵੇਗੀ। ਨਾਲੇ ਜਾ ਕਰਕੇ ਤੁਹਾਡੇ ਆਜ਼ਾਦ ਕਰਾਉਣ ਦੀ ਜਿਹੜੀ ਵਾਰਤਾ ਹੈ, ਅਬਚਲ ਨਗਰ ਸਾਹਿਬ ਸੱਚਖੰਡ ਹਜ਼ੂਰ ਸਾਹਿਬ ਜਾ ਕਰਕੇ ਸਿੱਖਾਂ ਨੂੰ ਦੱਸੋ, ਜਾ ਕਰਕੇ ਸਿੱਖਾਂ ਨੂੰ ਧਰਵਾਸ ਦਿਓ। ਸਤਿਗੁਰੂ ਜੀ ਕਿਧਰੇ ਦੂਰ ਨਹੀਂ, ਸਦਾ ਹੀ ਅੰਗ ਸੰਗ ਨੇ, ਜਿੱਥੇ ਪਿਆਰ ਦੇ ਨਾਲ ਯਾਦ ਕਰੀਏ ਉੱਥੇ ਹੀ ਹਾਜ਼ਰ ਹੋ ਜਾਂਦੇ ਨੇ। ਤੇ ਸਾਧ ਸੰਗਤ ਜੀ ਫਿਰ ਰਾਜਾ ਜੋ ਕਿ ਬਾਲਾ ਰਾਓ ਤੇ ਰੁਸਤਮ ਰਾਓ ਹੈ, ਚੱਲ ਕਰਕੇ ਇੱਥੇ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਤੇ ਪੁੱਜੇ ਨੇ। ਆ ਕਰਕੇ ਸਾਰੀਆਂ ਸੰਗਤਾਂ ਤੇ ਸਿੱਖਾਂ ਨੂੰ ਸਤਿਗੁਰੂ ਜੀ ਦਾ ਪ੍ਰਸੰਗ ਸੁਣਾਇਆ ਹੈ ਕਿ ਸਤਿਗੁਰੂ ਜੀ ਨੇ ਕਿਵੇਂ ਤਿੰਨਾਂ ਦੇ ਬੰਧਨ ਕੱਟ ਕਰਕੇ ਤਿੰਨਾਂ ਨੂੰ ਬੰਧਨ ਮੁਕਤ ਕੀਤਾ ਹੈ। ਫਿਰ ਬੀਬੀ ਭਾਗੋ ਜੀ ਨੂੰ, ਮਾਈ ਭਾਗੋ ਜੀ ਨੂੰ ਬੇਨਤੀ ਕੀਤੀ ਹੈ। ਮਾਈ ਭਾਗੋ ਜੀ ਜਨਵਾੜੇ ਤਿੰਨਾਂ ਦੇ ਨਾਲ ਗਏ ਨੇ। ਉੱਥੇ ਜਾ ਕਰਕੇ ਤਿੰਨਾਂ ਨੇ ਗੁਰਸਿੱਖੀ ਦਾ ਵੱਡਾ ਭਾਰੀ ਪ੍ਰਚਾਰ ਕੀਤਾ ਹੈ ਤੇ ਰਾਤ ਦਿਨ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਰਹੇ। ਅੰਤਮ ਸਮੇਂ ਆਪਣਾ ਸਰੀਰ ਵੀ ਮਾਤਾ ਜੀ ਨੇ ਉੱਥੇ ਹੀ ਛੱਡਿਆ। ਉੱਥੇ ਉਹਨਾਂ ਦੀ ਯਾਦ ਦੇ ਅੰਦਰ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ, ਬਾਬਾ ਨਰਿੰਦਰ ਸਿੰਘ ਜੀ, ਬਾਬਾ ਬਲਵਿੰਦਰ ਸਿੰਘ ਜੀ ਮਹਾਂਪੁਰਖਾਂ ਨੇ ਕਿਲੇ ਨੂਮਾ ਬੜਾ ਆਲੀਸ਼ਾਨ ਗੁਰ ਅਸਥਾਨ ਬਣਾਇਆ ਹੋਇਆ ਹੈ। ਇਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਗੁਰਸਿੱਖਾਂ ਦੇ ਪ੍ਰਤੱਖ ਬੰਧਨ ਵੀ ਕੱਟਣ ਵਾਲੇ ਨੇ। ਕੈਦ ਦੇ ਬੰਧਨ ਕੱਟ ਦਿੰਦੇ ਨੇ, ਜੇਲਾਂ ਦੇ ਬੰਧਨ ਕੱਟ ਦਿੰਦੇ ਨੇ, ਸਾਧ ਸੰਗਤ ਜੀ ਵਿਕਾਰਾਂ ਦੇ ਬੰਧਨ ਕੱਟ ਦਿੰਦੇ ਨੇ, ਜੰਮਾਂ ਦੀਆਂ ਫਾਹੀਆਂ ਕੱਟ ਦਿੰਦੇ ਨੇ, ਕਾਲ ਦੀ ਫਾਹੀ ਕੱਟ ਦਿੰਦੇ ਨੇ। ਜੰਮਣ ਮਰਨ ਦੇ ਵਿੱਚ ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਨਹੀਂ ਆਉਣ ਦਿੰਦੇ ਹਨ ਜੀ। ਸਤਿਗੁਰੂ ਜੀ ਕਿਰਪਾਲਤਾ ਕਰਕੇ ਆਪਣੇ ਬਚਨਾਂ ਦੇ ਨਾਲ, ਦਇਆ ਦ੍ਰਿਸ਼ਟੀ ਦੇ ਨਾਲ, ਆਪਣੇ ਉਪਦੇਸ਼ਾਂ ਦੇ ਨਾਲ ਜਿਹੋ ਜਿਹਾ ਬੰਧਨ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹੋ ਜਿਹੀ ਜੁਗਤ ਬਣਾ ਕਰਕੇ ਬੰਧਨ ਨੂੰ ਕੱਟ ਦਿੰਦੇ ਨੇ। ਸਾਰੇ ਹੀ ਬੰਧਨਾਂ ਦੇ ਕੱਟਣਹਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਰਬ ਕਲਾ ਸਮਰੱਥ ਹਨ ਜੀ। ਗੁਰ ਕਾ ਸਿੱਖ ਵਿਕਾਰ ਤੇ ਹਟੈ। ਇਸ ਪ੍ਰਕਾਰ ਜੋ ਸਤਿਗੁਰੂ ਜੀ ਦਾ ਸਿੱਖ ਹੈ ਨਾ, ਗੁਰੂ ਉਪਦੇਸ਼ ਨੂੰ ਪ੍ਰਾਪਤ ਕਰਕੇ ਵਿਕਾਰਾਂ ਵੱਲੋਂ ਹਟ ਜਾਂਦਾ ਹੈ। ਮਹਾਰਾਜ ਸਾਹਿਬ ਜੀ ਉਸ ਸਿੱਖ ਦੀ ਪਛਾਣ ਕੀ ਹੈ? ਕਿਵੇਂ ਪਤਾ ਲੱਗੇ ਕਿ ਸਿੱਖ ਦੇ ਬੰਧਨ ਕੱਟੇ ਗਏ ਨੇ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਪਿਆਰਿਓ ਨਿਸ਼ਾਨੀ ਇਹ ਹੈ ਕਿ ਜਿਸ ਦੇ ਬੰਧਨ ਕੱਟੇ ਜਾਂਦੇ ਨੇ ਉਸ ਦਾ ਜੀਵਨ ਨਿਰਵਿਕਾਰ ਹੋ ਜਾਂਦਾ ਹੈ। ਜੇ ਜੀਵਨ ਵਿਕਾਰੀ ਹੈ, ਜੀਵਨ ਦੇ 'ਚ ਮੰਦ ਕਰਮ ਹੈ, ਤੇ ਸਮਝ ਲਓ ਅਜੇ ਬੰਧਨ ਪਏ ਨੇ, ਅਜੇ ਬੰਧਨ ਮੁਕਤ ਹੋਇਆ ਨਹੀਂ। ਇਹ ਮੰਦ ਕਰਮ ਵੀ ਤੇ ਬੰਧਨ ਨੇ ਨਾ, ਬੰਧਨਾਂ ਦਾ ਮੂਲ ਹੀ ਮੰਦ ਕਰਮ ਨੇ। ਉਸ ਦੇ ਜਿਉਂਦੇ ਜੀ ਬੰਧਨ ਕੱਟੇ ਗਏ ਜਾਣੋ, ਉਸ ਨੂੰ ਜੀਵਤ ਮੁਕਤ ਜਾਣੋ। ਸਤਿਗੁਰੂ ਜੀ ਨੇ ਸਾਰੇ ਮਾਇਆ ਦੇ ਬੰਧਨ ਕੱਟ ਕੇ ਜੀਵਨ ਮੁਕਤੀ ਦੀ ਦਾਤ ਪ੍ਰਦਾਨ ਕੀਤੀ ਜਾਣੋ, ਜਿਹੜਾ ਗੁਰੂ ਕਾ ਸਿੱਖ ਵਿਕਾਰਾਂ ਵੱਲੋਂ ਹਟ ਜਾਂਦਾ ਹੈ। ਤੇ ਮਹਾਰਾਜ ਜਦੋਂ ਅਜੇ ਵਿਕਾਰਾਂ ਵੱਲੋਂ ਮਨ ਨਹੀਂ ਹਟਿਆ ਤੇ ਕੀ ਜਾਣੀਏ ਬੰਧਨ ਨਹੀਂ ਕੱਟੇ ਗਏ। ਤੇ ਪਾਤਸ਼ਾਹ ਜੀ ਫਰਮਾਉਂਦੇ ਨੇ, ਗੁਰੂ ਕਾ ਸਿੱਖ ਵਿਕਾਰ ਤੇ ਹਟ ਹੈ। ਗੁਰੂ ਕੇ ਸਿੱਖ ਨੂੰ ਚਾਹੀਦਾ ਹੈ ਵਿਕਾਰਾਂ ਵੱਲੋਂ ਹਟ ਜਾਵੇ, ਮੰਦ ਕਰਮਾਂ ਵੱਲੋਂ ਆਪਣੇ ਮਨ ਨੂੰ ਗੁਰੂ ਉਪਦੇਸ਼ ਦੁਆਰਾ ਮੋੜ ਨਾ ਕਰੇ। ਇਸ ਪ੍ਰਕਾਰ ਸਤ ਸੰਗਤ ਵਿੱਚ ਆਉਂਦਿਆਂ ਹੋਇਆਂ ਵੀ ਮਨ ਨੂੰ ਨਿਰਮਲ ਰੱਖੇ। ਕਦੇ ਇਹ ਨਾ ਜਣਾਵੇ ਮੈਂ ਵੱਡਾ ਸਿੱਖ ਹਾਂ, ਮੈਂ ਵੱਡਾ ਪ੍ਰਵਚਨ ਕਰਤਾ ਹਾਂ, ਮੈਂ ਵੱਡਾ ਕਥਾਕਾਰ ਹਾਂ, ਮੈਂ ਵੱਡਾ ਰਾਗੀ ਹਾਂ, ਮੈਂ ਵੱਡਾ ਗੁਣੀ ਹਾਂ, ਮੈਂ ਹੀ ਵੱਡਾ ਸੇਵਾਦਾਰ ਹਾਂ, ਮੈਂ ਬਹੁਤਾ ਅਕਲਮੰਦ ਹਾਂ, ਮੇਰੀ ਬਹੁਤੀ ਸੇਵਾ ਹੈ। ਇਵੇਂ ਨਾ ਕਦੇ ਵੀ ਜਾਣੇ, ਬਲਕਿ ਸਾਰੇ ਵਿਕਾਰਾਂ ਨੂੰ ਛੱਡ ਕਰਕੇ ਸਦਾ ਨਿਮਰਤਾ ਨੂੰ ਧਾਰਨ ਕਰਕੇ ਰੱਖੇ। ਨਿਮਰਤਾ ਰੂਪੀ ਗਹਿਣੇ ਨੂੰ ਸਦਾ ਧਾਰਨ ਕਰਕੇ ਰੱਖੇ, ਅਥਵਾ ਨਿਮਰਤਾ ਰੂਪੀ ਸੰਜੋਗ ਨੂੰ ਸਦਾ ਧਾਰਨ ਕਰਕੇ ਰੱਖੇ, ਜਿਸ ਨੂੰ ਧਾਰਨ ਕਰਨੇ ਦੇ ਨਾਲ ਫਿਰ ਵਿਕਾਰਾਂ ਦੇ ਬਾਣ, ਕਾਮ ਇਤਿਆਦਿਕ ਦੇ ਤੀਰ ਸਰੀਰ ਦੇ ਉੱਪਰ, ਦੇਹੀ ਦੇ ਉੱਪਰ ਅਸਰ ਹੀ ਨਹੀਂ ਕਰਦੇ।
ਇਸ ਪ੍ਰਕਾਰ ਗੁਰਸਿੱਖ ਨੂੰ ਚਾਹੀਦਾ ਵਿਕਾਰਾਂ ਦੇ ਵੱਲੋਂ ਹਟ ਜਾਵੇ। ਜਦੋਂ ਵਿਕਾਰਾਂ ਦੇ ਵੱਲੋਂ ਹਟਦਾ ਗੁਰੂ ਉਪਦੇਸ਼ ਦੀ ਕਮਾਈ ਕਰਦਾ ਹੈ, ਸਤਿਗੁਰੂ ਜੀ ਸਾਰੇ ਬੰਧਨਾਂ ਨੂੰ ਕੱਟ ਦਿੰਦੇ ਹਨ। ਸਤਿਗੁਰ ਸਿੱਖ ਕਉ ਨਾਮ ਧਨ ਦੇ। ਗਰੀਬ ਨਿਵਾਜ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਆ ਗੁਰਸਿੱਖਾਂ ਨੂੰ ਨਾਮ ਰੂਪੀ ਧਨ ਦੇ ਕਰਕੇ ਦੌਲਤਮੰਦ ਬਣਾ ਦਿੰਦੇ ਨੇ, ਤਿੰਨਾਂ ਨੂੰ ਧਨਾੜ ਬਣਾ ਦਿੰਦੇ ਨੇ, ਸੱਚੇ ਸ਼ਾਹੂਕਾਰ ਬਣਾ ਦਿੰਦੇ ਨੇ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪਰਵਾਨ ਗਣੀ ਸੇ ਇਹ ਆਏ, ਸਫਲ ਤਿਨਾ ਕੇ ਕਾਮਾ। ਉਹ ਸੱਚੇ ਸ਼ਾਹੂਕਾਰ ਵੱਡੇ ਧਨਾੜ ਕਹੇ ਜਾਂਦੇ ਨੇ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਨਾਮ ਰੂਪੀ ਧਨ ਵਸਦਾ ਹੈ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣਿਆਂ ਸਿੱਖਾਂ ਨੂੰ ਨਾਮ ਰੂਪੀ ਖਜ਼ਾਨਾ, ਨਾਮ ਰੂਪੀ ਧਨ ਬਖਸ਼ ਕਰਕੇ ਖਜ਼ਾਨਿਆਂ ਦੇ ਮਾਲਕ ਬਣਾ ਦਿੰਦੇ ਨੇ। ਹਿਰਦੇ ਰੂਪੀ ਖਜ਼ਾਨੇ ਨੂੰ ਨਾਮ ਰੂਪੀ ਧਨ ਦੇ ਨਾਲ ਲਬਾ ਲਬ ਭਰ ਦੇਣਾ ਕਰਦੇ ਨੇ। ਇਸ ਪ੍ਰਕਾਰ ਸਤਿਗੁਰ ਸਿੱਖ ਕਉ ਨਾਮ ਧਨ ਦੇ। ਬਾਕੀ ਦੀਆਂ ਵਸਤੂਆਂ ਬਾਜ਼ਾਰ ਚੋਂ ਮਿਲ ਜਾਂਦੀਆਂ ਨੇ, ਸੰਸਾਰ ਚੋਂ ਮਿਲ ਜਾਂਦੀਆਂ ਨੇ, ਦੁਕਾਨਾਂ ਤੋਂ, ਹੱਟੀਆਂ ਤੋਂ, ਸ਼ੋਰੂਮਾਂ ਚੋਂ ਮਿਲ ਜਾਂਦੀਆਂ ਨੇ, ਪਰ ਨਾਮ ਰੂਪੀ ਵਸਤੂ ਐਸੀ ਏ, ਨਾਮ ਪਦਾਰਥ ਐਸਾ ਜਿਹੜਾ ਕਿਤੇੋਂ ਵੀ ਨਹੀਂ ਮਿਲਦਾ, ਜਿਹੜਾ ਸਾਰੇ ਸੰਸਾਰ ਵਾਸਤੇ ਅਲੱਭ ਪਦਾਰਥ ਹੈ, ਦੁਰਲੱਭ ਹੈ, ਫਿਰ ਬੇਸ਼ਕੀਮਤਾ ਏ, ਅਮੁੱਲਕ ਹੈ, ਕਿਸੇ ਕੀਮਤ ਨਾਲ ਕਿਤੇੋਂ ਵੀ ਪ੍ਰਾਪਤ ਨਹੀਂ ਨਾ ਹੁੰਦਾ। ਸਤਿਗੁਰੂ ਜੀ ਦਇਆ ਕਰਕੇ ਆਪਣੇ ਗੁਰਸਿੱਖਾਂ ਨੂੰ ਨਾਮ ਰੂਪੀ ਧਨ ਦਾਨ ਦੇ ਵਿੱਚ ਹੀ ਦੇ ਦਿੰਦੇ ਨੇ, ਕਿਉਂਕਿ ਸਿੱਖ ਦੇ ਕੋਲ ਮੁੱਲ ਤੇ ਹੈ ਨਹੀਂ, ਕੀਮਤ ਤੇ ਹੈ ਨਹੀਂ ਨਾਮ ਦੀ ਕਿ ਮੁੱਲ ਤਾਰ ਕੇ ਨਾਮ ਮੁੱਲ ਲੈ ਲਵੇ। ਅਮੁੱਲਕ ਹੋਣ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾਨ ਹੀ ਦੇ ਦਿੰਦੇ ਨੇ ਸਿੱਖਾਂ ਨੂੰ। ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਸਾਰੇ ਦਾਨ ਸਤਿਗੁਰੂ ਜੀ ਬਖਸ਼ਦੇ ਨੇ ਨਾ। ਦਾਨਾ ਸਿਰ ਦਾਨ, ਨਾਮ ਦਾਨ। ਜਿੱਥੇ ਬਾਕੀ ਦੇ ਸਾਰੇ ਦਾਨ ਬਖਸ਼ਦੇ ਨੇ, ਦਾਨਾ ਸਿਰ ਦਾਨ, ਮਹਾਦਾਨ, ਵੱਡਾ ਭਾਰੀ ਦਾਨ, ਨਾਮ ਰੂਪੀ ਦਾਨ ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਦੇ ਦਿੰਦੇ ਨੇ। ਇਸ ਪ੍ਰਕਾਰ ਨਾਮ ਰੂਪੀ ਧਨ ਦੇ ਕਰਕੇ ਧਨਾੜ ਸ਼ਾਹੂਕਾਰ ਦੇ ਦੱਦੇ ਲਾਂ ਈੜੀ ਨੂੰ ਸਿਹਾਰੀ ਹੈ। ਸਾਧ ਸੰਗਤ ਜੀ ਈੜੀ ਦੀ ਸਿਹਾਰੀ ਨਿਸ਼ਚੇ ਵਾਚਕ ਹੈ। ਭਾਈ ਨਿਸ਼ਚੇ ਦੇ ਸਹਿਤ ਜਾਣਨਾ ਕਰੋ। ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਨਾਮ ਰੂਪੀ ਧਨ ਦਾਨ ਦੇ ਵਿੱਚ ਦੇ ਦੇਣਾ ਕਰਦੇ ਹਨ। ਗੁਰ ਕਾ ਸਿੱਖ ਵੱਡ ਭਾਗੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਜੋ ਸਿੱਖ ਹੈ ਨਾ, ਉਸ ਦੀ ਵੱਡ ਭਾਗੀ ਵੱਡਾਪਣਾ ਭੱਜ ਜਾਂਦਾ ਹੈ। ਉਹ ਕਦੇ ਇਹ ਨਹੀਂ ਕਹਿੰਦਾ ਮੈਂ ਵੱਡਾ ਹਾਂ, ਉਹ ਤੇ ਸਾਰਿਆਂ ਦੀ ਚਰਨ ਧੂੜ ਬਣ ਕੇ ਰਹਿੰਦਾ ਜੀ। ਹਮ ਤੇ ਸਾਧ ਜਨਾ ਕੇ ਕੀੜੇ, ਸਾਧ ਜਨਾ ਦੇ ਚਰਨਾਂ ਦੇ ਹੇਠਾਂ ਰੋਲਣ ਵਾਲੇ ਛੋਟੇ ਛੋਟੇ ਕੀੜੇ ਆ। ਇਹ ਤੇ ਸਤਿਗੁਰੂ ਜੀ ਦੀ ਕਿਰਪਾਲਤਾ ਨਾ ਸਾਨੂੰ ਆਪਣੇ ਨਾਮ ਧਾਰੀ ਇੱਕ ਸਿੱਖ ਬਣਾ ਕਰਕੇ ਸਾਨੂੰ ਸਤਿਕਾਰ ਦੇ ਦਿੱਤਾ ਹੈ। ਨਹੀਂ ਤਾਂ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾ ਵਿਦ ਤੁਮ ਹਰ ਜਾਣ ਹੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੀਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਇਹ ਤੇ ਧੰਨ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਨੇ 10 ਜਾਮੇ ਧਾਰਨ ਕਰਕੇ, ਵੱਡੀ ਭਾਰੀ ਬਖਸ਼ਿਸ਼ ਕਰਕੇ, ਧਰਮ ਹਿਤ ਆਪਾ ਕੁਰਬਾਨ ਕਰਕੇ, 10ਵੇਂ ਜਾਮੇ ਦੇ ਵਿੱਚ ਸਾਰਾ ਸਰਬੰਸ ਕੁਰਬਾਨ ਕਰਕੇ ਸਾਨੂੰ ਆਪਣੇ ਸਿੱਖ ਸਜਾ ਲਿਆ, ਆਪਣੇ ਬਣਾ ਲਿਆ। ਸਾਨੂੰ ਸਵੈਮਾਨ ਅਣਖ ਇੱਜ਼ਤ ਦੇ ਨਾਲ ਜਗਤ ਦੇ ਅੰਦਰ ਜੀਉਣ ਦੀ ਦਾਤ ਬਖਸ਼ੀਏ। ਅੰਮ੍ਰਿਤ ਬਖਸ਼ ਕਰਕੇ ਅਮਰ ਕਰ ਦਿੱਤਾ ਹੈ। ਸਾਧ ਸੰਗਤ ਜੀ ਇਤਨੇ ਪਰਉਪਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਡੇ ਉੱਪਰ, ਜਿਤਨੇ ਸਾਡੇ ਸਰੀਰ ਦੇ ਉੱਪਰ ਰੋਮ ਨੇ ਨਾ, ਉਹਨੇ ਜਨਮ ਧਾਰ ਕੇ ਹਰ ਜਨਮ ਦੇ ਵਿੱਚ ਸਤਿਗੁਰੂ ਜੀ ਦੇ ਚਰਨਾਂ ਤੋਂ ਆਪਾਂ ਨਿਸ਼ਾਵਰ ਕਰ ਦਈਏ, ਕੁਰਬਾਨ ਕਰ ਦਈਏ ਨਾ, ਤਾਂ ਵੀ ਸਤਿਗੁਰੂ ਜੀ ਦੇ ਪਰਉਪਕਾਰਾਂ ਦਾ ਬਦਲਾ ਨਹੀਂ ਚੁਕਾ ਸਕਦੇ। ਐਸੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਵੱਡੇ ਭਾਰੀ ਪਰਉਪਕਾਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਵੱਡੀਆਂ ਭਾਰੀਆਂ ਸਿੱਖਾਂ ਨੂੰ ਦਾਤਾਂ ਦੇਣੀਆਂ ਕਰਦੇ ਨੇ। ਸੋ ਵੱਡ ਭਾਗੀ ਵੱਡ ਪੁਣੇ ਦਾ ਵੀ ਨਾਸ਼ ਕਰ ਦਿੱਤਾ। ਸਾਨੂੰ ਕੀੜਿਆਂ ਨੂੰ ਆਪਣੇ ਸਿੱਖ ਬਣਾ ਲਿਆ। ਇਸੇ ਪਰਵਰ ਵੱਡ ਭਾਗੀ ਹੈ, ਵੱਡਿਆਂ ਭਾਗਾਂ ਵਾਲਾ ਉਹ ਸਿੱਖ ਜਿਹੜਾ ਐਸੇ ਵੱਡੇ ਭਾਰੀ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਆ ਕਰਕੇ ਜੁੜਦਾ ਹੈ। ਜਿਸ ਨੇ ਐਸੇ ਵੱਡੇ ਭਾਰੀ ਸਮਰੱਥ ਸਤਿਗੁਰੂ ਜੀ ਤੋਂ ਮਾਰਗ ਦਰਸ਼ਨ ਪ੍ਰਾਪਤ ਕਰਕੇ ਗੁਰਸਿੱਖੀ ਨੂੰ ਪ੍ਰਾਪਤ ਕਰ ਲਿਆ, ਭਾਈ ਉਹ ਸਿੱਖ ਵੱਡ ਭਾਗੀ ਵੱਡਿਆਂ ਭਾਗਾਂ ਵਾਲਾ ਹੈ। ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਸਾਨੂੰ ਭੁੱਲਿਆਂ ਨੂੰ, ਭਟਕਿਆਂ ਨੂੰ, ਖਵਾਰ ਹੁੰਦਿਆਂ ਨੂੰ ਸਤਿਗੁਰੂ ਜੀ ਨੇ ਭਗਤੀ ਰੂਪੀ ਸਿੱਧੇ ਮਾਰਗ ਦੇ ਉੱਪਰ ਪਾ ਦੇਣਾ ਕੀਤਾ ਹੈ। ਗਿਆਨ ਧਿਆਨ ਰੂਪੀ ਸਿੱਧੇ ਮਾਰਗ ਦੇ ਉੱਪਰ ਪਾ ਦੇਣਾ ਕੀਤਾ ਹੈ। ਸਤਿਗੁਰੂ ਜੀ ਨਾਮ ਦਾ ਧਨ ਸਿੱਖਾਂ ਨੂੰ ਬਖਸ਼ਦੇ ਨੇ, ਤੇ ਵੱਡ ਭਾਗੀ ਨੇ ਸਤਿਗੁਰੂ ਜੀ ਦੇ ਉਹ ਸਿੱਖ ਜਿਹੜੇ ਸਤਿਗੁਰੂ ਜੀ ਦੇ ਪਾਸੋਂ ਨਾਮ ਧਨ ਨੂੰ ਪ੍ਰਾਪਤ ਕਰਦੇ ਨੇ। ਵੱਡ ਭਾਗੀ ਨੇ ਉਹ ਸਿੱਖ
ਜਿਹੜੇ ਪੰਜ ਪਿਆਰਿਆਂ ਦੇ ਪਾਸੋਂ ਖੰਡੇ ਦੀ ਪਾਹਲ ਅੰਮ੍ਰਿਤ ਨੂੰ ਛਕ ਕਰਕੇ ਸਤਿਗੁਰੂ ਜੀ ਦੇ ਸਪੁੱਤਰ ਤੇ ਸਪੁੱਤਰੀਆਂ ਬਣਦੇ ਤੇ ਬਣਦੀਆਂ ਨੇ। ਵਡਭਾਗੀ ਨੇ ਉਹ ਸਿੱਖ ਜਿਹੜੇ ਪੰਜ ਪਿਆਰਿਆਂ ਦੇ ਪਾਸੋਂ ਸਤਿਗੁਰੂ ਜੀ ਦਾ ਮੂਲ ਮੰਤਰ ਤੇ ਗੁਰ ਮੰਤਰ ਪ੍ਰਾਪਤ ਕਰਦੇ ਨੇ। ਨਾਮ ਧਨ ਸਤਿਗੁਰੂ ਜੀ ਪੰਜ ਪਿਆਰਿਆਂ ਦੁਆਰਾ ਦਿੰਦੇ ਨੇ ਨਾ। ਸਤਿਗੁਰੂ ਸੱਚੇ ਪਾਤਸ਼ਾਹ ਗੁਰ ਪਰਮੇਸ਼ਰ ਜੀ ਨੇ, ਪ੍ਰਮਾਤਮਾ ਨਿਰੰਕਾਰ ਜੀ ਨੇ ਸਦੀਵ ਕਾਲ ਵਾਸਤੇ ਇਹ ਮਰਿਆਦਾ ਬਣਾ ਦਿੱਤੀ ਏ। ਕੋਈ ਵੀ ਇਕੱਲਾ ਦੁਕੱਲਾ ਕੰਨਾਂ 'ਚ ਮੰਤਰ ਦੇਣ ਵਾਲਾ ਗੁਰੂ ਨਹੀਂ। ਸਤਿਗੁਰੂ ਜੀ ਨੇ ਬਚਨ ਕਰਨਾ ਕੀਤਾ, ਸਿੱਖ ਪੰਚਨ ਮਹਿ ਮੇਰੋ ਬਾਸਾ ਅਥਵਾ ਰਹਿਤ ਸਹਿਤ ਜਹ ਪੰਚੋ ਮਿਲੈ ਮਮ ਸਰੂਪ ਤੇ ਜਾਨੋ ਭਲੈ। ਭਲੀ ਪ੍ਰਕਾਰ ਉਹਨਾਂ ਨੂੰ ਸਾਡਾ ਸਰੂਪ ਹੀ ਜਾਣੋ। ਅੱਜ ਵੀ ਸਤਿਗੁਰੂ ਜੀ ਪੰਜ ਪਿਆਰਿਆਂ ਦੇ ਰੂਪ ਰਾਹੀਂ ਆਪਣਿਆਂ ਗੁਰਸਿੱਖਾਂ ਤੇ ਗੁਰਸਿੱਖਣੀਆਂ ਨੂੰ, ਸਪੁੱਤਰਾਂ ਤੇ ਸਪੁੱਤਰੀਆਂ ਨੂੰ ਨਾਮ ਰੂਪੀ ਧਨ, ਗੁਰ ਮੰਤਰ, ਮੂਲ ਮੰਤਰ ਤੇ ਨਿਤਨੇਮ ਦੇ ਰੂਪ ਵਿੱਚ ਬਖਸ਼ਿਸ਼ ਕਰਨਾ ਕਰਦੇ ਨੇ। ਵਡਭਾਗੀ ਨੇ ਸਤਿਗੁਰੂ ਜੀ ਦੇ ਸਿੱਖ ਜਿਹੜੇ ਅੰਮ੍ਰਿਤ ਛਕ ਕਰਕੇ ਸਤਿਗੁਰੂ ਜੀ ਦੇ ਨਾਮ ਰੂਪੀ ਜਹਾਜ਼ ਤੇ ਚੜ ਜਾਂਦੇ ਨੇ। ਸਤਿਗੁਰੂ ਜੀ ਦੇ ਘਰ ਵਿੱਚ ਤਿੰਨਾਂ ਦਾ ਜਨਮ ਹੋ ਜਾਂਦਾ। ਸਤਿਗੁਰ ਕਹਿ ਜਨਮੈ ਗਵਨ ਮਿਟਾਇਆ, ਤੇ ਫਿਰ ਆਵਾ ਗਾਉਣ ਦਾ ਗੇੜਾ ਹੀ ਮਿਟ ਜਾਂਦਾ ਹੈ। ਵਡਭਾਗੀ ਨੇ ਉਹ ਜੋ ਗੁਰੂ ਦੇ ਬਣ ਜਾਂਦੇ ਨੇ, ਅਭਾਗੇ ਨੇ ਉਹ, ਨਿਕੰਮੇ ਨੇ ਉਹ ਜਿਹੜੇ ਗੁਰੂ ਦੇ ਬਣਦੇ ਹੀ ਨਹੀਂ। ਸਤਿਗੁਰੂ ਜੀ ਦੀਆਂ ਵਡਿਆਈਆਂ ਸੁਣ ਵੀ ਲੈਂਦੇ ਨੇ, ਪੜ੍ਹ ਵੀ ਲੈਂਦੇ ਨੇ, ਜਾਣ ਵੀ ਲੈਂਦੇ ਨੇ, ਪਰ ਮਨ ਦੀ ਮੱਤ ਤਿਆਗਦੇ ਹੀ ਨਹੀਂ। ਉਹ ਤੇ ਅਭਾਗੇ ਖੋਟਾ ਭਾਗਾਂ ਵਾਲੇ ਨੇ। ਪਰ ਜਿਹੜੇ ਸਤਿਗੁਰੂ ਜੀ ਦੇ ਬਣ ਜਾਂਦੇ ਨੇ ਉਹ ਵੱਡਿਆਂ ਭਾਗਾਂ ਵਾਲੇ ਹਨ। ਸਭ ਤੋਂ ਵੱਡੇ ਸ੍ਰੇਸ਼ਟ ਭਾਗ ਹਨ ਉਹਨਾਂ ਦੇ। ਗਰੀਬ ਨਿਵਾਜ ਸਤਿਗੁਰੂ ਜੀ ਦੇ ਬਚਨ ਨੇ ਨਾ, ਸਬਦੂ ਵੱਡੇ ਭਾਗ ਗੁਰਸਿੱਖਾ ਕੇ ਜੋ ਗੁਰ ਚਰਣੀ ਸਿੱਖ ਪੜਤੇ ਆ। ਜਿਹੜੇ ਸਿੱਖ ਆ ਕਰਕੇ ਸਤਿਗੁਰੂ ਜੀ ਦੇ ਚਰਨੀ ਪੈ ਜਾਂਦੇ ਨੇ, ਜਗਤ ਸੰਸਾਰ ਦੇ ਅੰਦਰ ਸਾਰਿਆਂ ਦੇ ਨਾਲੋਂ ਵੱਡੇ ਭਾਗ ਹਨ ਉਹਨਾਂ ਦੇ। ਸਤਿਗੁਰ ਸਿੱਖ ਕਾ ਹਾਲਤ ਪਾਲਤ ਸਵਾਰੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪਣਿਆਂ ਗੁਰਸਿੱਖਾਂ ਦਾ ਹਾਲਤ ਤੇ ਪਾਲਤ, ਇਹ ਲੋਕ ਤੇ ਪਰਲੋਕ ਦੋਵੇਂ ਹੀ ਸਵਾਰ ਦਿੰਦੇ ਨੇ। ਇਸ ਲੋਕ ਦੇ ਵਿੱਚ ਜੀਵਨ ਸਵਾਰ ਦਿੰਦੇ ਨੇ ਤੇ ਪਰਲੋਕ ਸਵਾਰ ਦਿੰਦੇ ਨੇ। ਜਮਾ ਦੀ ਫਾਹੀ ਵਿੱਚ ਨਹੀਂ ਪੈਣ ਦਿੰਦੇ। ਆਪਣੀ ਸੱਚਖੰਡ ਰੂਪੀ ਗੋਦ ਦੇ ਵਿੱਚ ਸਦਾ ਸਦਾ ਵਾਸਤੇ ਨਿਵਾਦ ਸਿੱਧ ਦਿੰਦੇ ਨੇ। ਸਰੂਪ ਰੂਪ ਦੇ ਵਿੱਚ ਸਦਾ ਸਦਾ ਭੇਦ ਕਰ ਲੈਂਦੇ ਨੇ। ਐਵੇਂ ਇਸ ਦੁਨੀਆ ਦੇ ਅੰਦਰ ਵੀ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਅੱਜ ਸਤਿਗੁਰੂ ਜੀ ਦਾ ਸਿੱਖ ਕਿਤੇ ਵੀ ਦੁਨੀਆ ਵਿੱਚ ਚਲੇ ਜਾਵੇ, ਦੁਨੀਆ ਦੇ ਲੋਕ ਸਰਦਾਰ ਜੀ ਕਹਿ ਕੇ ਸਤਿਕਾਰਦੇ ਨੇ। ਨਾਮ ਦਾ ਪਤਾ ਨਾ ਹੋਵੇ, ਪਿੰਡ ਦਾ ਪਤਾ ਨਾ ਹੋਵੇ, ਸ਼ਹਿਰ ਦਾ ਪਤਾ ਨਾ ਹੋਵੇ, ਕਿੱਥੇ ਦਾ ਰਹਿਣ ਵਾਲਾ ਹੈ, ਕਿਹੜੀ ਕੁਲ, ਕਿਹੜਾ ਘਰਾਣਾ, ਕੁਛ ਪਤਾ ਨਹੀਂ। ਸਿਰਫ ਇੰਨਾ ਪਤਾ ਕਿ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅੰਮ੍ਰਿਤਧਾਰੀ ਗੁਰਸਿੱਖ ਸਰਦਾਰ ਹੈ। ਸਿਰ ਝੁਕ ਜਾਂਦਾ, ਇਹ ਤੇ ਸਰਦਾਰ ਹੈ, ਇਹ ਤੇ ਕਲਗੀਧਰ ਸਾਹਿਬ ਜੀ ਦਾ ਸਿੱਖ ਹੈ। ਇਸ ਪ੍ਰਕਾਰ ਇਸ ਲੋਕ ਦੇ ਵਿੱਚ ਵੀ ਇੱਜ਼ਤ ਮਾਨ ਵਡਿਆਈਆਂ ਇਸੇ ਪ੍ਰਕਾਰ ਨਾਮ ਰੂਪੀ ਧਨ ਦੇ ਕਰਕੇ ਜੀਵਨ ਨੂੰ ਸਵਾਰ ਦਿੰਦੇ ਨੇ, ਜੀਵਨ ਨਿਰਵਿਕਾਰ ਬਣਾ ਦਿੰਦੇ ਨੇ। ਇਸੇ ਪ੍ਰਕਾਰ ਜਿਹੜੇ ਨਾਮ ਦਾ ਮੰਨਣ ਕਰਦੇ ਨੇ, ਆਪ ਹੀ ਨਹੀਂ ਮੰਨੈ ਪਰਿਵਾਰ ਐਸਾ ਆਧਾਰ, ਤਿੰਨਾਂ ਦੇ ਪਰਿਵਾਰ ਕੁਲ ਖਾਨਦਾਨ ਹੀ ਸੁਧਰ ਜਾਂਦਾ ਹੈ। ਸਾਰੇ ਗੁਰੂ ਕੇ ਚਰਨੀ ਲੱਗ ਕਰਕੇ ਬੁਰਾਈਆਂ ਨੂੰ ਛੱਡ ਕਰਕੇ ਨਿਰਵਿਕਾਰ ਜੀਵਨ ਜਿਉਂਦੇ ਨੇ। ਸਤਿਗੁਰੂ ਜੀ ਇਸ ਲੋਕ ਨੂੰ ਤੇ ਸਵਾਰਦੇ ਹੀ ਨੇ, ਲੋਕ ਵਿੱਚ ਰਹਿੰਦਿਆਂ ਜੀਵਨ ਨੂੰ ਸਵਾਰਦੇ ਨੇ, ਪਰ ਲੋਕ ਵੀ ਤਿੰਨਾਂ ਦਾ ਸਵਾਰ ਦਿੰਦੇ ਨੇ ਜੋ ਸਤਿਗੁਰੂ ਜੀ ਦੀ ਗੁਰਸਿੱਖੀ ਧਾਰਨ ਕਰਦੇ ਹਨ ਜੀ। ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਐਸੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਆਪਣੇ ਸਿੱਖਾਂ ਨੂੰ ਜੀ ਨਾਲ ਸੰਭਾਰੈ। ਜੀ ਦੇ ਨਾਲ, ਹਿਰਦੇ ਦੇ ਨਾਲ, ਦਿਲੋਂ ਸੰਭਾਲਦੇ ਯਾਦ ਕਰਦੇ ਨੇ ਸਤਿਗੁਰੂ ਜੀ। ਜਿਵੇਂ ਕਲਗੀਧਰ ਸੱਚੇ ਪਾਤਸ਼ਾਹ ਜੀ ਮਹਾਰਾਜ ਸਿਮਰਨ ਕਰਦੇ ਨੇ ਨਾ, ਗੁਰਤਾ ਗੱਦੀ ਦੇ ਉੱਪਰ ਸੁਭਾਈਮਾਨ ਨੇ ਤੇ ਕੁਝ ਸਿਮਰਨ ਕਰ ਰਹੇ ਨੇ, ਬੁੱਲ ਹਿਲ ਰਹੇ ਨੇ, ਹੱਥਾਂ ਦੇ ਪੋਟੇ ਵੀ ਹਿਲ ਰਹੇ ਨੇ। ਇਵੇਂ ਲੱਗਦਾ ਸਤਿਗੁਰੂ ਜੀ ਕੁਝ ਗਿਣ ਰਹੇ ਨੇ। ਤੇ ਭਾਈ ਦਇਆ ਸਿੰਘ ਸਾਹਿਬ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਕਿੰਨਾ ਹਿਸਾਬਾਂ ਕਿਤਾਬਾਂ ਵਿੱਚ ਪੈ ਗਏ। ਲੱਖਾਂ ਦੀ ਗਿਣਤੀ ਵਿੱਚ ਸ਼ਰਫੀਆਂ ਆਉਂਦੀਆਂ ਨੇ, ਮੋਹਰਾਂ ਆਉਂਦੀਆਂ ਨੇ, ਦੌਲਤ ਆਉਂਦੀ ਏ, ਮਾਇਆ ਆਉਂਦੀ, ਕਦੇ ਆਪ ਜੀ ਨੇ ਹੱਥ ਨਹੀਂ ਲਾਇਆ। ਤੇ ਮਹਾਰਾਜ ਆਪ ਜੀ ਦੇ ਹਸਤ ਕਮਲਾਂ ਦੇ ਕਿਰਿਆ ਦੇਖ ਕਰਕੇ ਐਵੇਂ ਲੱਗਦਾ ਕੁਝ ਗਿਣ ਰਹੇ ਹੋ, ਕੁਝ ਹਿਸਾਬ ਕਿਤਾਬ ਕਰ ਰਹੇ ਹੋ। ਆਪ ਜੀ ਦੇ ਪਵਿੱਤਰ ਬੁੱਲ ਹਿਲ ਰਹੇ ਨੇ, ਲੱਗਦਾ ਕੁਝ ਮੁਖ ਦੇ ਵਿੱਚੋਂ ਬੋਲ ਰਹੇ ਹੋ। ਤੇ ਸਤਿਗੁਰੂ ਜੀ ਨੇ ਵਚਨ ਕਰਨਾ ਕੀਤਾ, ਦਇਆ ਸਿੰਘਾ ਅਸੀਂ ਸਿਮਰਨ ਕਰ ਰਹੇ ਹਾਂ। ਭਾਈ ਦਇਆ ਸਿੰਘ ਸਾਹਿਬ ਜੀ ਨੇ ਹੱਥ ਜੋੜ ਲਏ। ਸੱਚੇ ਪਾਤਸ਼ਾਹ ਕੁੱਲ ਦੁਨੀਆ ਸੰਸਾਰ ਦੇ ਲੋਕ ਤੇ ਆਪ ਜੀ ਦਾ ਸਿਮਰਨ ਕਰਦੇ ਨੇ, ਆਪ ਜੀ ਦਾ ਧਿਆਨ ਧਰਦੇ ਨੇ, ਆਪ ਜੀ ਨੂੰ ਯਾਦ ਕਰਦੇ ਨੇ। ਅਸੀਂ ਸਾਰੇ ਆਪ ਜੀ ਦਾ ਸਿਮਰਨ ਕਰਦੇ ਹੋ। ਆਪ ਜੀ ਗੁਰ ਪਰਮੇਸ਼ਰ ਹੋ, ਆਪ ਜੀ ਪ੍ਰਤੱਖ ਨਿਰੰਕਾਰ ਹੋ, ਹਾਜ਼ਰ ਨਾਜ਼ਰ ਪਰਮਾਤਮਾ ਹੋ, ਆਪ ਰੱਬ ਹੋ। ਅਸੀਂ ਸਾਰੇ ਤੁਹਾਡਾ ਸਿਮਰਨ ਤਾਂ ਕਰਦੇ, ਤੁਸੀਂ ਰੱਬ ਹੋ। ਤੇ ਮਹਾਰਾਜ ਤੁਸੀਂ ਕਿਸ ਦਾ ਸਿਮਰਨ ਕਰਦੇ ਹੋ? ਤੁਸੀਂ ਤੇ ਆਪ ਰੱਬ ਹੋ। ਤੇ ਸਤਿਗੁਰੂ ਜੀ ਨੇ ਫਰਮਾਵਣਾ ਕੀਤਾ, ਦਇਆ ਸਿੰਘਾ
ਅਸੀਂ ਉਹਨਾਂ ਦਾ ਸਿਮਰਨ ਕਰਦੇ ਹਾਂ ਜਿਹੜੇ ਸਾਡਾ ਸਿਮਰਨ ਕਰਦੇ ਨੇ, ਜਿਹੜੇ ਸਾਨੂੰ ਯਾਦ ਕਰਦੇ ਨੇ ਨਾ, ਅਸੀਂ ਪਿਆਰ ਦੇ ਨਾਲ ਉਹਨਾਂ ਨੂੰ ਯਾਦ ਕਰਦੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਦੇ ਨਾ, ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਜੇ ਕੋਈ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ, ਪਿਆਰ ਦੇ ਨਾਲ ਇੱਕ ਵਾਰ ਵੀ ਸਤਿਗੁਰੂ ਜੀ ਨੂੰ ਯਾਦ ਕਰ ਲਵੇ, ਇੱਕ ਵਾਰ ਵੀ ਪਿਆਰ ਦੇ ਨਾਲ ਕਹਿ ਦੇਵੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਇੱਕ ਵਾਰ ਵੀ ਸਤਿਗੁਰੂ ਜੀ ਦੇ ਨਾਮ ਨੂੰ ਜਪ ਲਵੇ ਪਿਆਰ ਦੇ ਨਾਲ, ਇੱਕ ਵਾਰ ਵੀ ਕਹਿ ਦੇਵੇ ਸਤਨਾਮ ਸ੍ਰੀ ਵਾਹਿਗੁਰੂ, ਤੇ ਸਤਿਗੁਰੂ ਜੀ ਉਸ ਗੁਰਸਿੱਖ ਨੂੰ ਬਾਰ-ਬਾਰ ਯਾਦ ਕਰਦੇ ਨੇ, ਮੇਰੇ ਗੁਰਸਿੱਖ ਨੇ ਸਾਡਾ ਨਾਮ ਲਿਆ ਹੈ, ਮੇਰੇ ਗੁਰਸਿੱਖ ਨੇ ਸਾਡੇ ਬਖਸ਼ੇ ਹੋਏ ਗੁਰ ਮੰਤਰ ਦਾ ਜਾਪ ਦਾ ਨਾਮ ਲਿਆ ਹੈ। ਸਤਿਗੁਰੂ ਜੀ ਬਾਰ-ਬਾਰ ਤੇ ਇਸ ਨੂੰ ਯਾਦ ਕਰਦੇ ਨੇ ਜਿਹੜਾ ਸਤਿਗੁਰੂ ਜੀ ਨੂੰ ਯਾਦ ਕਰਦਾ ਹੈ। ਹਜ਼ੂਰ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ, ਇਵੇਂ ਸਤਿਗੁਰੂ ਜੀ ਆਪਣੇ ਗੁਰਸਿੱਖਾਂ ਨੂੰ ਜੀ ਦੇ ਨਾਲ, ਹਿਰਦੇ ਦੇ ਨਾਲ ਸੰਭਾਲਿਆ ਯਾਦ ਕਰਦੇ ਨੇ, ਸਦਾ ਚੇਤੇ ਕਰਦੇ ਨੇ। ਹਿਰਦੇ ਦੇ ਵਿੱਚ ਤਿੰਨਾਂ ਦੀ ਯਾਦ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਭਾਲ ਕੇ ਰੱਖਦੇ ਨੇ। ਜਿਹੜੇ ਸਤਿਗੁਰੂ ਜੀ ਨੂੰ ਯਾਦ ਕਰਦੇ ਨੇ, ਧਿਆਉਂਦੇ ਹਨ, ਆਰਾਧਦੇ ਹਨ। ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਜਿਹੜਾ ਗੁਰਸਿੱਖ ਸਤਿਗੁਰੂ ਜੀ ਦੇ ਗ੍ਰਹਿ ਵਿਖੇ ਆ ਕਰਕੇ ਰਹਿੰਦਾ ਹੈ। ਸਾਧ ਸੰਗਤ ਜੀ, ਸੰਗਤ ਕਈ ਪ੍ਰਕਾਰ ਦੀ ਏ, ਪਰ ਮੂਲ ਰੂਪ ਵਿੱਚ ਦੋ ਪ੍ਰਕਾਰ ਦੀ ਏ। ਉਹਨਾਂ ਦੇ ਵਿੱਚੋਂ ਇੱਕ ਗੁਰਸਿੱਖ ਐਸੇ ਨੇ, ਗੁਰੂ ਘਰ ਵਿੱਚ ਆਉਂਦੇ ਨੇ, ਸੇਵਾ ਕਰਦੇ ਨੇ, ਸਿਮਰਨ ਪੜ੍ਹਦੇ ਨੇ, ਬਾਣੀ ਪੜ੍ਹਦੇ ਨੇ, ਸਤਿਗੁਰੂ ਗਰੀਬ ਨਿਵਾਜ ਜੀ ਦੇ ਦਰਸ਼ਨ ਦੀਦਾਰ ਕਰਦੇ ਨੇ ਤੇ ਉਪਦੇਸ਼ ਸਰਵਣ ਕਰਕੇ ਹਿਰਦੇ ਵਿੱਚ ਧਾਰਨ ਕਰਕੇ ਚਲੇ ਜਾਂਦੇ ਨੇ। ਇੱਕ ਸਤਿਗੁਰੂ ਜੀ ਦੇ ਸਿੱਖ ਉਹ ਨੇ ਜਿਹੜੇ ਚਰਨਾਂ ਦੇ ਵਿੱਚ ਰਹਿ ਕਰਕੇ ਉਪਦੇਸ਼ ਨੂੰ ਕਮਾਉਂਦੇ ਨੇ। ਭਾਈ ਦਇਆ ਸਿੰਘ ਸਾਹਿਬ ਜੀ ਦਾ ਜੀਵਨ ਪੜ੍ਹ ਲਈਏ, ਬਾਬਾ ਦੀਪ ਸਿੰਘ ਜੀ ਦਾ, ਭਾਈ ਮਨੀ ਸਿੰਘ ਜੀ ਦਾ, ਭਾਈ ਗੁਰਦਾਸ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ ਦਰਸ਼ਨ ਕਰਨ ਵਾਸਤੇ ਆਏ, ਸਤਿਗੁਰੂ ਜੀ ਦੇ ਹੋ ਗਏ ਤੇ ਚਰਨਾਂ 'ਚ ਹੀ ਰਹਿ ਗਏ। ਇੱਕ ਉਹ ਨੇ ਉਪਦੇਸ਼ ਲੈ ਕਰਕੇ ਚਲੇ ਜਾਂਦੇ ਨੇ, ਇੱਕ ਉਹ ਨੇ ਮਹਾਰਾਜ ਸਾਨੂੰ ਇਹ ਦਾਤ ਬਖਸ਼ੋ, ਤੁਹਾਡੇ ਚਰਨਾਂ 'ਚ ਰਹਿ ਕਰਕੇ ਉਪਦੇਸ਼ ਦੇ ਧਾਰਨੀ ਹੋ ਕਰਕੇ ਉਪਦੇਸ਼ ਨੂੰ ਕਮਾਈਏ। ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਰਹਿ ਕਰਕੇ ਆਪ ਜੀ ਦੀ ਸਿੱਖਿਆ ਗ੍ਰਹਿਣ ਕਰੀਏ। ਪੁੱਛਣਾ ਕੀਤਾ ਗਰੀਬ ਨਿਵਾਜ ਸਾਹਿਬ ਜੀ ਜਿਹੜੇ ਸਤਿਗੁਰਾਂ ਦੇ ਚਰਨਾਂ ਵਿੱਚ ਰਹਿ ਕਰਕੇ ਸਿੱਖਿਆ ਗ੍ਰਹਿਣ ਕਰਦੇ ਨੇ, ਜਿਵੇਂ ਸਤਿਗੁਰੂ ਜੀ ਦੇ ਚਰਨਾਂ ਦੀ ਵਡਿਆਈ ਕਥਨ ਕੀਤੀ ਹੈ, ਕੁਛ ਤਿੰਨਾਂ ਦੇ ਪ੍ਰਥਾਏ ਵੀ ਦੱਸੋ। ਹਜ਼ੂਰ ਫਰਮਾਵਣਾ ਕਰਦੇ ਨੇ, ਜਿਹੜੇ ਗੁਰਸਿੱਖ ਆ ਕਰਕੇ ਸਤਿਗੁਰੂ ਜੀ ਦੇ ਕੋਲ ਰਹਿ ਪੈਂਦੇ ਨੇ, ਗੁਰ ਕੈ ਗ੍ਰਹਿ, ਗ੍ਰਹਿ ਦਾ ਅਰਥ ਹੈ ਘਰ, ਜੋ ਗੁਰੂ ਘਰ ਦੇ ਵਿੱਚ ਸੇਵਕ ਆ ਕਰਕੇ ਰਹਿੰਦੇ ਨੇ। ਇਸੇ ਪ੍ਰਕਾਰ ਸਾਧ ਸੰਗਤ ਜੀਓ, ਗੁਰ ਪਰਮੇਸ਼ਰ ਦਾ ਘਰ ਸਤ ਸੰਗਤ ਹੈ। ਜਿਹੜੇ ਸਤ ਸੰਗਤ ਵਿੱਚ ਆ ਕਰਕੇ ਵਸਦੇ ਨੇ, ਸਵੇਰੇ ਸ਼ਾਮ ਸਤਿਗੁਰੂ ਜੀ ਦੀ ਸੰਗਤ ਕਰਦੇ ਨੇ ਤੇ ਪਿਆਰ ਦੇ ਨਾਲ ਜਪਦੇ ਅਥਵਾ ਸਰਵਣ ਕਰਦੇ ਨੇ ਸਤਨਾਮ ਸ੍ਰੀ ਵਾਹਿਗੁਰੂ। ਗੁਰ ਕੇ ਗ੍ਰਹਿ, ਸਤਿਗੁਰੂ ਜੀ ਦੇ ਘਰ ਦੇ ਵਿੱਚ, ਸਤ ਸੰਗਤ ਰੂਪੀ ਘਰ ਦੇ ਵਿੱਚ ਆ ਕਰਕੇ ਜਿਹੜੇ ਸੇਵਕ ਰਹਿੰਦੇ ਹਨ, ਗੁਰ ਕੀ ਆਗਿਆ ਮਨ ਮਹਿ ਸਹੈ, ਉਹਨਾਂ ਨੂੰ ਚਾਹੀਦਾ ਗੁਰੂ ਕੀ ਆਗਿਆ ਨੂੰ ਸਦਾ ਮਨ ਦੇ ਅੰਦਰ ਸਹਾਰਨ ਕਰਨ, ਸਤਿਗੁਰੂ ਜੀ ਦੇ ਭਾਣੇ ਨੂੰ, ਹੁਕਮ ਨੂੰ ਸਦਾ ਮਿੱਠਾ ਪਿਆਰਾ ਕਰਕੇ ਜਾਣਨ। ਭਾਈ ਜਿਹੜੇ ਸਤਿਗੁਰੂ ਜੀ ਦੇ ਪਿਆਰੇ ਨੇ, ਸਤਿਗੁਰੂ ਜੀ ਦੀ ਆਗਿਆ ਨੂੰ ਮਨ ਦੇ ਵਿੱਚ ਸਹਾਰਦੇ ਨੇ, ਪਿਆਰਾ ਕਰਕੇ, ਮਿੱਠਾ ਕਰਕੇ ਸਤਿਗੁਰੂ ਜੀ ਦੇ ਹੁਕਮਾਂ ਨੂੰ ਮੰਨਦੇ ਹਨ। ਸਤਿਗੁਰੂ ਜੀ ਦੀ ਕਿਸੇ ਆਗਿਆ ਦੇ ਉੱਪਰ ਤਰਕ ਕੁਤਰਕ ਵਿਤਰਕ ਨਹੀਂ ਕਰਦੇ। ਜਿਵੇਂ ਸਾਧ ਸੰਗਤ ਜੀ ਭਾਈ ਜੋਗਾ ਸਿੰਘ ਜੀ ਦੇ ਪ੍ਰਥਾਏ ਹੁਣੇ ਹੀ ਜ਼ਿਕਰ ਆਇਆ ਹੈ, ਉਹਨਾਂ ਦੇ ਜੀਵਨ ਦਾ ਪੱਖ ਵੀ ਕੈਸਾ ਹੈ। ਮਾਇਆ ਨੇ ਛੜਾਵਾ ਕੀਤਾ, ਕਿਧਰੇ ਮਨ ਡੋਲ ਗਿਆ ਖਿਨ ਮਾਤਰ ਵਾਸਤੇ, ਪਰ ਸਾਰਾ ਜੀਵਨ ਤੇ ਐਸਾ ਨਹੀਂ ਨਾ। ਸਤਿਗੁਰੂ ਜੀ ਦਾ ਸੁਨੇਹਾ ਪੁੱਜਾ, ਜੋਗਾ ਸਿੰਘਾ ਜੋ ਵੀ ਕਰਦਾ ਛੱਡ ਕੇ ਆ ਜਾ, ਗੁਰੂ ਘਰ ਦੇ ਵਿੱਚ ਤੇਰੀ ਲੋੜ ਹੈ। ਤੇ ਸਾਧ ਸੰਗਤ ਜੀ ਤਿਸ ਵੇਲੇ ਆਨੰਦ ਕਾਰਜ ਹੋ ਰਿਹਾ ਸੀ, 2 ਲਾਵਾਂ ਹੋ ਗਈਆਂ ਤੇ 2 ਹੀ ਅਜੇ ਬਾਕੀ ਸਨ। ਕਿਤਨੀ ਕੁ ਦੇਰ ਲੱਗਣੀ ਸੀ 2 ਲਾਵਾਂ ਹੁੰਦਿਆਂ ਨੂੰ, ਪਰ ਸਤਿਗੁਰੂ ਜੀ ਦੀ ਆਗਿਆ ਨੂੰ ਮਨ ਵਿੱਚ ਸਹਿੰਦੇ, ਸਹਾਰਦੇ, ਮਿੱਠਾ ਕਰਕੇ ਮੰਨਦੇ ਨੇ, ਲਾਵਾਂ ਹੀ ਛੱਡ ਕੇ ਆ ਗਏ। ਬਜ਼ੁਰਗਾਂ ਨੇ, ਸਿਆਣਿਆਂ ਨੇ ਕਹਿਣਾ ਕੀਤਾ, ਕਿਤਨੀ ਕੁ ਦੇਰ ਲੱਗਣੀ ਹੈ, 2 ਲਾਵਾਂ ਪੜ੍ਹਦੇ ਆ। ਭਾਈ ਸਾਹਿਬ ਨੂੰ ਕਹ ਕੇ ਝਟ ਪੜਾ ਲੈਂਦੇ ਆ। ਕਹਿਣ ਲੱਗਾ, ਨਹੀਂ ਹੁਣ ਨਹੀਂ, ਮੇਰੇ ਗੁਰੂ ਕਾ ਹੁਕਮ ਆ ਗਿਆ, ਗੁਰੂ ਦੇ ਹੁਕਮ ਤੋਂ ਵੱਡਾ ਕੁਛ ਵੀ ਨਹੀਂ। ਲਾਵਾਂ ਅੱਧ ਦੇ ਵਿੱਚ ਛੱਡ ਕੇ ਆ ਗਏ। ਫਿਰ ਸਿਆਣਿਆਂ ਨੇ, ਦਾਨਿਆਂ ਪ੍ਰਧਾਨਿਆਂ ਨੇ ਆਪਸ ਵਿੱਚ ਸਲਾਹ ਕੀਤੀ, ਇਹ ਗੁਰੂ ਕਾ ਐਸਾ ਨਿਸ਼ਠਾਵਾਨ ਪੱਕਾ ਸਿੱਖ ਹੈ, ਬਾਕੀ ਦੀਆਂ ਰਹਿੰਦੀਆਂ 2 ਲਾਵਾਂ ਇਸ ਦੇ ਹਜ਼ੂਰੀਏ ਪਰਨੇ, ਸ਼ਗਨਾਂ ਵਾਲੇ ਪਰਨੇ ਨਾਲ ਹੀ ਕਰ ਦਿੱਤੀਆਂ ਜਾਣ। ਸਾਧ ਸੰਗਤ ਜੀ ਆਨੰਦ ਕਾਰਜ ਵੀ ਛੱਡ ਕੇ ਆ ਗਏ, ਗੁਰੂ ਕੀ ਆਗਿਆ ਨੂੰ ਮਨ ਦੇ ਵਿੱਚ ਸਹਾਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਵੇਂ ਜਿਵੇਂ ਆਗਿਆ ਹੁੰਦੀ ਏ, ਤਿਵੇਂ ਤਿਵੇਂ ਪਿਆਰ ਦੇ ਨਾਲ ਮੰਨਦੇ ਨੇ। ਸਤਿਗੁਰੂ ਜੀ ਦੀ ਆਗਿਆ ਅੰਮ੍ਰਿਤ ਵੇਲੇ ਉੱਠਣਾ ਤੇ ਫਿਰ ਉੱਠਦੇ ਨੇ, ਬਾਣੀ ਪੜ੍ਹਨੀ ਤੇ ਫਿਰ ਪੜ੍ਹਦੇ ਨੇ, 5 ਕਕਾਰਾਂ ਦੀ ਰਹਿਤ ਰੱਖਣੀ ਤੇ ਰੱਖਦੇ ਨੇ। ਇਸੇ ਪ੍ਰਕਾਰ ਸੰਧਿਆ ਸਮੇਂ
ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ, ਰਾਤਰੀ ਸਮੇਂ ਕੀਰਤਨ ਸੋਹਿਲੇ ਦਾ ਪਾਠ, ਵਿਕਾਰਾਂ ਤੋਂ ਬਚ ਕੇ ਰਹਿਣਾ, ਪੰਜਾਂ ਦੇ ਨਾਲ ਮੇਲ ਨਹੀਂ ਕਰਨਾ, ਪੰਜਾਂ ਦਾ ਵਿਸਾਹ ਨਹੀਂ ਕਰਨਾ। ਗੁਰੂ ਕੇ ਖਾਲਸੇ ਤਿਆਰ ਪਰ ਤਿਆਰ ਰਹਿੰਦੇ ਨੇ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਗਿਆ ਹੈ, ਖਾਲਸਾ ਸੋਈ ਜੋ ਚੜ੍ਹੈ ਤੁਰੰਗ, ਖਾਲਸਾ ਸੋਈ ਜੋ ਕਰੈ ਨਿਤ ਜੰਗ। ਤੇ ਸਤਿਗੁਰੂ ਜੀ ਦੇ ਬਚਨਾਂ ਦੇ ਅਨੁਸਾਰ ਆਪਾਂ ਨਿਸ਼ਾਵਰ ਕਰ ਦਿੱਤਾ ਤੇ ਪੈਰ ਪਿਛਾਂ ਨਹੀਂ ਕਰਦੇ। ਚਮਕੌਰ ਦੀ ਗੜੀ ਦੇ ਵਿੱਚੋਂ ਗੁਰ ਕੀ ਆ ਗਿਆ, ਮਨ ਮਹਿ ਸਹੈ ਫਰਮਾਏ ਕਲਗੀਧਰ ਕੇ ਅਬ ਇੱਕ ਇੱਕ ਜਵਾਂ ਚਲੇ, ਪਾ ਪਾ ਕੇ ਹੁਕਮ ਭीड़ों में शेर ज्यां चले, बच कर अद्दू के दांव से जो पहलवां चले, दांतों में गिर के दहन में जैसे जुबां चले। सतगुरु जी दा हुक्म पा करके लखां दे नाल भिड़न वास्ते, 1.25 लाख से एक लड़ाऊं, तबै गोबिंद सिंह नाम कहूं, बचन पूरे करन वास्ते चमकौर दी गड़ी दा दरवाजा खोल के कल्ला कल्ला लखां दे नाल जा भिड़दे ने। मरना जिउना कोई मायने नहीं रखदा, सतगुरु जी दा हुक्म कमाउणा मायने रखदा है, सतगुरु जी दा बचन कमाउणा मायने रखदा है। मौतों बेपरवाह ने, जीवन दी किसी प्रकार मोह दी डोरी हिरदे दे अंदर बजी होई नहीं कि मोह दियां तंदां ने जकड़िया होवे, सतगुरु जी दे हुक्म नूं वड्डा जान के मन दे विच सहारदे ने। ये पूरे गुरसिखां दी निशानी है। सतगुरु जी दे बचनां नूं सदा प्यारा करके जाणदे ने। हिरदे दे विच जो सतगुरु जी ने बचन कर दिता है, दृढ़ निश्चय दे नाल भरोसा करके तिस दी ही कमाई करदे हन। ये सतगुरु जी दे सिखां दी जीवन दी मर्यादा रहनी सहनी है तिन्हां दी, रौ रीति है तिन्हां दी। आपस काओ कर कछ न जनावै, ते सारे शुभ कर्म करदे आ, भगती करदे आ, कदे आपा आप जणाउंदे नहीं। आपस काओ कर कछ ना जनाब है, आपा भाव नहीं जनाउंदे कि मैं ये कारज कर लिया, मेरे तो बिना कोई कर ही नहीं सी सकदा, मैं ही वड्डा प्रधान हाँ, मैं ही वड्डा कारजां नूं करन वाला, इवें नहीं। सारी सेवा नूं करदियां होया तां भी बेनतियां करदे, दातार असीं ना चीज हाँ, महाराज असीं ते कुछ भी करने दे समर्थ नहीं। आप जी दे हुक्म अते आग्या तो बिना महाराज तीला भी तोड़ नहीं सकते, साडे विच की शक्ति है तीला भी तोड़ दईए। ये ते सब कुछ करन करावनहार समर्थावान सतगुरु जी आप हो। इस प्रकार तां भी शुकराने दे अंदर रहिंदियां होया, थर हर कंपै बाला जियो, ना जाना क्या करसी पियो। साडा जेड़ा हिरदा महाराज थर थर कंबदा पिया, कच्चे पारे वांगू डोलदा है। मैं पापी अपराधी आप जी दे बचना दे उपर पूरा ना निभ सकिया। आप जी दा बचन सी रहनी कहनी सहनी बहनी वाला उच्चा किरदार वाला गुरसिख बनना। महाराज असी आप जी दे बचना अनुसार अपना जीवन नहीं बना सके, बस नाम धारीक सिख हां। आप जी दे सच्चे पातशाह नाम करके ही सिख हां कि आप जी दे सिख हां। जैसे सिख आप जी ने सजाया सी ना सानू, उहो जिहा जीवन करतब आचार साडा है नहीं। मर्यादा विच रहिंदियां, बाणी पढ़दियां, सिमरन करदियां भी इत्थे भावना रखदे ने। आपा भाव नहीं जनाउंदे कि मैं मर्यादा रखदे हां, मैं बहुता विवेकी हां, मैं नितनेमी हां, इवें नहीं। सच्चे पातशाह आप जी ने कृपालता करके मैनू कीड़े नू अपना बाणा बख्श दिता। आप जी दी बाणी ते बाणे दा सत्कार है कि जगत दे अंदर मेरी पछाण आप जी दा सिख करके है। जे सीस झुकदे ने, जे अदब सत्कार मिलदा है महाराज, जे इज्जत मान वडियाई मिलदी आप जी दे बाणे करके है। ये ते आप जी दे नाम करके है। आप जी दा बाणा बाणी साडे कोल ना हुंदा ते सानू किसने पुछना सी। ये ते आप जी दियां किरपालतावां बख्शिशां रहमतां ने। बाणी बाणा अपना बख्श के महाराज सानू निमाणियां नू मान दिवाउंदे हो। इस प्रकार अपनी सतगुरु सच्चे पातशाह जी की आग्या नू अपने मन के अंदर सहारण करना करते ने ते अपने आप नू कदे भी नहीं जनाउंदे कि मैं कुछ करांगा जां मैं कुछ कीता है। सदा वाहिगुरु जी ते डोरी रखते ने। जो कुछ कीता वाहिगुरु जी ने कीता है, वाहिगुरु जी अगे भी जो कुछ करनगे भला ही करनगे। हर हर नाम हृदय सद ध्यावै, ते अपने आप नू ना जनाउंदियां होइयां निमरता भाव नू धारण करके हिरदे दे विच सदा ही हरि परमात्मा वाहिगुरु जी दे नाम नू ध्याउंदे रहिंदे ने। उठदियां बैठदियां सौंदियां जागदियां चलदियां फिरदियां हर वेले हिरदे दे अंदर वाहिगुरु जी दे नाम दा ही ध्यान धरदे ने। हिरदे दे अंदर ध्याउंदे हन, आराधदे हन। मन बेचै सतगुर कै पास, अपने मन नू सतगुरु सच्चे पातशाह महाराज जी दे कोल वेच देना करे। साध संगत जी सतगुरु सच्चे पातशाह जी दा एक एक बचन बड़ा अमोलक है ते विचार करने दे योग है। मन नू वेचण दी बात क्यों कही है? क्योंकि जेड़ी चीज वेच दिती जावे ना उस दे उपर अपना कोई हक दावा नहीं रह जाता। जेड़ी चीज वेच दिती वो खरीददार दी हो जाती है, उस ते अपना आप जनाया नहीं जा सकता कि वस्तु मेरी है, क्योंकि वेच दू जी दिती। हुण उस दा मालिक वेचण वाला नहीं रह जाता।
ਤੇ ਸਾਧ ਸੰਗਤ ਜੀ ਇਸੇ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ, ਸਿੱਖ ਆਪਣੇ ਮਨ ਨੂੰ ਸਤਿਗੁਰੂ ਜੀ ਦੇ ਕੋਲ ਵੇਚ ਦੇਵੇ। ਵੇਚੀ ਹੋਈ ਚੀਜ਼ ਤੇ ਹੱਕ ਦਾ ਵਾ ਨਹੀਂ, ਉਸ ਨੂੰ ਆਪਣੀ ਇੱਛਾ ਦੇ ਅਨੁਸਾਰ ਨਹੀਂ ਵਰਤਿਆ ਜਾ ਸਕਦਾ। ਇਸੇ ਪ੍ਰਕਾਰ ਆਪਣੇ ਮਨ ਤੇ ਹੱਕ ਦਾਵਾ ਨਾ ਰੱਖੇ, ਆਪਣੇ ਮਨ ਨੂੰ ਆਪਣੀ ਇੱਛਾ ਦੇ ਅਨੁਸਾਰ ਨਾ ਵਰਤੇ। ਦੁਨਿਆਵੀ ਜੀਵ ਮਨ ਨੂੰ ਵੀ ਤੇ ਤਨ ਨੂੰ ਵੀ ਆਪਣੀ ਇੱਛਾ ਮੁਤਾਬਕ ਹੀ ਵਰਤਦਾ ਹੈ। ਮਨ ਨੂੰ ਆਪਣੇ ਸੰਕਲਪਾਂ ਤੇ ਵਿਕਲਪਾਂ ਦੇ ਵਾਸਤੇ ਵਰਤਦਾ ਹੈ, ਮਨ ਨੂੰ ਆਪਣੀ ਭਲਾਈ ਤੇ ਦੂਸਰਿਆਂ ਦੀ ਬੁਰਾਈ ਵਾਸਤੇ ਵਰਤਦਾ ਹੈ। ਮਨ ਦੇ ਵਿੱਚ ਹੀ ਜੰਗ ਛਿੜੀ ਰਹਿੰਦੀ ਏ, ਮਹਾਭਾਰਤ ਦਿਨ ਰਾਤ ਲੱਗਾ ਹੀ ਰਹਿੰਦਾ ਮਨ ਦੇ ਵਿੱਚ। ਕਿਸੇ ਨੇ ਮੈਨੂੰ ਆਹ ਆਖਿਆ ਸੀ, ਹੁਣ ਮਿਲਿਆ ਤੇ ਆਹ ਆਖਾਂਗਾ, ਉਦੋਂ ਹੀ ਮੈਨੂੰ ਆਹ ਕਹਿਣਾ ਚਾਹੀਦਾ ਸੀ। ਕਹਿਣ ਵਾਲਾ ਇੱਕ ਗੱਲ ਕਹਿ ਕੇ ਲੰਘ ਜਾਂਦਾ ਹੈ, ਤੇ ਜਿਹੜਾ ਮਨ ਹੈ ਨਾ ਮਹੀਨਿਆਂ ਬੱਧੀ ਸਾਲਾਂ ਬੱਧੀ ਇਕੱਲਾ ਹੀ ਲੜਦਾ ਰਹਿੰਦਾ ਉਹਦੇ ਨਾਮ ਨੂੰ ਚੇਤੇ ਕਰਕੇ ਹੀ। ਇਸ ਪ੍ਰਕਾਰ ਅਸੀਂ ਆਪਣੇ ਆਪਣੇ ਮਨ ਨੂੰ ਆਪਣੇ ਸਵਾਰਥ ਵਾਸਤੇ ਵਰਤਦੇ ਹਾਂ। ਮੈਂ ਆਹ ਕੰਮ ਕਰਾਂ, ਮੇਰਾ ਚੰਗਾ ਹੋ ਜਾਏਗਾ, ਇਧਰੋਂ ਬਚ ਜਾਵਾਂਗਾ। ਮਹਾਰਾਜ ਜੀ ਕਹਿੰਦੇ ਮਨ ਦੀ ਮੱਤ ਹੀ ਛੱਡ ਦੇਵੇ, ਸੋਚਾ ਛੱਡ ਹੀ ਦੇਵੇ। ਇਹ ਮਨ ਨੂੰ ਵੇਚਣਾ ਹੈ, ਹੱਕ ਦਾਵਾ ਹੀ ਛੱਡ ਦੇਵੇ। ਆਪਣੇ ਮਨ ਨੂੰ ਆਪਣੇ ਅਨੁਸਾਰ ਵਰਤਣਾ ਛੱਡ ਦੇਵੇ, ਆਪਣੀਆਂ ਚਤੁਰਾਈਆਂ ਆਪਣੀਆਂ ਸਿਆਣਪਾਂ ਦੇ ਸਹਿਤ ਇਸ ਨੂੰ ਵਰਤਣਾ ਛੱਡ ਦੇਵੇ, ਸਤਿਗੁਰੂ ਜੀ ਦੇ ਅੱਗੇ ਅਰਪਣ ਕਰ ਦੇਵੇ। ਤੇ ਜੋ ਸਤਿਗੁਰੂ ਜੀ ਕਹਿੰਦੇ ਨੇ ਤੇ ਇਸ ਨੂੰ ਭਲਾ ਕਰਕੇ ਮੰਨੇ। ਇਹ ਮਨ ਦਾ ਵੇਚਣਾ ਹੈ। ਸਤਿਗੁਰੂ ਜੀ ਦੇ ਚਰਨਾਂ ਦੇ ਉੱਪਰ ਆ ਕਰਕੇ ਮੱਥਾ ਟੇਕੀਦਾ ਨਾ, ਬੇਅੰਤ ਮਹਾਤਮ ਹੈ ਮੱਥਾ ਟੇਕਣ ਦਾ। ਮੱਥੇ ਦੇ ਲੇਖ ਜਿਹੜੇ ਪੁੱਠੇ ਨੇ ਸਾਡੇ ਪੂਰਬਲੇ ਜਨਮਾਂ ਦੀ ਕਿਰਤ ਦੇ ਅਨੁਸਾਰ ਬਦਲ ਕਰਕੇ ਸਿੱਧੇ ਹੋ ਜਾਂਦੇ ਨੇ। ਜਿਵੇਂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਕਾਜੀ ਸਲਾਰ ਦੇਣ ਦਾ ਸ਼ੰਕਾ ਕੱਢਿਆ ਸੀ, ਕਾਗਜ਼ ਦੇ ਉੱਪਰ ਮੋਹਰ ਦਾ ਠੱਪਾ ਲਾ ਕਰਕੇ, ਕਿ ਜਿਵੇਂ ਮੋਹਰ ਦੇ ਪੁੱਠੇ ਅੱਖਰ ਕਾਗਜ਼ ਤੇ ਸਿਆਹੀ ਲਾ ਕੇ ਲਾਈਏ ਠੱਪਾ ਤੇ ਸਿੱਧੇ ਹੋ ਜਾਂਦੇ ਨੇ। ਗੁਰੂ ਕੇ ਸਿੱਖ ਦਾ ਮੱਥਾ ਆ ਕਰਕੇ ਗੁਰੂ ਚਰਨਾਂ ਤੇ ਲੱਗ ਜਾਵੇ ਤੇ ਮੱਥੇ ਦੇ ਪੁੱਠੇ ਲੇਖ ਸਿੱਧੇ ਹੋ ਜਾਂਦੇ ਨੇ। ਬੇਅੰਤ ਮਹਾਤਮ ਨੇ। ਪਰ ਉਹਨਾਂ ਸਾਰਿਆਂ ਦੇ ਵਿੱਚੋਂ ਇੱਕ ਭਾਵ ਇਹ ਵੀ ਹੁੰਦਾ ਹੈ, ਸਤਿਗੁਰੂ ਜੀ ਅਸੀਂ ਆਪਣੀ ਬੁੱਧੀ ਆਪਣੀ ਮਤ ਆਪਣਾ ਦਿਮਾਗ ਆਪਣਾ ਸਿਰ ਤੁਹਾਡੇ ਚਰਨਾਂ ਤੇ ਅਰਪਣ ਕਰਦੇ ਆਂ। ਕਿਰਪਾ ਕਰੋ ਮਨਮੁਖਤਾਈ ਵਾਲੀ ਬੁੱਧ ਇਸ ਦੇ ਵਿੱਚੋਂ ਮੇਟ ਦੇਵੋ, ਆਪਣੀ ਗੁਰਮਤ ਇਸ ਦੇ ਵਿੱਚ ਪਾ ਦੇਵੋ। ਇਸ ਸੀਸ ਦੇ ਅੰਦਰ ਇਸ ਦਿਮਾਗ ਦੇ ਅੰਦਰ ਆਤਮ ਵਿਸ਼ਾਣੀ ਮਤ ਪਾ ਦੇਵੋ। ਮਹਾਰਾਜ ਸਾਡੀ ਦੁਰਮਤ ਨਾਸ ਹੋ ਜਾਵੇ, ਖੋਟੀ ਮਤ ਨਾਸ ਹੋ ਜਾਵੇ ਤੇ ਆਪ ਜੀ ਦੀ ਗੁਰਮਤ ਇਸ ਦੇ ਵਿੱਚ ਪ੍ਰਵੇਸ਼ ਕਰ ਜਾਵੇ। ਐਵੇਂ ਮਨ ਨੂੰ ਵੀ ਆਪਣੇ ਸਤਿਗੁਰੂ ਜੀ ਦੇ ਪਾਸ ਵੇਚ ਦੇਵੇ। ਆਪਣੀਆਂ ਚਤੁਰਾਈਆਂ ਸਿਆਣਪਾਂ ਦੇ ਅਨੁਸਾਰ ਇਸ ਨੂੰ ਭਜਾ ਭਜਾ ਕੇ ਨਾ ਮਾਰੇ। ਆਮ ਕਰਕੇ ਮਨੁੱਖ ਇਹ ਕਹਿੰਦਾ ਹੈ ਕਿ ਮਨ ਬੜਾ ਭਟਕਦਾ ਹੈ, ਤੇ ਮਨ ਵਿਚਾਰਾ ਕਹਿੰਦਾ ਹੋਣਾ ਮੈਨੂੰ ਇਹ ਬੰਦਾ ਬੜਾ ਭਟਕਾਉਂਦਾ, ਕਦੇ ਟਿਕਣ ਨਹੀਂ ਦਿੰਦਾ। ਇਸ ਪ੍ਰਕਾਰ ਗਰੀਬ ਨਿਵਾਜ ਸਾਹਿਬ ਜੀ ਦੇ ਕੋਲ ਵੇਚ ਹੀ ਦੇਵੇ। ਮਨ ਦੇ ਪਿੱਛੇ ਲੱਗ ਕਰਕੇ ਨਾ ਸਰੀਰ ਨੂੰ ਭਟਕਾਵੇ ਤੇ ਨਾ ਮਨ ਨੂੰ ਭਟਕਾਵੇ। ਮਨ ਸਤਿਗੁਰੂ ਜੀ ਦੇ ਕੋਲ ਵੇਚ ਦਿੱਤਾ ਹੈ। ਮਹਾਰਾਜ ਜੀ ਹੁਣ ਤਨ ਵੀ ਤੁਹਾਡਾ ਤੇ ਮਨ ਵੀ ਤੁਹਾਡਾ। ਤਨ ਮਨ ਤੇਰਾ ਧਨ ਵੀ ਤੇਰਾ, ਤੂੰ ਠਾਕੁਰ ਸੁਆਮੀ ਪ੍ਰਭ ਮੇਰਾ। ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇਰਾ ਤੁਝ ਕੋ ਸੌਂਪਤੇ, ਕਿਆ ਲਾਗਾ ਮੇਰਾ। ਅਸੀਂ ਦਾਵਾ ਕਰ ਲੈਨੇ ਆ ਬੁੱਧੀ ਦੇ ਤਲ ਤੇ ਜੂਣ ਵਾਲੇ, ਸਰੀਰ ਮੇਰਾ ਹੈ, ਮਨ ਮੇਰਾ ਹੈ। ਭਾਈ ਜੇ ਮੇਰਾ ਤੇ ਆਪਣੇ ਆਪ ਨੂੰ ਪੁੱਛੀਏ, ਪਿਆਰਿਆ ਤੂੰ ਲੈ ਕੇ ਕਿੱਥੋਂ ਆਇਆ ਇਸ ਨੂੰ? ਕਿਹੜੇ ਬਾਜ਼ਾਰ ਚੋਂ ਸਰੀਰ ਨੂੰ ਖਰੀਦਿਆ ਸੀ? ਕਿੱਥੋਂ ਤੂੰ ਪੈਦਾ ਕੀਤਾ ਇਸ ਨੂੰ? ਇਹ ਵਾਹਿਗੁਰੂ ਜੀ ਨੇ ਦਿੱਤਾ ਹੈ ਕਿ ਇਸ ਸਰੀਰ ਵਿੱਚ ਰਹਿ ਕਰਕੇ ਗੁਰਚਰਨੀ ਲੱਗ ਕੇ ਬੰਦਗੀ ਕਰਕੇ ਤੂੰ ਮੁਕਤ ਹੋ ਸਕੇ। ਤੇਰਾ ਤੇ ਕੁਛ ਵੀ ਨਹੀਂ। ਇਸ ਸਰੀਰ ਤੋਂ ਪਹਿਲਾਂ ਕਰੋੜਾਂ ਸਰੀਰ ਧਾਰਨ ਕੀਤੇ, ਕਦੇ ਕੋਈ ਨਾਲ ਨਿਭਿਆ? ਜਦੋਂ ਜਦੋਂ ਜਿਹੜਾ ਜਿਹੜਾ ਸਰੀਰ ਧਾਰਨ ਕੀਤਾ ਉਦੋਂ ਉਦੋਂ ਉਸੇ ਉਸੇ ਸਰੀਰ ਨੂੰ ਮੇਰਾ ਮੇਰਾ ਆਖਿਆ। ਪਰ ਜਿੱਥੇ ਜਿੱਥੇ ਧਾਰਨ ਕੀਤੇ ਸਾਰੇ ਸਰੀਰ ਉੱਥੇ ਹੀ ਛੱਡ ਦਿੱਤੇ। ਇਸ ਸਰੀਰ ਨੂੰ ਇਸ ਮਾਤ ਲੋਕ ਵਿੱਚ ਇਸੇ ਧਰਤੀ ਤੇ ਧਾਰਨ ਕੀਤਾ ਤੇ ਆਖਰਕਾਰ ਧਰਤੀ ਤੇ ਛੱਡ ਕੇ ਤੁਰ ਜਾਣਾ ਹੈ। ਇਸ ਕਰਕੇ ਤਨ ਵੀ ਮੇਰਾ ਨਹੀਂ, ਮਨ ਵੀ ਮੇਰਾ ਨਹੀਂ, ਧਨ ਵੀ ਮੇਰਾ ਨਹੀਂ। ਮਹਾਰਾਜ ਸਭ ਕੁਝ ਆਪ ਜੀ ਦਾ ਹੀ ਹੈ। ਅਸੀਂ ਕਹਿ ਤੇ ਦਿੰਦੇ ਆ ਸਭ ਕੁਝ ਮਾਲਕ ਦਾ ਹੈ, ਪਰ ਕਹਿ ਦੇਣ ਦੇ ਵਿੱਚ ਤੇ ਮੰਨ ਲੈਣ ਦੇ ਵਿੱਚ ਫਰਕ ਹੈ। ਇਸ ਗੱਲ ਨੂੰ ਮੰਨ ਕੇ ਕਿ ਮਹਾਰਾਜ ਇਹ ਤਨ ਵੀ ਤੁਹਾਡਾ ਹੈ, ਇਹ ਮਨ ਵੀ ਤੁਹਾਡਾ ਹੈ, ਇਹ ਧਨ ਵੀ ਤੁਹਾਡਾ ਹੈ। ਸਾਨੂੰ ਤੇ ਉਪਜੀਵਕਾ ਮਾਤਰ ਵਾਸਤੇ ਧਨ ਬਖਸ਼ਿਆ, ਸਰੀਰ ਬੰਦਗੀ ਵਾਸਤੇ ਬਖਸ਼ਿਆ। ਮਹਾਰਾਜ ਨਾਮ ਜਿਹੜਾ ਹੈ, ਜੋ ਮਨ ਜਿਹੜਾ ਹੈ ਨਾਮ ਦੇ ਵਿੱਚ ਟਿਕਾਉਣ ਵਾਸਤੇ ਬਖਸ਼ਿਆ ਹੈ। ਇਸ ਨੂੰ ਆਪਣੇ ਚਰਨਾਂ 'ਚ ਹੀ ਰੱਖ ਲਓ, ਹੁਣ ਇੱਥੇ ਹੀ ਟਿਕਿਆ ਰਵੇ। ਮਨ ਨੂੰ ਸਤਿਗੁਰੂ ਜੀ ਦੇ ਕੋਲ ਵੇਚ ਦੇਣਾ ਕਰੇ, ਆਪਣਾ ਹੱਕ ਦਾਵਾ ਨਾ ਰੱਖੇ ਤਨ ਅਤੇ ਮਨ ਦੇ ਉੱਪਰ। ਤਿਸ ਸੇਵਕ ਕੇ ਕਾਰਜ ਰਾਸ, ਤਿਸ ਸੇਵਕ ਦੇ ਸੇਵਾਦਾਰ ਦੇ ਸਾਰੇ ਕਾਰਜ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਸਵਾਰ ਦਿੰਦੇ ਨੇ। ਜਦੋਂ ਤੱਕ ਮਨੁੱਖ ਮੇਰਾ 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 ਕਰਦਾ ਉਦੋਂ ਤੱਕ ਕੁਝ ਨਹੀਂ ਸੰਵਰਦਾ। ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਉਦੋਂ ਤੱਕ ਤੇ ਚਿਤਵੇ ਹੋਏ ਕਾਰਜਾਂ ਦੇ ਵਿੱਚੋਂ ਇੱਕ ਵੀ ਪੂਰਾ ਨਹੀਂ ਹੁੰਦਾ। ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰਹਿ ਆਏ।
ਤਾਂ ਜਦੋਂ ਮਨੁੱਖ ਮੈਂ ਮੇਰੀ ਦੀ ਭਾਵਨਾ ਮਨ ਦੇ ਵਿੱਚੋਂ ਮਿਟਾ ਲੈਂਦਾ ਹੈ, ਮੇਰਾ ਛੱਡ ਕੇ ਤੇਰਾ ਹੀ ਤੇਰਾ, ਤੇਰਾ ਹੀ ਤੇਰਾ ਕਹਿੰਦਾ ਹੈ ਨਾ, ਉਦੋਂ ਪ੍ਰਮਾਤਮਾ ਜੀ ਸਾਰੇ ਕਾਰਜ ਆ ਕੇ ਸਵਾਰ ਦਿੰਦੇ ਨੇ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਪ੍ਰੈਕਟੀਕਲ ਕਰਕੇ ਸਾਨੂੰ ਸਮਝਾਇਆ ਹੈ। ਸੁਲਤਾਨਪੁਰ ਸਾਹਿਬ ਜੀ ਦੀ ਧਰਤੀ ਤੇ ਸਤਿਗੁਰੂ ਜੀ ਸ਼ੋਭਨੀਕ ਨੇ, ਬੇਅੰਤ ਜੀਵਾਂ ਦਾ ਭਲਾ ਕਰ ਰਹੇ ਨੇ, ਮੋਦੀਖਾਨੇ ਦੀ ਕਾਰ ਕਰ ਰਹੇ ਨੇ, ਤਕੜੀ ਪਕੜੀਏ ਤੋੜ ਤੋੜ ਕੇ ਦੇਈ ਜਾਂਦੇ ਨੇ। ਤੇ ਕੀ ਉਚਾਰਦੇ ਨੇ? ਤੇਰਾ 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 ਤੇਰਾ। ਇਹ ਨਹੀਂ ਕਹਿੰਦੇ ਕਿ ਇਹ ਜਿਹੜਾ ਸੌਦਾ ਇਹ ਮੋਦੀ ਦਾ ਏ, ਇਹ ਲੋਦੀ ਦਾ ਏ, ਸੁਲਤਾਨ ਦਾ ਏ। ਇਹ ਵੀ ਨਹੀਂ ਕਹਿੰਦੇ ਮੈਂ ਬੈਠਾ ਮੇਰਾ ਮਾਲਕ ਹੈ। ਵਾਹਿਗੁਰੂ ਜੀ ਨਹੀਂ ਕਹਿੰਦੇ, ਵਾਹਿਗੁਰੂ ਸਭ ਤੇਰਾ ਹੀ ਤੇਰਾ ਹੈ, ਤੇਰਾ ਹੀ ਤੇਰਾ ਹੈ, ਤੇਰਾ ਹੀ ਤੇਰਾ ਹੈ। ਤੇ ਨਿੰਦਕਾਂ ਨੇ ਚੁਗਲੀਆਂ ਲਾ ਦਿੱਤੀਆਂ ਨਾ, ਚੁਗਲਾਂ ਨੇ ਸਾਰਾ ਹਿਸਾਬ ਕਿਤਾਬ ਹੋਇਆ, ਤੇਰਾ ਤੇਰਾ ਕਹਿ ਕਰਕੇ ਤੋਲਿਆ ਸੀ ਤੇ ਵਾਧਾ ਹੀ ਨਿਕਲਿਆ, ਘਟਿਆ ਨਹੀਂ। ਇਸ ਪ੍ਰਕਾਰ ਸਤਿਗੁਰੂ ਜੀ ਨੇ ਜਣਾਇਆ, ਸਿੱਖਾ ਜਦੋਂ ਤੇਰਾ ਦੀ ਭਾਵਨਾ ਰੱਖ ਕਰਕੇ ਕਿਰਤ ਕਰੇਗਾ ਤੇ ਗੁਰੂ ਵਾਧੇ ਪਾਵੇਗਾ, ਨਿਰੰਕਾਰ ਵਾਧੇ ਪਾਵੇਗਾ। ਜਦੋਂ ਤੱਕ ਅਸੀਂ ਮੇਰਾ ਮੇਰਾ ਕਰਦੇ ਹਾਂ, ਘਾਟੇ ਉਦੋਂ ਤੱਕ ਹੀ ਨੇ। ਜਦੋਂ ਤੇਰਾ ਤੇ ਸੁਰਤ ਟਿਕਾ ਲਈਏ, ਮਹਾਰਾਜ ਸਭ ਕੁਝ ਤੇਰਾ ਹੀ ਤੇਰਾ ਹੈ, ਤੇਰਾ ਹੀ ਤੇਰਾ ਹੈ। ਜੋ ਦਿੱਤਾ ਹੈ ਇਹ ਵੀ ਤੇਰਾ ਹੈ, ਜੋ ਸਾਡੇ ਕਰਮਾਂ ਦੇ ਵਿਜੋਗ ਕਰਕੇ ਸਾਡੇ ਕੋਲੋਂ ਖੋਹ ਲਿਆ ਉਹ ਵੀ ਤੇਰਾ ਹੀ ਸੀ, ਸਾਡਾ ਤੇ ਹੈ ਹੀ ਨਹੀਂ ਸੀ, ਅਸੀਂ ਕਿੱਥੋਂ ਲੈ ਕੇ ਆਏ ਹਾਂ। ਜੋ ਵਾਪਸ ਲੈ ਲਿਆ ਉਹ ਵੀ ਤੇਰਾ ਹੈ, ਜੋ ਪਹਿਲਾਂ ਦਿੱਤਾ ਸੀ ਉਹ ਵੀ ਤੇਰਾ, ਤੇ ਜੋ ਹੁਣ ਦੇ ਰਹੇ ਹੋ ਉਹ ਵੀ ਤੇਰਾ ਹੈ। ਸਾਨੂੰ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਤੇਰਾ ਤੇਰਾ ਸਿਖਾਇਆ ਹੈ, ਤੇ ਅਸੀਂ ਤੇਰਾ ਛੱਡ ਕੇ 13 ਤੇ ਆ ਗਏ ਹਾਂ। ਅਸੀਂ 13 ਕਹਿਣ ਲੱਗ ਗਏ। ਤੇਰਾ ਨਹੀਂ, ਅਸਲ ਸ਼ਬਦ ਤੇਰਾ ਹੈ। ਮਹਾਰਾਜ ਇਹ ਤੇਰਾ ਹੀ ਤੇਰਾ ਹੈ। ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਹਨ ਇਸੇ ਪ੍ਰਕਾਰ, ਦੁਬਾਰਾ ਪੜ੍ਹ ਦਿਓ ਜੀ। ਤਿਸ ਸੇਵਕ ਕੇ ਕਾਰਜ ਰਾਸ, ਜਿਹੜਾ ਮੇਰਾ ਦੀ ਭਾਵਨਾ ਛੱਡ ਕੇ ਤੇਰਾ ਦੀ ਭਾਵਨਾ ਰੱਖਦਾ ਹੈ, ਆਪਣੇ ਮਨ ਨੂੰ ਸਤਿਗੁਰੂ ਜੀ ਦੇ ਪਾਸ ਵੇਚ ਦਿੰਦਾ ਹੈ, ਭਾਵ ਗੁਰ ਚਰਨਾਂ ਵਿਖੇ ਅਰਪਣ ਕਰਕੇ ਹੱਕ ਦਾ ਵੇ ਛੱਡ ਦਿੰਦਾ ਹੈ, ਅਕਾਲ ਪੁਰਖ ਵਾਹਿਗੁਰੂ ਜੀ ਤੇ ਇਸ ਸੇਵਕ ਦੇ ਸਾਰੇ ਕਾਰਜ ਰਾਸ ਕਰ ਦਿੰਦੇ ਨੇ, ਸਵਾਰ ਦਿੰਦੇ ਹਨ ਜੀ। ਸੇਵਾ ਕਰਤ ਹੋਏ ਨਹਿ ਕਾਮੀ, ਫਿਰ ਜਿਹੜਾ ਸਿੱਖ ਹੈ ਸੰਗਤ ਵਿੱਚ ਰਹਿੰਦਿਆਂ ਹੋਇਆਂ, ਗੁਰ ਚਰਨਾਂ ਵਿੱਚ ਰਹਿੰਦਿਆਂ ਹੋਇਆਂ ਨਹਿ ਕਾਮੀ, ਕਾਮਨਾਵਾਂ ਤੋਂ ਰਹਿਤ ਹੋ ਕਰਕੇ ਸੇਵਾ ਕਰੇ। ਕਾਮਨਾਵਾਂ ਨਾ ਹੋਣ, ਭਾਵੇਂ ਕਿ ਪਹਿਲੀਆਂ ਅਵਸਥਾ ਦੇ ਵਿੱਚ ਸਭ ਕੁਝ ਸਤਿਗੁਰੂ ਜੀ ਦੇ ਪਾਸੋਂ ਹੀ ਮੰਗਣਾ ਹੈ। ਗਰੀਬ ਨਿਵਾਜ ਸਾਹਿਬ ਜੀ, ਮਾਨ ਮੰਗੋ ਤਾਨ ਮੰਗੋ ਧਨ ਲਖਮੀ ਸੋ ਤਦੇਹ, ਮੰਗਣ ਵਾਸਤੇ ਕਿਸੇ ਹੋਰ ਦਰ ਤੇ ਨਹੀਂ ਜਾਣਾ। ਪਰ ਜਿਵੇਂ ਜਿਵੇਂ ਭਾਵਨਾਵਾਂ ਪੂਰੀਆਂ ਹੁੰਦੀਆਂ ਨੇ, ਸ਼ਰਧਾ ਪੂਰੀਆਂ ਹੁੰਦੀਆਂ ਨੇ, ਜਿਵੇਂ ਜਿਵੇਂ ਜਿਹੜਾ ਜੀਵ ਸਿਮਰਨ ਕਰਦਾ, ਜਿਵੇਂ ਜਿਵੇਂ ਜਿਹੜੀ ਸੁਰਤ ਹੈ ਉਹ ਪਦਾਰਥਾਂ ਤੋਂ ਉੱਚੀ ਉੱਠਦੀ ਏ, ਫਿਰ ਜੀਵ ਨਿਸ਼ਕਾਮ ਹੁੰਦਾ ਹੈ, ਕਾਮਨਾਵਾਂ ਤੋਂ ਰਹਿਤ ਹੁੰਦਾ ਹੈ, ਮਨ ਦੀਆਂ ਮੰਗਾਂ ਤੋਂ ਰਹਿਤ ਹੁੰਦਾ ਹੈ। ਜੇ ਪਹਿਲੇ ਦਿਨ ਹੀ ਆਖੀਏ ਨਿਸ਼ਕਾਮ ਹੋ ਜਾਵੇ ਤੇ ਨਹੀਂ ਹੋਇਆ ਜਾਂਦਾ। ਪਹਿਲਾਂ ਜਿਵੇਂ ਜਿਵੇਂ ਵਸਤੂਆਂ ਮਿਲਣਗੀਆਂ, ਭਾਣੇ ਵਿੱਚ ਰਹਿ ਕਰਕੇ ਸਿਮਰਨ ਕਰਦਾ ਹੋਇਆ ਤਿੰਨਾਂ ਨੂੰ ਵਰਤਣਾ ਕਰੇ ਤੇ ਫਿਰ ਨਿਸ਼ਕਾਮਤਾ ਆਉਂਦੀ ਜਾਵੇਗੀ। ਮੇਰੇ ਦਾਤਾ ਜੀ ਸਭ ਕੁਝ ਆਪੇ ਹੀ ਦੇਈ ਜਾਂਦੇ ਨੇ, ਮੰਗਣ ਦੀ ਤੇ ਲੋੜ ਹੀ ਨਹੀਂ। ਜਿਵੇਂ ਜਿਵੇਂ ਭਾਣੇ ਦੀ ਸਮਝ ਆਉਂਦੀ, ਭਾਣਾ ਪਿਆਰਾ ਲੱਗਦਾ, ਵਾਹਿਗੁਰੂ ਜੀ ਦੀਆਂ ਦਾਤਾਂ ਬਖਸ਼ਿਸ਼ਾਂ ਸਮਝ ਆਉਂਦੀਆਂ ਨੇ, ਫਿਰ ਜੀਵ ਨਿਸ਼ਕਾਮ ਹੁੰਦਾ। ਤੇ ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ, ਜਦੋਂ ਨਿਸ਼ਕਾਮ ਹੋ ਕਰਕੇ ਕਾਮਨਾਵਾਂ ਤੋਂ ਰਹਿਤ ਹੋ ਕਰਕੇ ਸੇਵਾ ਕਰੈ, ਸੇਵਾ ਨੂੰ ਕਰਨਾ ਕਰਦਾ ਹੈ, ਤਿਸ ਕਉ ਹੋਤ ਪ੍ਰਾਪਤ ਸੁਆਮੀ, ਫਿਰ ਤਿਸ ਨੂੰ ਸਤਿਗੁਰੂ ਜੀ ਦੀ ਨਿਸ਼ਕਾਮ ਭਾਵਨਾ ਦੇ ਨਾਲ ਕੀਤੀ ਹੋਈ ਸੇਵਾ ਦੇ ਸਦਕਾ ਸੁਆਮੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਜਿਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪ੍ਰਾਪਤ ਕਰਨ ਵਾਸਤੇ ਜੋਗੀ ਜਤੀ ਤਪੀ ਪਚਹਾਰੇ ਅਰ ਬਹੁ ਲੋਗ ਸਿਆਣੇ, ਜੋਗੀ ਜਤੀ ਤਪੀ ਤਪਸਵੀ ਇਤਿਆਦਿਕ ਸਾਰੇ ਹਾਰ ਗਏ, ਖਪ ਗਏ, ਖੁਆਰ ਹੋ ਗਏ। ਹਾਰ ਪਰੇ ਹਰ ਹੱਥ ਨਾ ਆਇਓ, ਸਾਰੇ ਹਾਰ ਗਏ ਪਰ ਕਿਸੇ ਦੇ ਹੱਥ ਹਰੀ ਲੱਗਾ ਹੀ ਨਹੀਂ, ਕਿਸੇ ਨੂੰ ਵਾਹਿਗੁਰੂ ਮਿਲਿਆ ਨਹੀਂ। ਜਿਹੜਾ ਜੋਗੀਆਂ ਤਪੀਆਂ ਤਪਸਵੀਆਂ ਨੂੰ ਵੀ ਨਹੀਂ ਨਾ ਮਿਲਿਆ, ਜਿਸ ਨੂੰ ਦੇਵਤੇ ਵੀ ਲੱਭਦੇ ਫਿਰਦੇ ਪਰ ਲੱਭਦਾ ਹੀ ਨਹੀਂ। ਇੱਥੋਂ ਤੱਕ ਕਿ 33 ਕਰੋੜ ਦੇਵਤਿਆਂ ਦੇ 3 ਮੁਖੀ ਦੇਵਤੇ, ਤਿੰਨਾਂ ਨੂੰ ਵੀ ਉਹ ਵਾਹਿਗੁਰੂ ਨਜ਼ਰ ਨਹੀਂ ਆਉਂਦਾ। ਉਹ ਵੇਖੈ ਉਹਨਾਂ ਨਜ਼ਰ ਨਾ ਆਵੈ, ਉਹ ਵਾਹਿਗੁਰੂ ਤੇ ਉਹਨਾਂ ਤਿੰਨਾਂ ਨੂੰ ਵੀ ਦੇਖ ਰਿਹਾ ਪਰ ਉਹਨਾਂ ਤਿੰਨਾਂ ਨੂੰ ਨਜ਼ਰ ਨਹੀਂ ਆਉਂਦਾ। ਜਿਹੜਾ ਦੇਵਤਿਆਂ ਕਰਕੇ ਵੀ ਅਗਮ ਅਗੋਚਰ ਹੈ, ਦਾਨਵਾ ਕਰਕੇ, ਮਾਨਵਾ ਕਰਕੇ, ਇੰਦਰੀਆਂ ਕਰਕੇ, ਸਰੀਰਾਂ ਕਰਕੇ ਅਗਮ ਅਗੋਚਰ ਹੈ ਨਾ। ਜਦੋਂ ਸੇਵਾਦਾਰ ਨਿਸ਼ਕਾਮ ਭਾਵਨਾ ਦੇ ਨਾਲ ਸਤਿਗੁਰ ਪਰਮੇਸ਼ਰ ਜੀ ਦੀ ਸੇਵਾ ਕਰਦਾ ਹੈ, ਫਿਰ ਤਿਸ ਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਪ੍ਰਾਪਤ ਹੋ ਜਾਂਦਾ ਹੈ। ਸਤਿਗੁਰੂ ਜੀ ਦੀ ਨਿਸ਼ਕਾਮ ਭਾਵਨਾ ਦੇ ਨਾਲ ਕੀਤੀ ਹੋਈ ਸੇਵਾ ਵਾਹਿਗੁਰੂ ਜੀ ਦੇ ਨਾਲ ਮਿਲਾਉਣ ਵਾਲੀ ਹੈ। ਆਪਣੀ ਕਿਰਪਾ ਜਿਸ ਆਪ ਕਰੇ, ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਵੱਡੀਆਂ ਭਾਰੀਆਂ ਦਾਤਾਂ ਨਿਸ਼ਕਾਮ ਹੋ ਕੇ ਸੇਵਾ ਕਰਨੀ ਤੇ ਵਾਹਿਗੁਰੂ ਜੀ ਦੀ ਪ੍ਰਾਪਤੀ ਕਰਨੀ, ਇਹ ਕਿਸ ਨੂੰ ਮਿਲਦੀ ਹੈ? ਪਾਤਸ਼ਾਹ ਜੀ ਫਰਮਾਵਨਾ ਕਰਦੇ ਹਨ,
ਆਪਣੀ ਕਿਰਪਾ ਜਿਨ੍ਹਾਂ ਸੇਵਕਾਂ ਦੇ ਉੱਪਰ ਹਰੀ ਪਰਮਾਤਮਾ ਹਰੀ ਅਕਾਲ ਪੁਰਖ ਜੀ ਕਰ ਦੇਣਾ ਕਰਦੇ ਹਨ। ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਉਹ ਆਕਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਮਤ ਨੂੰ ਧਾਰਨ ਕਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ੁਭ ਸਿੱਖਿਆ ਨੂੰ ਉਹੀ ਉਹ ਸੇਵਾਦਾਰ ਬਣ ਕੇ ਗ੍ਰਹਿਣ ਕਰ ਲੈਣਾ ਕਰਦਾ ਹੈ। ਮਤ ਲੇ ਲੱਲੇ ਲਾਂ ਈੜੀ ਸਿਹਾਰੀ। ਈੜੀ ਸਿਹਾਰੀ ਸਾਧ ਸੰਗਤ ਜੀ ਨਿਸ਼ਚੇ ਦੀ ਵਾਚਕ ਹੈ। ਭਾਈ ਨਿਸ਼ਚੇ ਦੇ ਸਹਿਤ ਜਾਣ ਲੈਣਾ ਕਰੋ। ਜਿਸ ਦੇ ਉੱਪਰ ਸੇਵਕ ਦੇ ਉੱਪਰ ਸਤਿਗੁਰੂ ਜੀ ਕਿਰਪਾਲਤਾ ਬਖਸ਼ਿਸ਼ ਰਹਿਮਤ ਕਰਦੇ ਨੇ ਉਹੀ ਉਹ ਸਤਿਗੁਰੂ ਜੀ ਦੀ ਮੱਤ ਪ੍ਰਾਪਤ ਕਰਦਾ ਹੈ। ਉਸੇ ਨੂੰ ਇਹ ਦਾਤ ਮਿਲਦੀ ਹੈ ਜੀ। ਬੀਸ ਬਿਸਵੇ ਗੁਰ ਕਾ ਮਨ ਮਾਨੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕੌਣ ਨੇ? ਉਹ ਜਿਨ੍ਹਾਂ ਨੂੰ ਇਹ ਦਾਤ ਮਿਲਦੀ ਹੈ। ਸਤਿਗੁਰੂ ਜੀ ਪ੍ਰਸੰਨ ਹੋ ਕਰਕੇ ਜਿਨ੍ਹਾਂ ਨੂੰ ਇਹ ਦਾਤਾਂ ਦਿੰਦੇ ਨੇ ਤੇ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ 20 ਵਿਸਵੇ 20 ਵਿਸਵੇ ਜਿਸ ਦੇ ਉੱਪਰ ਗੁਰੂ ਦਾ ਮਨ ਮੰਨ ਜਾਵੇ। ਸਾਧ ਸੰਗਤ ਜੀ ਪੁਰਾਣੇ ਬਜ਼ੁਰਗਾਂ ਦੇ ਕੋਲ ਬੈਠੀਏ ਨਾ ਤੇ ਕਿਸੇ ਗੱਲ ਨੂੰ ਸੱਚ ਕਹਿਣਾ ਹੋਵੇ ਤੇ ਬਜ਼ੁਰਗ ਸੁਭਾਵਕ ਹੀ ਕਹਿ ਦਿੰਦੇ ਇਹ ਗੱਲ 16 ਆਨੇ ਸੱਚ ਹੈ। 16 ਆਨੇ ਹੋਣ ਤੇ ਪੂਰਾ 1 ਰੁਪਈਆ ਬਣ ਜਾਂਦਾ ਹੈ। ਪੂਰਾ ਰੁਪਈਆ, ਨਾ ਘੱਟ ਤੇ ਨਾ ਵੱਧ। ਤੇ ਉਹਨਾਂ ਦੇ ਇਸ ਮੁਹਾਵਰੇ ਤੋਂ ਭਾਵ ਇਹ ਹੁੰਦਾ ਹੈ ਕਿ ਇਹ ਜਿਹੜੀ ਗੱਲ ਹੈ ਪੂਰੀ ਸੱਚ ਹੈ। ਇਸ ਦੇ ਵਿੱਚ ਸ਼ੰਕੇ ਦੀ ਗੁੰਜਾਇਸ਼ ਨਹੀਂ, ਇਸ ਦੇ ਵਿੱਚ ਝੂਠ ਦੀ ਗੁੰਜਾਇਸ਼ ਨਹੀਂ। ਇਸੇ ਪ੍ਰਕਾਰ ਸਾਧ ਸੰਗਤ ਜੀ 16 ਗਿਰਾਂ ਦਾ ਪੂਰਾ 1 ਗੱਜ ਬਣਦਾ ਹੈ। 16 ਗਿਰਾਂ ਨੇ ਤੇ ਫਿਰ ਗੱਜ ਪੂਰਾ। ਜੇ 15 ਵੀ ਹੋ ਗਈਆਂ, ਪੌਣੇ 16 ਵੀ ਹੋ ਗਈਆਂ ਤੇ ਗੱਜ ਪੂਰਾ ਨਹੀਂ। ਜੇ 1000 ਮੀਟਰ ਹੋਵੇ ਤੇ 1 ਕਿਲੋਮੀਟਰ ਬਣਦਾ ਹੈ। 1000 ਦੇ ਵਿੱਚੋਂ ਜੇ 1 ਮੀਟਰ ਵੀ ਘਟ ਗਿਆ ਤੇ ਉਹ ਕਿਲੋਮੀਟਰ ਪੂਰਾ ਨਹੀਂ। ਲੱਖ ਰੁਪਈਆ 100,000 ਹੋਵੇ ਤੇ ਲੱਖ ਬਣ ਗਿਆ। ਪਰ ਜੇ ਸਾਧ ਸੰਗਤ ਜੀ 99,999 ਹੀ ਹੋਣ ਤੇ ਲੱਖ ਪੂਰਾ ਨਹੀਂ। ਜਿੱਥੇ ਰੰਚਕ ਮਾਤਰ ਵੀ ਘਟ ਗਿਆ ਉਥੇ ਪੂਰਨਤਾ ਹੀ ਨਹੀਂ ਰਹਿ ਜਾਂਦੀ। ਇਸੇ ਪ੍ਰਕਾਰ 20 ਵਿਸਵਿਆਂ ਦਾ 20 ਵਿਸਵਿਆਂ ਦਾ 1 ਵਿਗਾ ਹੁੰਦਾ ਹੈ। ਜਦੋਂ ਜ਼ਮੀਨ ਦੀ ਵੰਡ ਕੀਤੀ ਜਾਂਦੀ, ਮਿਣਤੀ ਕੀਤੀ ਜਾਂਦੀ ਹੈ ਨਾ, ਜਿਵੇਂ ਸ਼ਹਿਰਾਂ ਦੇ ਵਿੱਚ ਸਕੁਅਰ ਫੁੱਟ ਚੱਲਦੇ ਨੇ ਜਾਂ ਗੱਜ ਚੱਲਦੇ ਨੇ, ਪਿੰਡਾਂ ਦੇ ਵਿੱਚ ਘਰ ਮਕਾਨ ਲੈਣਾ ਹੋਵੇ ਤੇ ਮਰਲਿਆਂ ਦੇ ਨਾਲ ਲੈ ਜਾਂਦੇ ਜੀ ਕਿੰਨੇ ਮਰਲੇ 'ਚ ਘਰ ਬਣਾਇਆ ਹੈ। ਤੇ ਜਿਹੜੀ ਵਾਹੁਣ ਵਾਲੀ ਜ਼ਮੀਨ ਹੁੰਦੀ ਹੈ ਨਾ ਖੇਤੀਬਾੜੀ ਵਾਲੀ, ਉਹ ਵਿਗਿਆਂ ਦੇ ਨਾਲ ਤੇ ਕਿੱਲਿਆਂ ਦੇ ਨਾਲ ਮਿਲੀ ਜਾਂਦੀ ਹੈ। ਫਲਾਣਾ ਇੰਨੇ ਕਿੱਲਿਆਂ ਦਾ ਮਾਲਕ ਹੈ, ਉਸ ਸਰਦਾਰ ਕੋਲ ਇੰਨੇ ਮੁਰੱਬੇ ਨੇ ਅਥਵਾ ਇੰਨੇ ਕਿੱਲੇ ਨੇ। ਜਿਹੜੀ ਜ਼ਮੀਨ ਦੀ ਵੰਡ ਹੈ ਇਸ ਦੀ ਮਿਣਤੀ ਵਾਸਤੇ ਪੈਮਾਨਾ ਰੱਖਿਆ ਗਿਆ, ਉਹ ਵਿਗੇ ਨੇ। ਤੇ 1 ਵਿਗੇ ਦੇ ਵਿੱਚ 20 ਵਿਸਵੇ ਹੁੰਦੇ ਨੇ। ਜੇ ਤੇ 20 ਵਿਸਵੇ ਪੂਰੇ ਨੇ ਤੇ ਫਿਰ ਵਿਗਾ ਪੂਰਾ ਹੈ। ਤੇ ਜੇ 20 ਵਿਸਵਿਆਂ ਚੋਂ ਥੋੜਾ ਜਿਵੇਂ ਘਟ ਗਿਆ ਫਿਰ ਉਹ ਵਿਗਾ ਨਹੀਂ ਰਹਿੰਦਾ। ਜਿਵੇਂ 20 ਵਿਸਵੇ ਹੋਣ ਤੇ ਪੂਰਾ ਵਿਗਾ ਬਣਦਾ ਹੈ, ਐਵੇਂ ਜਿਸ ਸੇਵਾਦਾਰ ਦੇ ਉੱਪਰ ਪੂਰਾ ਮਨ ਸਤਿਗੁਰੂ ਜੀ ਦਾ ਮੰਨ ਗਿਆ ਹੈ, ਜਿਸ ਦੇ ਉੱਪਰ ਸਤਿਗੁਰੂ ਜੀ ਮੁਕੰਮਲ ਰੂਪ ਵਿੱਚ ਦਇਆਲੂ ਹੋ ਗਏ, ਕਿਰਪਾਲੂ ਹੋ ਗਏ, ਪੂਰਨ ਰੂਪ ਦੇ ਵਿੱਚ ਜਿਸ ਦੇ ਉੱਪਰ ਸਤਿਗੁਰੂ ਜੀ ਨੇ ਆਪਣੀ ਅਨੁਕੰਪਾ ਕਰ ਦਿੱਤੀ, ਨਜ਼ਰੇ ਅਨਾਇਤ ਕਰ ਦਿੱਤੀ ਹੈ। ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਫਿਰ ਸਤਿਗੁਰੂ ਜੀ ਦੀ ਖੁਸ਼ੀ ਦੇ ਨਾਲ, ਸਤਿਗੁਰੂ ਜੀ ਦੀ ਮਿਹਰ ਦੇ ਨਾਲ ਉਹ ਜਿਹੜਾ ਪ੍ਰਾਣੀ ਹੈ ਪਰਮੇਸ਼ਰ ਜੀ ਦੀ ਗਤ ਪ੍ਰਾਪਤੀ ਕਰਨੀ ਜਾਣ ਲੈਂਦਾ ਹੈ। ਸਤਿਗੁਰੂ ਜੀ ਤੇ ਇਸ ਨੂੰ ਪਰਮਾਤਮਾ ਜੀ ਦੀ ਪ੍ਰਾਪਤੀ ਕਰਾ ਦਿੰਦੇ ਨੇ। ਜਿਹਦਾ ਦਾਨਵਾਂ ਨੂੰ, ਮਾਨਵਾਂ ਨੂੰ, ਦੇਵਤਿਆਂ ਨੂੰ, ਰਿਖੀਆਂ ਮੁਨੀਆਂ, ਪੈਗੰਬਰਾਂ ਨੂੰ, ਵਲੀਆਂ ਨਬੀਆਂ ਨੂੰ ਪ੍ਰਾਪਤ ਨਾ ਹੋਇਆ, ਸਤਿਗੁਰੂ ਜੀ ਸੁਭਾਵਕ ਹੀ ਜਿਸ ਦੇ ਉੱਪਰ ਪ੍ਰਸੰਨ ਹੋ ਜਾਂਦੇ ਨੇ, ਵਾਹਿਗੁਰੂ ਜੀ ਦੇ ਨਾਲ ਮਿਲਾ ਦਿੰਦੇ ਹਨ। ਸੋ ਸਤਿਗੁਰ ਜਿਸ ਹਿਰਦੈ ਹਰ ਨਾਮ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਐਸੇ ਨੇ ਸਾਡੇ ਪੂਰੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਸਦਾ ਹੀ ਪਰਮਾਤਮਾ ਦੇ ਨਾਮ ਦਾ ਵਾਸਾ ਹੈ। ਇਸੇ ਪ੍ਰਕਾਰ ਸੋ ਸਤਿਗੁਰ ਪੂਰੇ ਸਤਿਗੁਰੂ ਜੀ ਉਹ ਨੇ ਜਿਸ ਦੇ ਉਪਦੇਸ਼ ਦੇ ਨਾਲ ਹਿਰਦੈ ਹਰ ਨਾਉ, ਸਿੱਖ ਦੇ ਹਿਰਦੇ ਦੇ ਵਿੱਚ ਨਾਮ ਵਸ ਜਾਵੇ। ਅੱਜ ਵੀ ਬੜੇ ਫਿਰਦੇ ਨੇ, ਕੋਈ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਤੇ ਕੋਈ ਸਤਿਗੁਰੂ ਅਖਵਾਉਂਦਾ, ਪਰ ਨਾ ਉਹਨਾਂ ਦੇ ਹਿਰਦੇ ਵਿੱਚ ਨਾਮ ਤੇ ਨਾ ਉਹਨਾਂ ਦੇ ਮੰਨਣ ਵਾਲਿਆਂ ਦੇ ਹਿਰਦੇ ਵਿੱਚ ਨਾਮ। ਵਿਕਾਰੀ ਹੋਏ ਫਿਰਦੇ ਨੇ ਆਪ ਵੀ, ਕੁਛ ਜੇਲ੍ਹਾਂ 'ਚ ਬੈਠੇ ਨੇ, ਆਪਣੀਆਂ ਕੁਕਰਨੀਆਂ ਦਾ, ਕੁਕਰਮਾਂ ਦਾ ਫਲ ਪਈ ਭੋਗਦੇ ਨੇ। ਅਖਵਾਉਂਦੇ ਸਨ ਕਦੇ ਸਤਿਗੁਰੂ, ਪਰ ਦੇਖ ਲੋ ਅੱਜ ਹਸ਼ਰ ਕੀ ਹੈ। ਤਿੰਨਾਂ ਦੇ ਪਾਪ ਕਰਮ ਉਗੜ ਕੇ ਸਾਹਮਣੇ ਆ ਗਏ। ਹਿਰਦੇ ਵਿੱਚ ਨਾਮ ਨਹੀਂ, ਕਾਮ ਸੀ। ਹਿਰਦੇ ਵਿੱਚ ਪਿਆਰ ਨਹੀਂ, ਵਿਕਾਰ ਸੀ। ਦੁਨੀਆ ਦੇ ਅੰਦਰ ਸਾਹਮਣੇ ਹੋ ਗਿਆ ਨਾ। ਗਰੀਬ ਨਿਵਾਜ ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ, ਭਾਈ ਐਸੇ ਨੇ ਸਤਿਗੁਰੂ ਜੀ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਸਦਾ ਨਾਮ ਹੀ ਵਸਦਾ ਹੈ। ਤੇ ਸਤਿਗੁਰਾਂ ਜੀ ਦੀ ਬਖਸ਼ਿਸ਼ ਹੈ, ਜਿਹੜਾ ਗੁਰ ਚਰਨੀ ਲੱਗਦਾ ਹੈ ਆਪਣੇ ਉਪਦੇਸ਼ ਦੇ ਨਾਲ ਹਿਰਦੇ ਦੇ ਵਿੱਚ ਨਾਮ ਵਸਾ ਦਿੰਦੇ ਨੇ ਹਰੀ ਪਰਮੇਸ਼ਰ ਵਾਹਿਗੁਰੂ ਜੀ ਦਾ।
ਅਨੇਕ ਬਾਰ ਗੁਰ ਕੋ ਬਲ ਜਾਓ। ਐਸੇ ਸਤਿਗੁਰੂ ਜੀ ਤੋਂ ਬਾਰ-ਬਾਰ ਕੁਰਬਾਨ ਬਲਿਹਾਰ ਜਾਣਾ ਕਰਦੇ ਹਾਂ। ਵਾਰ ਨੇ ਬਲਿਹਾਰ ਨੇ ਲੱਖ ਬਰੀਆ, ਨਮੋਹ ਨਾਮ ਸਾਹਿਬ ਕੋ ਪ੍ਰਾਨ ਅਧਰਿਆ। ਜਿਸ ਵਾਹਿਗੁਰੂ ਜੀ ਦਾ ਨਾਮ ਪ੍ਰਾਣਾ ਦਾ ਆਸਰਾ ਹੈ, ਉਸ ਪ੍ਰਾਣਾ ਦੇ ਆਧਾਰ ਨਾਮ ਨੂੰ ਜੋ ਸਤਿਗੁਰੂ ਜੀ ਹਿਰਦੇ ਦੇ ਵਿੱਚ ਵਸਾਉਣ ਵਾਲੇ ਹਨ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਸਦ ਦਾ ਅਰਥ ਹੈ 100। ਇੱਕ ਇੱਕ ਦਿਨ ਦੇ ਵਿੱਚ ਸੈਂਕੜੇ ਵਾਰ ਐਸੇ ਸਤਿਗੁਰੂ ਜੀ ਤੋਂ ਕੁਰਬਾਨ ਬਲਿਹਾਰ ਜਾਣਾ ਕਰੀਏ ਜੋ ਹਿਰਦੇ ਦੇ ਅੰਦਰ ਨਾਮ ਨੂੰ ਵਸਾਵਣੇ ਵਾਲੇ ਹਨ। ਸਰਬ ਨਿਧਾਨ ਜੀਅ ਕਾ ਦਾਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅੰਦਰ ਬੇਅੰਤ ਵਡਿਆਈਆਂ ਨੇ। ਮਹਾਰਾਜ ਕੁਛ ਕਥਨ ਕਰਕੇ ਦੱਸੋ। ਹਜ਼ੂਰ ਫਰਮਾਉਂਦੇ ਨੇ, ਭਾਈ ਸਰਬ ਨਿਧਾਨ, ਸਾਰੇ ਜਿਤਨੇ ਖਜ਼ਾਨੇ ਨੇ ਸਤਿਗੁਰੂ ਜੀ ਦੇ ਅਧੀਨ ਨੇ। ਜੀਅ ਕਾ ਦਾਤਾ, ਸਾਰਿਆਂ ਜੀਵਾਂ ਨੂੰ ਜੀਵਨ ਦਾਤਾ ਦੇਣ ਵਾਲੇ ਸਤਿਗੁਰੂ ਜੀ। ਜੀਅ ਕਾ ਦਾਤਾ, ਸਾਰੇ ਜੀਵਾਂ ਨੂੰ ਰਿਜ਼ਕ ਦੇਣ ਵਾਲੇ ਸਤਿਗੁਰੂ ਜੀ। ਜੀਅ ਕਾ ਦਾਤਾ, ਸਾਰਿਆਂ ਜੀਵਾਂ ਨੂੰ ਸੁੱਖਾਂ ਦੇ ਦਾਤੇ ਵੀ ਸਤਿਗੁਰੂ ਜੀ। ਇਸੇ ਪ੍ਰਕਾਰ ਨਿਧੀਆਂ ਰਿਧੀਆਂ ਸਿੱਧੀਆਂ ਰੂਪੀ ਖਜ਼ਾਨੇ, ਪ੍ਰਤੱਖ ਖਜ਼ਾਨੇ ਤੇ ਨਾਮ ਰੂਪੀ ਖਜ਼ਾਨਾ ਬਖਸ਼ਣ ਵਾਲੇ ਵੀ ਜੀਵਾਂ ਨੂੰ ਸਤਿਗੁਰੂ ਜੀ ਹੀ ਹਨ ਜੀ। ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ। ਐਸੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਠੇ ਪਹਿਰ ਪਾਰ ਬ੍ਰਹਮ ਵਾਹਿਗੁਰੂ ਜੀ ਦੇ ਪ੍ਰੇਮ ਦੇ ਵਿੱਚ ਰੰਗੇ ਰਹਿੰਦੇ ਨੇ। ਧੰਨ ਕਲਗੀਧਰ ਸੱਚੇ ਪਾਤਸ਼ਾਹ ਜੀ ਮਹਾਰਾਜ ਲੱਖਾਂ ਦੀ ਗਿਣਤੀ ਵਿੱਚ ਫੌਜਾਂ ਚੜ ਆਈਆਂ ਨੇ, ਪਰ ਅੰਮ੍ਰਿਤ ਵੇਲਾ ਹੋ ਗਿਆ ਤੇ ਸਰਸਾ ਦੇ ਕੰਢੇ ਤੇ ਦਰਖਤ ਦੇ ਨਾਲ ਹੀ ਚੰਦੋਵਾ ਬੰਨ ਲਿਆ। ਅੰਮ੍ਰਿਤ ਵੇਲੇ ਦਾ ਸਮਾਂ, ਆਸਾ ਜੀ ਦੀ ਵਾਰ ਦਾ ਸਮਾਂ, ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਰੰਗ ਵਿੱਚ ਰੰਗੇ ਹੋਏ। ਦੁਸ਼ਮਣ ਹਮਲੇ ਕਰ ਕਰਕੇ ਆ ਰਹੇ ਨੇ। ਭਾਈ ਉਦੈ ਸਿੰਘ ਜੀ, ਭਾਈ ਜੀਵਨ ਸਿੰਘ ਜੀ, ਭਾਈ ਦਇਆ ਸਿੰਘ ਸਾਹਿਬ ਜੀ, ਭਾਈ ਧਰਮ ਸਿੰਘ ਜੀ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ, ਬਾਬਾ ਜੁਝਾਰ ਸਿੰਘ ਜੀ ਦੁਸ਼ਮਣਾਂ ਦੇ ਹੱਲੇ ਨੂੰ ਡੱਕ ਕੇ ਖੜੇ ਨੇ ਤੇ ਕਲਗੀਧਰ ਸੱਚੇ ਪਾਤਸ਼ਾਹ ਜੀ ਮਹਾਰਾਜ ਪਾਰ ਬ੍ਰਹਮ ਜੀ ਦੇ ਰੰਗ ਦੇ ਵਿੱਚ ਰੰਗੇ ਹੋਏ ਨੇ। ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ, ਨਾ ਦੁਸ਼ਮਣਾਂ ਦੀ ਪਰਵਾਹ, ਨਾ ਕਿਸੇ ਪ੍ਰਕਾਰ ਨੁਕਸਾਨ ਦਾ ਡਰ, ਕਿਉਂਕਿ ਹਿਰਦੇ ਦੇ ਵਿੱਚ ਵਸਿਆ ਪ੍ਰਮਾਤਮਾ ਜੀ ਦਾ ਰੰਗ ਪਿਆਰ ਹੈ। ਸ਼ਾਮਾਂ ਦਾ ਸਮਾਂ ਹੋਇਆ, ਰੋਪੜ ਪਹੁੰਚ ਗਏ ਨੇ। ਜਾ ਕਰਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਤਪਦੇ ਭੱਠੇ ਨੂੰ ਠੰਡਾ ਕਰਕੇ ਚੌਕੜਾ ਲਾਇਆ ਤੇ ਜਾ ਕਰਕੇ ਸੋਦਰ ਸ੍ਰੀ ਰਹਿਰਾਜ ਸਾਹਿਬ ਜੀ ਦਾ ਪਾਠ ਜਾ ਕੀਤਾ ਹੈ। ਅੱਠੇ ਪਹਿਰ ਪਾਰ ਬ੍ਰਹਮ ਜੀ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ। ਇਹ ਪਛਾਣ ਹੈ ਗੁਰੂ ਦੀ, ਤੇ ਜਿਸ ਦੇ ਉੱਪਰ ਕਿਰਪਾਲਤਾ ਕਰ ਦਿੰਦੇ, ਮਿਹਰ ਕਰ ਦਿੰਦੇ ਨੇ। ਭਾਈ ਕਨਈਏ ਜੀ ਦੇ ਵਾਂਗੂ ਅੱਠੇ ਪਹਿਰ ਨਾਮ ਦੇ ਵਿੱਚ ਰੰਗੇ ਰਹਿੰਦੇ ਨੇ। ਭਾਈ ਨੰਦ ਲਾਲ ਸਿੰਘ ਸਾਹਿਬ ਜੀ ਦੇ ਵਾਂਗੂ ਅੱਠੇ ਪਹਿਰ ਨਾਮ ਦੀ ਰੰਗ ਦੇ ਵਿੱਚ ਹੀ ਰੰਗੇ ਰਹਿੰਦੇ ਹਨ। ਬ੍ਰਹਮ ਮਹਿ ਜਨ ਜਨ ਮਹਿ ਪਾਰ ਬ੍ਰਹਮ। ਐਸੇ ਗੁਰੂ ਜਨ ਪਾਰ ਬ੍ਰਹਮ ਜੀ ਦੇ ਅੰਦਰ ਅਭੇਦ ਨੇ ਤੇ ਪਾਰ ਬ੍ਰਹਮ ਜੀ ਗੁਰੂ ਦੇ ਵਿੱਚ ਅਭੇਦ ਨੇ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਹਾਉ ਬਿਨਾਉ ਕਰੋ ਗੁਰ ਪਾਸ। ਇਸ ਸ਼ਬਦ ਦੇ ਅੰਦਰ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਜਨ ਕਹਿਣਾ ਕੀਤਾ ਹੈ। ਹਰ ਕੇ ਜਨ ਸਤਿਗੁਰ ਸਤਿਪੁਰਖਾ। ਹੇ ਸਤਿਗੁਰੂ ਜੀ, ਸਤਿਪੁਰਖ ਦੇ ਸਰਗੁਣ ਸਰੂਪ ਹਰੀ ਦੇ ਜਨ ਜੀਓ, ਸਾਡੀ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਏ। ਜਿਵੇਂ ਉਥੇ ਸਤਿਗੁਰੂ ਜੀ ਨੂੰ ਜਨ ਕਹਿਣਾ ਕੀਤਾ, ਇੱਥੇ ਵੀ ਜਨ ਕਿਹਾ। ਗੁਰੂ ਜਨ ਦੇ ਅੰਦਰ ਪਾਰ ਬ੍ਰਹਮ ਜੀ ਅਭੇਦ ਨੇ ਤੇ ਪਾਰ ਬ੍ਰਹਮ ਪਰਮੇਸ਼ਰ ਜੀ ਦੇ ਅੰਦਰ ਗੁਰੂ ਜੀ ਜਨ ਸਰੂਪ ਹੋ ਕਰਕੇ ਅਭੇਦ ਨੇ। ਇਸੇ ਪ੍ਰਕਾਰ ਜਿਸ ਸਿੱਖ ਦੇ ਉੱਪਰ ਸਤਿਗੁਰੂ ਜੀ ਆਪਣੀ ਕਿਰਪਾਲਤਾ ਕਰ ਦਿੰਦੇ ਨੇ, ਉਸ ਜਨ ਨੂੰ ਪਾਰ ਬ੍ਰਹਮ ਵਿੱਚ ਅਭੇਦ ਕਰ ਦਿੰਦੇ ਨੇ ਤੇ ਪਾਰ ਬ੍ਰਹਮ ਤੇ ਇਸ ਦੇ ਹਿਰਦੇ ਦੇ ਅੰਦਰ ਸਾਖਿਆਤਕਾਰ ਹੋ ਕਰਕੇ ਅਭੇਦ ਰੂਪ ਹੋ ਕਰਕੇ ਵਰਤਦਾ ਹੈ। ਏਕ ਹੈ ਆਪ ਨਹੀਂ ਕਛ ਭਰਮ। ਗੁਰ ਪਰਮੇਸ਼ਰ ਜੀ ਹਰੀ ਪ੍ਰਮਾਤਮਾ ਜੀ ਦਾ ਸਰੂਪ ਨੇ, ਇੱਕੋ ਇੱਕ ਆਪਣਾ ਹੀ ਸਰੂਪ ਹੈ, ਕੋਈ ਭਰਮ ਭੇਦ ਨਹੀਂ। ਮਤਾ ਕੋਈ ਜਾਣੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਪ੍ਰਮਾਤਮਾ ਦੇ ਨਾਲੋਂ ਰੱਬ ਦੇ ਨਾਲੋਂ ਵੱਖਰੇ ਨੇ। ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੈ ਸੋ ਪਰਵਾਨ। ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਪਾਰ ਬ੍ਰਹਮ ਪਰਮੇਸ਼ਰ ਤੇ ਗੁਰ ਪਰਮੇਸ਼ਰ ਵਿੱਚ ਭੇਦ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਨ ਕਰਨਾ ਕਰਦੇ ਨੇ, ਇਸ ਪ੍ਰਕਾਰ ਕਿਸੇ ਪ੍ਰਕਾਰ ਦਾ ਭਰਮ ਭੇਦ ਪਾਰ ਬ੍ਰਹਮ ਤੇ ਪਰਮੇਸ਼ਰ ਗੁਰ ਜੀ ਦੇ ਵਿੱਚ ਨਾ ਜਾਣਨਾ ਕਰੋ। ਪਾਰ ਬ੍ਰਹਮ ਜੋ ਹੈ ਇੱਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਹਿਰਦੇ ਵਿੱਚ ਆ ਕਰਕੇ ਵਸਿਆ ਹੈ। ਇਸੇ ਪ੍ਰਕਾਰ ਏਕ ਹੈ ਆਪ ਨਹੀਂ ਕਛ ਭਰਮ। ਉਹ ਇੱਕ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਇਸ ਰੂਪ ਨੇ। ਕਿਸੇ ਪ੍ਰਕਾਰ ਦਾ ਮਨ ਵਿੱਚ ਭਰਮ ਨਾ ਰੱਖੋ ਕਿ ਸਤਿਗੁਰੂ ਜੀ ਨਿਰੰਕਾਰ ਤੋਂ ਵੱਖਰੇ ਨੇ। ਇਸੇ ਪ੍ਰਕਾਰ ਸਤਿਗੁਰੂ ਜੀ ਨਹੀਂ ਕਛ ਭਰਮ, ਆਪਣੇ ਗੁਰਸਿੱਖਾਂ ਦੇ ਹਿਰਦੇ ਅੰਦਰ ਕਿਸੇ ਪ੍ਰਕਾਰ ਦਾ ਭਰਮ ਨਹੀਂ ਰਹਿਣ ਦਿੰਦੇ। ਭਰਮ ਭੇਦ ਸਾਰਿਆਂ ਨੂੰ ਮੇਟ ਕਰਕੇ ਆਪੇ ਹੀ ਇੱਕ ਪਰਮਾਤਮਾ ਹਰੀ ਵਾਹਿਗੁਰੂ ਜੀ ਦੇ ਵਿੱਚ ਆਪਣੇ ਸਿੱਖਾਂ ਨੂੰ ਵੀ ਇਹ ਭੇਦ ਕਰਨੇ ਵਾਲੇ ਹਨ।
ਸਹਿਸ ਸਿਆਣਪ ਲਿਆ ਨ ਜਾਈਐ। ਗਰੀਬ ਨਿਵਾਜ ਕੋਈ ਹੋਰ ਵੀ ਜੁਗਤ ਹੈ ਜਿਸ ਜੁਗਤੀ ਵਿਧੀ ਦੇ ਨਾਲ ਪ੍ਰਮਾਤਮਾ ਜੀ ਨੂੰ ਪ੍ਰਾਪਤ ਕਰ ਲਈਏ। ਤੇ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਹਜ਼ਾਰਾਂ ਹੀ ਪੁਸਤਕਾਂ ਦੀਆਂ, ਲੱਖਾਂ ਹੀ ਸਿਆਣਪਾਂ ਦੇ ਨਾਲ ਵੀ, ਚਤੁਰਾਈਆਂ ਦੇ ਨਾਲ, ਬੁੱਧੀ ਦੀਆਂ ਸਿਆਣਪਾਂ ਦੇ ਨਾਲ ਤੇ ਇਸ ਪਰਮੇਸ਼ਰ ਨੂੰ ਲਿਆ ਨਾ ਜਾਈਏ, ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੈ। ਨਾਨਕ ਐਸਾ ਗੁਰ ਬੜ ਭਾਗੀ ਪਾਈਐ। ਇਹ ਕੇਵਲ ਤਾਂ ਕੇਵਲ ਪੂਰੇ ਸਤਿਗੁਰੂ ਜੀ ਨੇ ਜੋ ਹਰੀ ਪਰਮਾਤਮਾ ਜੀ ਦੇ ਨਾਲ ਮਿਲਣ ਵਾਲੇ ਨੇ। ਗਰੀਬ ਨਿਵਾਜ ਐਸੇ ਗੁਰੂ ਦੀ ਪ੍ਰਾਪਤੀ ਕਿਵੇਂ ਹੁੰਦੀ ਏ? ਸਾਹਿਬ ਜੀ ਫਰਮਾਉਂਦੇ ਨੇ, ਐਸੇ ਸਤਿਗੁਰੂ ਜੀ ਨੂੰ ਤੇ ਵੱਡਿਆਂ ਭਾਗਾਂ ਨਾਲ ਹੀ ਪ੍ਰਾਪਤ ਕੀਤਾ ਜਾਂਦਾ ਹੈ। ਐਸੇ ਗੁਰੂ ਦੀ ਪ੍ਰਾਪਤੀ ਵੱਡਿਆਂ ਭਾਗਾਂ ਦੇ ਨਾਲ ਹੁੰਦੀ ਏ ਤੇ ਗੁਰੂ ਜੀ ਦੀ ਨਜ਼ਰ ਦੇ ਨਾਲ ਫਿਰ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਭੇਦ ਰੂਪੀ ਪ੍ਰਾਪਤੀ ਹੁੰਦੀ ਏ। ਅੰਤਰ ਆਤਮੇ ਭੇਦ ਹੋ ਕਰਕੇ ਨਿਰੰਕਾਰ ਜੀ ਵਰਤਦੇ ਨੇ। ਐਸੇ ਨੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ। ਹਿਰਦੇ ਦੇ ਵਿੱਚੋਂ ਸਾਰੀਆਂ ਦੁਬਿਧਾਵਾਂ ਨੂੰ, ਸਾਰੇ ਭਰਮਾਂ ਨੂੰ, ਸਾਰੇ ਵਿਕਾਰਾਂ ਨੂੰ ਮਾਰ ਦੇਣ ਵਾਲੇ ਨੇ। ਨਾਮ ਰੂਪੀ ਧਨ ਦੇ ਕਰਕੇ ਗੁਰਸਿੱਖਾਂ ਨੂੰ ਧਨਾੜ ਬਣਾਉਣੇ ਵਾਲੇ ਨੇ। ਵਾਹਿਗੁਰੂ ਜੀ ਦਾ ਉਪਦੇਸ਼ ਦੁਆਰਾ ਨਾਮ ਜਪਾ ਕਰਕੇ ਨਿਰੰਕਾਰ ਜੀ ਦੇ ਨਾਲ ਅਭੇਦਤਾ ਦੇਣ ਵਾਲੇ ਨੇ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਐਸੇ ਉੱਚਿਆਂ ਤੋਂ ਉੱਚੇ ਭਗਵਾਨ ਸਰੂਪ ਹਰੀ ਅਕਾਲ ਪੁਰਖ ਜੀ ਦੇ ਸਰਗੁਣ ਸਰੂਪ ਸਤਿਗੁਰੂ ਜੀ ਦੀ ਕਿਤਨੀ ਕੁ ਵਡਿਆਈ ਕਰਨਾ ਕਰੀਏ। ਸਤਿਗੁਰੂ ਜੀ ਦੇ ਉਪਦੇਸ਼ਾਂ ਦੁਆਰਾ ਕਿਤਨੀ ਕੁ ਮਹਿਮਾ ਵਾਹਿਗੁਰੂ ਜੀ ਦੀ ਵਰਣਨ ਕਰੀਏ। ਕਹਿਣ ਕਥਨ ਤੋਂ ਅਸੀਂ ਅਸਮਰੱਥ ਹਾਂ ਤੇ ਵਡਿਆਈ ਕਹਿਣ ਕਥਨ ਤੋਂ ਬਾਹਰ ਹੈ। ਜਿਤਨੀ ਕੁ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੁਛ ਜੀ ਬੁੱਧੀ ਸੇਵਕ ਨੂੰ ਬਖਸ਼ਿਸ਼ ਕਰਨਾ ਕੀਤੀ ਏ। ਸਤਿਗੁਰਾਂ ਦੇ ਚਰਨਾਂ ਵਿਖੇ ਸੱਜ ਕਰਕੇ ਆਪ ਸੰਗਤਾਂ ਦੇ ਸਮਕਸ਼ ਗੁਰਬਾਣੀ ਦੇ ਅਰਥ ਅਖਰੀ ਰੂਪ ਦੇ ਵਿੱਚ ਰੱਖਣਾ ਕੀਤੇ ਨੇ। ਹੋਈਆਂ ਭੁੱਲਾਂ ਚੁੱਕਾਂ ਦੀ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮਤ ਬਖਸ਼ੋ। ਹਾਜ਼ਰੀਆਂ ਸਾਡੀਆਂ ਸਭਨਾਂ ਦੀਆਂ ਚਰਨਾਂ ਵਿਖੇ ਪ੍ਰਵਾਨ ਕਰੋ। ਗਰੀਬ ਨਿਵਾਜ ਸਤਿਗੁਰੂ ਜੀ ਦੀ ਸਾਧ ਸੰਗਤ ਬਖਸ਼ਣ ਯੋਗ ਹੈ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਕਰਕੇ ਅੱਗੇ ਵਾਸਤੇ ਸਮਤ ਦੀ ਦਾਤ ਬਖਸ਼ੋ ਜੀ। ਪਾਵਨ ਗੁਰੂ ਉਪਦੇਸ਼ ਦੀਆਂ 2 ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਸਹਿਸ ਸਿਆਣਪ ਲਿਆ ਨ ਜਾਈਐ। ਨਾਨਕ ਐਸਾ ਗੁਰ ਵੱਡ ਭਾਗੀ ਪਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਬਿਬੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨਹਾਰ, ਹੇ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸਰ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਇ। ਆਈ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੈ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਜੈਕਾਰ ਅਗ ਜਾਵੇ ਸੋ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ ਗੁਰਬਰ ਅਕਾਲ, ਦੇਗ ਤੇਗ ਫਤਿਹ। ਗੁਰੂ ਪੰਥ ਖਾਲਸੇ ਦੀ ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ।
ਕੰਬ ਵੇਗਾਂਦੜ